ਸਤਨਾਮ ਸ਼੍ਰੀ ਵਾਹਿਗੁਰੂ ਜੀ। ਰੱਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ। ਸੇਵਾ ਕਛੂ ਨ ਜਾਨਉ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। हम अपराधी सद भूलते तुम बख्शन हारे। हम अवगन कर है असंख्य नीत तुम निर्गुण दातारे। दासी संगत प्रभु त्याग एक कर्म हमारे। तुम देव हो सब किश दया धार हम अकृत कन्हारे। लाग परे तेरे दान स्यो नह चित खसमारे। तुझ ते बाहर किश नहीं भव काटन हारे। कहो नानक शरण दयाल गुर लेहो मुग्ध उधारे। सतनाम श्री वाहिगुरु जी। माज महला पंजवा। धन सो वेला जित मैं सतगुर मिलिया। सफल दर्शन नेत्र पेखत तरिया। धन सो वेला जित मैं सतगुर मिलिया। वाहिगुरु जी का खालसा वाहिगुरु जी की फतेह। सतगुरां दी साजी नवाजी परम सन्मानयोग गुरु रूप खालसा साध संगत जीओ। ਸਤਿਗੁਰਾਂ ਦੀ ਪਰਮ ਕਿਰਪਾਲਤਾ ਪਰਮ ਦਿਆਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਮਾਝ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ परम पवित्र शब्द उच्चारण कर रहे हैं। धन सो वेला जित मैं सतगुर मिलिया। धन का अर्थ है सलाउण योग महान वो वेला। वेला शब्द दे दो अर्थ हैं बाणी अंदर। एक वेला समा ते एक वेला वो घड़ी। घड़ी भी समय का एक हिस्सा है। धन वो घड़ी सी ਧਨ ਉਹ ਸਮਾਂ ਸੀ ਜਿਸ ਸਮੇਂ ਵਿੱਚ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹਾਸਲ ਹੋਇਆ। ਆਮ ਤੌਰ 'ਤੇ ਕਿਸੇ ਨੂੰ ਕੋਈ ਧਨ ਮਿਲਦਾ ਹੈ ਜਾਂ ਬੇਟਾ ਪੈਦਾ ਹੁੰਦਾ ਇਤਿਆਦਿਕ ਉਹਨਾਂ ਸਮਿਆਂ ਨੂੰ ਖੁਸ਼ੀ ਦੇ ਸਮਿਆਂ ਨੂੰ ਧਨਤਾ ਯੋਗ ਲੋਕ ਸਮਝਦੇ ਨੇ। ਪਰ ਜਿਸ ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਆਤਮ ਗਿਆਨ ਪ੍ਰਾਪਤ ਹੁੰਦਾ ਹੈ ਔਰ ਜੋ ਸਤਿਗੁਰੂ ਮਹਾਨ ਤੋਂ ਮਹਾਨ ਹਨ, ਐਸੇ ਸਤਿਗੁਰੂ ਨਾਲ ਸੰਜੋਗ ਹੋਣਾ ਮਿਲਾਪ ਹੋਣਾ ਜਿਸ ਸਮੇਂ ਹੋਣਾ ਉਸ ਸਮੇਂ ਨੂੰ ਧਨ ਕਹਿਣਾ ਚਾਹੀਦਾ ਹੈ। ਇਹ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਸਭ ਤੋਂ ਵੱਡਾ ਸਲਾਹੁਣ ਯੋਗ ਧਨਤਾ ਯੋਗ ਮਹਾਨਤਾ ਯੋਗ ਉਹ ਵੇਲਾ ਉਹ ਘੜੀ ਸੀ ਜਿਸ ਵੇਲੇ ਜਿਸ ਸਮੇਂ ਮੈਨੂੰ ਸਤਿਗੁਰੂ ਮਹਾਰਾਜ ਦਾ ਮਿਲਾਪ ਹਾਸਲ ਹੋਇਆ। ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕੀਤਾ ਹੋਇਆ ਨਿਸਫਲ ਨਹੀਂ ਜਾਂਦਾ। ਸਫਲ ਫਲ ਦੇ ਸਹਿਤ। ਸਫਲ ਦਾ ਅਰਥ ਹੈ ਫਲ ਦੇਣ ਵਾਲਾ। ਸਤਿਗੁਰੂ ਦਾ ਦਰਸ਼ਨ ਸਫਲ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋਵਨਹਾਰਾ ਜਿਹਨੇ ਬਚਨ ਕੀਤਾ। ਅਮੋਘ ਦਰਸ਼ਨ ਵੀ ਬਚਨ ਆਉਂਦਾ। ਇੱਥੇ ਸਫਲ ਦਰਸ਼ਨ ਜਿਹੜੇ ਨੇਤਰ ਦਰਸ਼ਨ ਕਰਦੇ ਨੇ ਉਹ ਨੇਤਰ ਸਫਲੇ ਹੋ ਜਾਂਦੇ ਨੇ ਔਰ ਜਿਹੜਾ ਜੀਵ ਇਹਨਾਂ ਨੇਤਰਾਂ ਦੁਆਰਾ ਦਰਸ਼ਨ ਕਰਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਸਤਿਗੁਰੂ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਫਲ ਦਿੰਦਾ ਹੈ। ਪਰ ਜੈਸੀ ਜੈਸੀ ਭਾਵਨਾ ਵੈਸਾ ਵੈਸਾ ਫਲ। ਕਿਸੇ ਦੀ ਕਿੰਨੀ ਭਾਵਨਾ ਕਿਸੇ ਦੀ ਕਿੰਨੀ ਭਾਵਨਾ। ਕਿਸੇ ਨੇ ਸਤਿਗੁਰੂ ਮਹਾਰਾਜ ਨੂੰ ਇੱਕ ਆਮ ਵਿਅਕਤੀ ਜਾਣਿਆ ਜਿਵੇਂ ਭੀਮ ਚੰਦ ਕਹਿਲੂਰੀਆ। ਦਰਸ਼ਨ ਤਾਂ ਨੇਤਰਾਂ ਨਾਲ ਉਹਨੇ ਵੀ ਕੀਤੇ ਹੀ ਸਨ ਪਰ ਅੰਦਰ ਸਤਿਗੁਰੂ ਮਹਾਰਾਜ ਦੇ ਉੱਤੇ ਭਾਵਨਾ ਲਿਆ ਕੇ ਦਰਸ਼ਨ ਨਹੀਂ ਕੀਤੇ। ਉਹ ਸਤਿਗੁਰੂ ਜੀ ਨੂੰ ਆਮ ਮਨੁੱਖੀ ਸਮਝਦਾ ਸੀ ਅਤੇ ਕਦੇ ਆਪਣੀ ਭਾਵਨਾ ਚੰਗੀ ਪ੍ਰਗਟ ਵਿਖਾਉਂਦਾ ਸੀ ਕਰਕੇ ਅੰਦਰ ਉਦੋਂ ਵੀ ਛਲ ਹੁੰਦਾ ਸੀ ਅਤੇ ਕਦੇ
ਫੌਜਾਂ ਲੈ ਕੇ ਸਤਿਗੁਰਾਂ 'ਤੇ ਚੜ੍ਹ ਕੇ ਵੀ ਆ ਜਾਂਦਾ ਸੀ। ਸੋ ਉਹੋ ਜਿਹੇ ਵਿਅਕਤੀ ਨੂੰ ਤਾਂ ਦਰਸ਼ਨਾਂ ਦਾ ਫਲ ਫਿਰ ਘੱਟ ਹੀ ਮਿਲੇਗਾ ਨਾ। ਇਸ ਲਈ ਭਾਵਨਾ ਦੇ ਸਹਿਤ ਦਰਸ਼ਨ ਕਰੀਏ ਤੇ ਫਿਰ ਉਹ ਦਰਸ਼ਨ ਵਿਅਰਥ ਨਹੀਂ ਜਾਂਦਾ। ਦਰਸ਼ਨ ਕਰਨ ਮਾਤਰ ਦੇ ਨਾਲ ਹੀ ਬੜੇ ਫਲ ਮਿਲ ਜਾਂਦੇ ਨੇ, ਭਾਵਨਾ ਸਹਿਤ ਦਰਸ਼ਨ ਕਰੀਏ ਤਾਂ। ਜਿਵੇਂ ਬਚਨ ਕੀਤਾ ਗੁਰੂ ਅੰਗਦ ਸਾਹਿਬ ਜੀ ਬਾਰੇ ਭੱਟਾਂ ਨੇ ਸਵਈਆਂ 'ਚ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਬਰਸਦਾ ਹੈ, ਜਾਂ ਕਿ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਉਤਾਰ, ਜਿਹੜੇ ਸਤਿਗੁਰੂ ਦਾ ਦਰਸ਼ਨ, ਜਿਹੜੇ ਪਾਪ ਹਨ ਪਾਪਾਂ ਨੂੰ ਧੋ ਕੇ ਸੁੱਟ ਦਿੰਦਾ, ਦੂਰ ਕਰ ਦਿੰਦਾ। ਔਰ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਅਗਿਆਨਤਾ ਦਾ ਹਨੇਰਾ ਬਿਨਸ ਜਾਂਦਾ ਹੈ। ਸੋ ਉੱਥੇ ਦਰਸ਼ਨਾਂ ਦੀ ਕੇਵਲ ਗੱਲ ਕੀਤੀ। ਅੰਮ੍ਰਿਤ ਬਚਨ ਸੁਣ ਕੇ ਕਮਾਉਣੇ ਤਾਂ ਅਗਲੀ ਗੱਲ ਹੈ ਨਾ, ਦਰਸ਼ਨਾਂ ਦੇ ਨਾਲ ਹੀ ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ ਆਦਿਕ ਬਚਨ ਹਨ। ਸਫਲ ਦਰਸ਼ਨ ਉਹਨਾਂ ਸਤਿਗੁਰਾਂ ਦਾ ਤੇ ਨੇਤਰ ਪੇਖਤ ਤਰਿਆ, ਜਿਹੜੇ ਨੇਤਰ ਹਨ, ਇਹਨਾਂ ਨੇਤਰਾਂ ਨਾਲ ਸਤਿਗੁਰੂ ਦੇ ਦਰਸ਼ਨ ਵੇਖਦਿਆਂ ਹੀ ਮੈਂ ਤਰ ਗਿਆ। ਨੇਤਰਾਂ ਨਾਲ ਸਤਿਗੁਰੂ ਦੇ ਦਰਸ਼ਨ ਕੀਤੇ, ਨੇਤਰ ਵੀ ਸਫਲੇ ਹੋਏ, ਮੇਰਾ ਜੀਵਨ ਸਫਲਾ ਹੋ ਗਿਆ, ਸਾਰੇ ਇੰਦਰੀ ਸਰੀਰ ਸਫਲਾ ਹੋ ਗਿਆ ਤੇ ਸੰਸਾਰ ਸਮੁੰਦਰ ਤੋਂ ਤਰ ਗਏ ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕੀਤਿਆਂ। ਫਿਰ ਉਹ ਵੇਲਾ, ਉਹ ਸਮਾਂ ਧੰਨ ਹੀ ਸੀ, ਉਹ ਸਲਾਹੁਣ ਯੋਗ ਹੀ ਸੀ ਸਮਾਂ ਜਦੋਂ ਹਜ਼ੂਰ ਦੇ ਦਰਸ਼ਨ ਕੀਤੇ। ਧੰਨ ਮੂਰਤ ਚੱਸੇ ਪਲ ਘੜੀਆਂ, ਧੰਨ ਸੋ ਓਏ ਸੰਜੋਗਾ ਜੀਓ। ਹਜ਼ੂਰ ਕਹਿੰਦੇ ਨੇ ਉਹ ਮੂਰਤ, 2 ਘੜੀਆਂ ਦਾ ਸਮਾਂ, ਚੱਸੇ 15 ਵਾਰੀ ਅੱਖ ਖੋਲੀਏ ਤੇ ਮੀਚੀਏ ਇੱਕ ਵਿਸਵਾ ਹੁੰਦਾ ਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ, ਇੰਨਾ ਕੁ ਸਮਾਂ। ਔਰ ਪਲ 30 ਚਸਿਆਂ ਦਾ ਇੱਕ ਪਲ ਹੁੰਦਾ ਤੇ ਘੜੀਆਂ 24 ਮਿੰਟ ਦੀ ਘੜੀ ਹੁੰਦੀ ਹੈ। 24 ਮਿੰਟ ਅੱਜ ਕੱਲ੍ਹ, ਕਿਉਂਕਿ 64 ਘੜੀਆਂ ਹਨ ਦਿਨ ਤੇ ਰਾਤ ਦੀਆਂ, 24 ਮਿੰਟ ਦੀ ਘੜੀ ਹੈ। ਸੋ ਇਸ ਪ੍ਰਕਾਰ ਪਹਿਲਾਂ 64 ਸੀ, ਹੁਣ 60 ਘੜੀਆਂ ਨੇ 24 ਮਿੰਟ ਦੀਆਂ। ਉਦੋਂ ਪਹਿਲਾਂ ਥੋੜ੍ਹਾ ਜਿਹਾ ਘੱਟ ਸੀ, 24 ਮਿੰਟ ਤੋਂ ਘੱਟ ਸੀ ਸਮਾਂ ਪੁਰਾਣੇ ਸਮੇਂ 'ਚ, ਫਿਰ ਤਬਦੀਲੀ ਕਰ ਦਿੱਤੀ ਗਈ ਸੀ ਅਤੇ ਉਦੋਂ 60 ਘੜੀਆਂ ਮੰਨੀਆਂ ਗਈਆਂ 8 ਪਹਿਰਾਂ ਦੀਆਂ। ਸੋ ਇਸ ਪ੍ਰਕਾਰ ਉਹ ਘੜੀਆਂ ਵੀ ਧੰਨ, ਧੰਨ ਸੋ ਓਏ ਸੰਜੋਗਾ ਜੀਓ, ਧੰਨ ਸਲਾਹੁਣ ਯੋਗ ਉਹ ਸੰਜੋਗ ਮਿਲਾਪ, ਸਤਿਗੁਰੂ ਮਹਾਰਾਜ ਨੂੰ ਜੋ ਮਿਲਾਪ ਹੋਇਆ, ਉਹ ਮਿਲਾਪ ਦਾ ਸਮਾਂ ਸੰਜੋਗ ਮਿਲਾਪ ਨੂੰ ਕਹਿੰਦੇ ਨੇ। ਸੰਜੋਗ ਸੱਤਾ ਦੁਆਰਾ ਹੀ ਮਿਲਾਪ ਹੁੰਦਾ, ਪਦਾਰਥਾਂ ਦਾ ਵੀ, ਸੰਬੰਧੀਆਂ ਦਾ, ਗੁਰੂ ਮਹਾਰਾਜ ਦਾ, ਕਿਸੇ ਦਾ ਕਿਸੇ ਨਾਲ ਵੀ ਜੋ ਮਿਲਾਪ ਹੁੰਦਾ ਉਹਨੂੰ ਸੰਜੋਗ ਕਿਹਾ ਜਾਂਦਾ। ਵਿਜੋਗ ਸੱਤਾ ਨੂੰ ਵਿਛੋੜਾ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਉਹ ਸੰਜੋਗ ਮਿਲਾਪ ਦਾ ਸਮਾਂ ਧੰਨ ਸੀ। ਅੱਗੇ ਹਜ਼ੂਰ ਬਚਨ ਕਰਦੇ ਨੇ, ਉਦਮ ਕਰਤ ਮਨ ਨਿਰਮਲ ਹੋਵਾ। ਅਤੇ ਸਤਿਗੁਰੂ ਮਹਾਰਾਜ ਨੇ ਜਿਹੜਾ ਉਦਮ ਦੱਸਿਆ, ਹਜ਼ੂਰ ਦਾ ਬਚਨ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਇ। ਜਿਸ ਦੇ ਉੱਪਰ ਸਤਿਗੁਰੂ ਦੀ ਮਿਹਰਮਤ ਹੁੰਦੀ ਹੈ ਉਹ ਇਸ ਉਦਮ ਨੂੰ ਬੁੱਝਦਾ ਹੈ। ਹੋਰ ਆਹਰ ਉਦਮ ਬੜੇ ਕਰਦਾ ਫਿਰਦਾ ਹੈ, ਪਰ ਇੱਕ ਆਹਰ ਜਿਹੜਾ ਉਦਮ ਹੈ ਭਗਤੀ ਦਾ, ਆਪਣੀ ਕਲਿਆਣ ਦਾ ਰਸਤਾ, ਉਹਦੇ ਵਾਸਤੇ ਉਦਮ ਕਰਦਾ ਹੀ ਨਹੀਂ। ਅਤੇ ਜਿਸ ਆਹਰ ਉਦਮ ਰਾਹੀਂ ਜਗਤ ਦਾ ਉਧਾਰ ਹੁੰਦਾ, ਜਾਂ ਸੰਸਾਰ ਦਾ ਉਧਾਰ ਹੁੰਦਾ, ਜਾਂ ਸੰਸਾਰ ਤੋਂ ਸਾਡਾ ਉਧਾਰ ਹੁੰਦਾ, ਉਸ ਆਹਰ ਨੂੰ ਕੋਈ ਵਿਰਲਾ ਹੀ ਬੁੱਝਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਉਦਮ ਕਰਤ ਮਨ ਨਿਰਮਲ ਹੋਵਾ। ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਉਦਮ ਕੀਤਾ, ਸਤਿਗੁਰੂ ਦਾ ਉਪਦੇਸ਼ ਸੁਣਨ ਵਾਸਤੇ ਉਦਮ ਕੀਤਾ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਰਨ ਦਾ ਉਦਮ ਕੀਤਾ, ਤਾਂ ਉਦਮ ਕਰਦਿਆਂ ਹੀ ਮਨ ਜੋ ਹੈ ਇਹ ਨਿਰਮਲ ਹੋ ਗਿਆ। ਮਨ ਹੀ ਮੈਲਾ ਹੈ ਤਾਂ ਸਭ ਕੁਝ ਹੀ ਮੈਲਾ। ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਨਿਰਮਲ ਤਾਂ ਮਨ ਨੂੰ ਹੀ ਕਰਨਾ ਸੀ, ਪਰ ਮਨੁੱਖ ਕਾਇਆ ਨੂੰ ਕਈ ਵਾਰੀ ਮਾਂਜਦੇ ਰਹਿ ਗਏ, ਮਨ ਨਿਰਮਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਮਨ ਦੀ ਪੱਤਰੀ ਨਹੀਂ ਵਾਚੀ। ਹਜ਼ੂਰ ਕਹਿੰਦੇ ਨੇ, ਜਦੋਂ ਸਤਿਗੁਰੂ ਦਾ ਦੱਸਿਆ ਉਦਮ ਕੀਤਾ ਭਗਤੀ ਸਿਮਰਨ ਦਾ, ਸੇਵਾ ਦਾ, ਉਦਮ ਕਰਤ ਮਨ ਨਿਰਮਲ ਹੋਵਾ, ਤਾਂ ਮਨ ਨਿਰਮਲ ਹੋ ਗਿਆ ਉਦਮ ਕਰਦਿਆਂ ਕਰਦਿਆਂ। ਹਰ ਮਾਰਗ ਚਲਤ ਭਰਮ ਸਗਲਾ ਖੋਇਆ। ਹਰੀ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਮਾਰਗ 'ਤੇ, ਜਿਹੜਾ ਮਾਰਗ ਸਤਿਗੁਰੂ ਨੇ ਦੱਸਿਆ, ਉਸ ਮਾਰਗ 'ਤੇ ਚੱਲਦਿਆਂ ਹੋਇਆਂ ਜਿਹੜਾ ਭਰਮ ਸੀ, ਮਨ ਦੇ ਅੰਦਰ ਭ੍ਰਾਂਤੀ ਸੀ, ਭਟਕਣਾ ਸੀ,
ਹੋਰ ਦਾ ਹੋਰ ਸਮਝਿਆ ਹੋਇਆ ਸੀ, ਇਸ ਜਗਤ ਨੂੰ ਪਰਮਾਤਮਾ ਦੀ ਹੋਂਦ ਨੂੰ ਨਹੀਂ ਸੀ ਮੰਨਿਆ। ਇਹ ਜਿਹੜਾ ਭਰਮ ਸੀ ਅੰਦਰ ਸਗਲਾ ਸਾਰਾ ਹੀ ਖੋਇਆ, ਨਾਸ ਹੋ ਗਿਆ, ਭਰਮ ਨਾ ਰਿਹਾ। ਜਗਤ ਦੀ ਵਾਸਤਵਿਕਤਾ ਸਾਹਮਣੇ ਆ ਗਈ ਵੀ ਇਹ ਖਿਨ ਭੰਗਰ ਹੈ, ਨਾਸਵੰਤ ਹੈ, ਤੇ ਵਾਹਿਗੁਰੂ ਦੀ ਜੋਤ ਚੇਤਨ ਸੱਤਾ ਹਮੇਸ਼ਾ ਹੈ। ਇੰਜ ਭਰਮ ਸਾਰਾ ਨਾਸ ਹੋ ਗਿਆ। ਨਾਮ ਨਿਧਾਨ ਸਤਿਗੁਰੂ ਸੁਣਾਇਆ। ਜੋ ਵਾਹਿਗੁਰੂ ਜੀ ਦਾ ਨਾਮ ਹੈ ਇਹ ਨਿਧਾਨ ਖਜ਼ਾਨਾ ਹੈ, ਸਾਰੇ ਸ਼ੁਭ ਗੁਣਾਂ ਦਾ, ਸਾਰੀਆਂ ਸ਼ਕਤੀਆਂ ਦਾ, ਸਾਰੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਦਾ। ਇਹ ਸਤਿਗੁਰੂ ਜੀ ਨੇ ਐਸਾ ਨਾਮ ਰੂਪ ਖਜ਼ਾਨਾ ਸਾਨੂੰ ਸੁਣਾਇਆ ਸਾਡੇ ਕੰਨਾਂ ਵਿੱਚ। ਮਿਟ ਗਏ ਸਗਲੇ ਰੋਗਾ ਜੀਓ। ਇਸ ਨਾਮ ਦੇ ਮੰਤਰ ਨਾਲ, ਇਸ ਨਾਮ ਦਾ ਖਜ਼ਾਨਾ ਕੋਲ ਆਉਣ ਨਾਲ ਸਾਰੇ ਜਿਹੜੇ ਰੋਗ ਲੱਗੇ ਹੋਏ ਸੀ, ਰੋਗ ਆਮ ਤੌਰ 'ਤੇ ਸਰੀਰ ਨੂੰ ਜਿਹੜੇ ਚੰਬੜਦੇ, ਅਸੀਂ ਉਹਨਾਂ ਨੂੰ ਤਾਂ ਰੋਗ ਮੰਨਦੇ ਹਾਂ, ਉਹਨਾਂ ਤੋਂ ਬੜੇ ਭੈ ਭੀਤ ਹੁੰਦੇ ਹਾਂ, ਰੋਗ ਦੀ ਨਿਵਰਤੀ ਲਈ ਯਤਨ ਵੀ ਕਰਦੇ ਹਾਂ। ਪਰ ਜਿਹੜੇ ਰੋਗ ਸਾਡੇ ਮਨਾਂ ਨੂੰ ਲੱਗੇ ਹੋਏ ਨੇ, ਉਹਨਾਂ ਰੋਗਾਂ ਵਾਸਤੇ ਕੋਈ ਯਤਨ ਨਹੀਂ ਕਰਦੇ ਕਿ ਉਹ ਰੋਗ ਕਿਵੇਂ ਦੂਰ ਹੋਣਗੇ। ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਗ ਦਰੋਗ ਖਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਬੜੇ ਰੋਗ ਸਾਨੂੰ ਚੰਬੜੇ ਹੋਏ ਨੇ। ਸਾਰੇ ਰੋਗ ਇਹ ਹੰਗਤਾ ਤੋਂ ਪੈਦਾ ਹੋਏ। ਹਉਮੈ ਦੀਰਘ ਰੋਗ ਹੈ ਨਾ, ਵੱਡਾ ਰੋਗ ਤਾਂ ਹਉਮੈ ਦਾ ਹੀ ਹੈ। ਉੱਥੋਂ ਹੀ ਅਨੇਕਾਂ ਵਿਕਾਰ ਤੇ ਦੋਸ਼ ਸਾਨੂੰ ਚੰਬੜ ਗਏ। ਸਾਰੇ ਜਿਹੜੇ ਰੋਗ ਸੀ ਇਹ ਸਾਰੇ ਮਿਟ ਗਏ ਹਨ ਜਦੋਂ ਸਤਿਗੁਰੂ ਜੀ ਨੇ ਸਾਨੂੰ ਨਾਮ ਰੂਪ ਖਜ਼ਾਨਾ ਸੁਣਾਇਆ। ਅੰਤਰ ਬਾਹਰ ਤੇਰੀ ਬਾਣੀ। ਤਾਂ ਹੁਣ ਅਸੀਂ ਕਹਿੰਦੇ ਹਾਂ, ਹੇ ਵਾਹਿਗੁਰੂ ਜੀ, ਅੰਦਰ ਤੇ ਬਾਹਰ ਸਭ ਤੇਰੀ ਬਾਣੀ, ਤੇਰੇ ਹੀ ਬਚਨ ਜੀ ਬੋਲ ਰਹੇ ਨੇ, ਸਭ ਤੇਰੇ ਹੀ ਬਚਨ ਚੱਲ ਰਹੇ ਨੇ। ਭਾਵ ਅਵਸਥਾ ਇਹ ਬਣ ਗਈ ਹੈ ਕਿ ਅੰਦਰ ਵੀ ਤੇ ਬਾਹਰ ਵੀ ਜੋ ਕੁਝ ਬੋਲੇ ਜਾ ਰਹੇ ਨੇ, ਸਾਨੂੰ ਤੇਰੀ ਸਿਫਤ ਸਲਾਹ ਦੀ ਬਾਣੀ ਹੀ ਸੁਣਾਈ ਦਿੰਦੀ ਹੈ। ਤੁਧ ਆਪ ਕਥੀ ਤੈ ਆਪ ਵਖਾਣੀ। ਤੁਸੀਂ ਆਪ ਹੀ ਕਥੀ ਆਪਣੀ ਬਾਣੀ ਕਥਨ ਕੀਤੀ ਹੈ ਤੇ ਫਿਰ ਉਸ ਨੂੰ ਬੋਲ ਕੇ ਵਖਿਆਨ ਕਰਨ ਵਾਲੇ ਵੀ ਤੁਸੀਂ ਹੋ। ਗੁਰ ਕਹਿਆ ਸਭ ਏਕੋ ਏਕੋ। ਮੇਰੇ ਸਤਿਗੁਰੂ ਜੀ ਨੇ ਮੈਨੂੰ ਜੋ ਉਪਦੇਸ਼ ਦਿੱਤਾ ਹੈ, ਜੋ ਉਪਦੇਸ਼ ਕਥਨ ਕੀਤਾ, ਉਸ ਉਪਦੇਸ਼ ਵਿੱਚ ਇਹੀ ਕਿਹਾ ਹੈ ਕਿ ਸਭ ਕੁਛ ਇੱਕ ਹੀ ਇੱਕ ਪਰਮਾਤਮਾ ਹੈ। ਵਾਹਿਗੁਰੂ ਇੱਕ ਤੂੰ ਹੀ ਤੂੰ ਹੈ ਸਭ ਕੁਝ। ਮੇਰੇ ਸਤਿਗੁਰੂ ਨੇ ਜੋ ਦੱਸਿਆ, ਅਵਰ ਨਾ ਕੋਈ ਹੋਏਗਾ ਜੀਓ। ਨਾ ਪਿੱਛੇ ਕੋਈ ਅਵਰ ਹੋਰ ਸੀ, ਨਾ ਹੁਣ, ਨਾ ਅੱਗੇ ਨੂੰ ਕੋਈ ਹੋਵੇਗਾ ਜੀ। ਅੰਮ੍ਰਿਤ ਰਸ ਹਰ ਗੁਰ ਤੇ ਪੀਆ। ਵਾਹਿਗੁਰੂ ਦੇ ਨਾਮ ਦਾ ਰਸ ਹੀ ਐਸਾ ਹੈ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲਿਆ ਰਸ ਖਾਏ। ਰਸ ਹੋਰ ਵੀ ਬੜੇ ਨੇ, 36 ਪ੍ਰਕਾਰ ਦੇ ਭੋਜਨ ਹਨ, 6 ਰਸਾਂ ਵਾਲੇ। ਵੰਨ ਸੁਵੰਨੇ ਰਸ ਮਨੁੱਖ ਚੱਖਦਾ ਜੀਭਾਂ ਨਾਲ, ਪਰ ਇਹਨਾਂ ਰਸਾਂ ਨੂੰ ਹੋਸ਼ੇ ਤੇ ਥੋਥੇ ਮੰਨਿਆ ਗਿਆ। ਫੀਕੇ ਹਰ ਕੇ ਨਾਮ ਬਿਨ ਸਾਧ, ਹਰ ਬਿਨ ਕਛੂ ਨ ਲਾਗੇ ਭਗਤਨ ਕੋ ਮੀਠਾ। ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਉਹਨਾਂ ਨਿਰਣਾ ਕਰਕੇ ਵੇਖ ਚੁੱਕੇ ਨੇ ਵੀ ਸਾਰੇ ਸਵਾਦ ਫਿੱਕੇ ਹਨ। ਹਰੀ ਦਾ ਨਾਮ ਹੀ ਸਭ ਤੋਂ ਉੱਚਾ। ਅੰਮ੍ਰਿਤ ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ, ਆਤਮਿਕ ਮੌਤ ਨੂੰ ਖਤਮ ਕਰਨ ਵਾਲਾ ਅੰਮ੍ਰਿਤ ਰਸ ਹੈ ਵਾਹਿਗੁਰੂ ਜੀ ਦਾ ਨਾਮ। ਹਰੀ ਗੁਰੂ ਦੀ ਬਖਸ਼ਿਸ਼ ਨਾਲ ਹੀ ਪੀਤਾ ਅਸੀਂ ਅੰਮ੍ਰਿਤ ਰਸ। ਹਰੀ ਦਾ ਨਾਮ ਹੀ ਅੰਮ੍ਰਿਤ ਰਸ ਹੈ, ਗੁਰ ਤੇ ਪੀਆ। ਗੁਰੂ ਦੁਆਰਾ ਅਸੀਂ ਪੀਤਾ ਹੈ। ਹਰ ਪਹਿਨਣ ਨਾਮ ਭੋਜਨ ਥੀਆ। ਹਰੀ ਪਰਮੇਸ਼ਰ ਦਾ ਨਾਮ ਹੀ ਸਾਡੇ ਵਾਸਤੇ ਭੋਜਨ ਬਣ ਗਿਆ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ। ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਧਿਆਇਆ। ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਸੋ ਹਰੀ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਭੋਜਨ ਬਣ ਗਿਆ ਹੈ ਤੇ ਹਰੀ ਦਾ ਨਾਮ ਹੀ ਸਾਡੇ ਪਹਿਨਣ ਲਈ ਪੁਸ਼ਾਕ ਬਣ ਗਿਆ ਹੈ। ਪਹਿਨਣ ਵਾਸਤੇ ਕੱਪੜੇ ਪੁਸ਼ਾਕਾਂ ਵਾਹਿਗੁਰੂ ਜੀ ਦਾ ਨਾਮ ਹੀ ਹੈ। ਇਹਦਾ ਮਤਲਬ ਇਹ ਨਹੀਂ ਕਿ ਵਾਹਿਗੁਰੂ ਦੇ ਪਿਆਰੇ ਭੋਜਨ ਵੀ ਨਹੀਂ ਛਕਦੇ ਤੇ ਕੱਪੜੇ ਆਦਿਕ ਨਹੀਂ ਪਹਿਨਦੇ। ਇਹਦਾ ਮਤਲਬ ਇਹ ਨਹੀਂ ਹੈ। ਭਾਵ ਕਿ ਹੁਣ ਜਿਹੜੇ ਵੰਨ ਸੁਵੰਨੇ ਭੋਜਨ ਹਨ ਉਹਨਾਂ ਨੂੰ ਛਕਣ ਵਾਸਤੇ ਰੁਚੀ ਨਹੀਂ।
ਹੁਣ ਪੋਸ਼ਾਕਾਂ ਸੋਹਣੀਆਂ ਪਾਉਣ ਵਿੱਚ ਰੁਚੀ ਨਹੀਂ, ਭਾਵੇਂ ਚੰਗੀ ਭਲੀ ਸੋਹਣੀ ਮਹਿੰਗੀ ਪੋਸ਼ਾਕ ਵੀ ਰੱਬ ਦਾ ਪਿਆਰਾ ਪਾ ਕੇ ਤੁਰ ਰਿਹਾ ਵਿਚਰ ਰਿਹਾ, ਤਾਂ ਉਹ ਉੱਚੀ ਅਵਸਥਾ ਵਾਲਾ ਜੋ ਵਿਅਕਤੀ ਹੈ ਉਹਦੇ ਵਾਸਤੇ ਉਸ ਪੋਸ਼ਾਕ ਨਾਲ ਕੋਈ ਲਗਾਅ ਨਹੀਂ ਹੈ। ਜਿਵੇਂ ਬਚਨ ਨੂੰ ਯਾਦ ਆ ਗਿਆ ਕੁਦਰਤੀ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੂੰ ਇੱਕ ਪਟਿਆਲੇ ਵਾਲੇ ਰਾਜਿਆਂ ਨੇ ਬਹੁਤ ਮਹਿੰਗੀ ਕਾਲੀ ਕੰਬਲੀ ਭੇਟਾ ਕੀਤੀ ਸੀ ਅਤੇ ਬੇਨਤੀ ਕੀਤੀ ਸੀ ਤੁਸੀਂ ਉੱਪਰ ਲੈ ਕੇ ਹੰਢਾਇਓ। ਉਹ ਮਹਾਂਪੁਰਸ਼ਾਂ ਨੇ ਕੰਬਲੀ ਲਈ ਹੋਈ ਸੀ ਅਤੇ ਛੱਤੀਸਗੜ੍ਹ ਵਿੱਚ ਰਾਏਪੁਰ ਜਿਹੜਾ ਸ਼ਹਿਰ ਆ ਉੱਥੇ ਗਏ ਹੋਏ ਸੀ, ਅਤੇ ਉਸ ਇਲਾਕੇ ਦਾ ਇੱਕ ਬਿਹੰਗਮ ਜੋ ਜੰਗਲ 'ਚ ਵਿਚਰਦਾ ਸੀ, ਦੇਵਪੁਰੀ ਉਹਦਾ ਨਾਂ ਸੀ। ਮਹਾਂਪੁਰਸ਼ਾਂ ਦੀ ਮਹਿਮਾ ਸੁਣ ਕੇ ਆਪਣੇ ਸੇਵਕਾਂ ਤੋਂ ਅਤੇ ਉਹ ਜੰਗਲ ਛੱਡ ਕੇ ਆਇਆ, ਅਤੇ ਜਦੋਂ ਉਹ ਅੰਦਰ ਲੰਘਿਆ ਜਿੱਥੇ ਸੰਤ ਅਤਰ ਸਿੰਘ ਜੀ ਬੈਠੇ ਸਨ, ਉਹਦੇ ਮਨ 'ਚ ਫੁਰਨਾ ਆਇਆ ਵੀ ਉਹ ਕੰਬਲੀ ਸੰਤ ਮੈਨੂੰ ਦੇ ਦੇਣ, ਉਹ ਤਾਂ ਕੱਪੜੇ ਪਹਿਨਦੇ ਨੇ ਅਤੇ ਮੈਂ ਕੇਵਲ ਕੰਬਲੀ ਦੀ ਬੁੱਕਲ ਮਾਰ ਕੇ ਰੱਖਦਾ, ਇਹ ਕੰਬਲੀ ਮੈਨੂੰ ਦੇ ਦੇਣ। ਇਹ ਫੁਰਨਾ ਆ ਗਿਆ ਉਹਦੇ ਮਨ 'ਚ। ਆਇਆ, ਆ ਕੇ ਨਮਸਕਾਰ ਕੀਤੀ, ਮਹਾਂਪੁਰਸ਼ਾਂ ਵੀ ਅੱਗੋਂ ਜਵਾਬ ਦਿੱਤਾ, ਬੜੇ ਸਤਿਕਾਰ ਨਾਲ ਕੋਲ ਬਿਠਾਇਆ। ਤਾਂ ਉਸ ਨੇ ਪ੍ਰਸ਼ਨ ਕੀਤਾ, ਜੀ ਅਸੀਂ ਲੋਕ ਦੁਨੀਆ ਛੱਡ ਕੇ ਜੰਗਲ 'ਚ ਰਹਿੰਦੇ ਹਾਂ, ਫਿਰ ਵੀ ਮਾਇਆ ਪਿੱਛਾ ਨਹੀਂ ਛੱਡਦੀ, ਅਤੇ ਤੁਸੀਂ ਸੰਸਾਰ ਦੇ ਵਿਚਰ ਰਹੇ ਹੋ, ਮਾਇਆ ਤੋਂ ਕਿਵੇਂ ਬਚਦੇ ਹੋਵੋਗੇ? ਤਾਂ ਮਹਾਂਪੁਰਸ਼ਾਂ ਨੇ ਆਪਣੀ ਕੰਬਲੀ ਲਾ ਕੇ ਉਹਦੇ ਉੱਪਰ ਦੇ ਦਿੱਤੀ। ਕਹਿਣ ਲੱਗਾ, ਨਹੀਂ ਜੀ ਤੁਹਾਨੂੰ ਫਬਦੀ ਆਪਣੇ ਉੱਪਰ ਤੁਸੀਂ ਲਓ, ਤੁਸੀਂ ਧਾਰਨ ਕਰੋ। ਮਹਾਂਪੁਰਸ਼ ਫਿਰ ਥੋੜ੍ਹਾ ਜਿਹਾ ਵੀਰ ਰਸ 'ਚ ਬੋਲੇ, ਕਹਿੰਦੇ ਸਾਦਾ ਪਹਿਲਾਂ ਫੁਰਨਾ ਕਿਉਂ ਕੀਤਾ ਸੀ? ਪਹਿਲਾਂ ਤੂੰ ਮਨ 'ਚ ਇੱਛਾ ਕੀਤੀ ਸੀ, ਜਦੋਂ ਅੰਦਰ ਲੰਘਿਆ ਉਹ ਸਮਝ ਗਿਆ ਵੀ ਇਹ ਤਾਂ ਬੜੇ ਵੱਡੇ ਅੰਤਰਜਾਮੀ ਨੇ। ਅਤੇ ਫਿਰ ਕਹਿਣ ਲੱਗਾ, ਜੀ ਮੈਂ ਪ੍ਰਸ਼ਨ ਕੀਤਾ ਸੀ। ਮਹਾਂਪੁਰਸ਼ ਕਹਿਣ ਲੱਗੇ, ਬਸ ਜਿਵੇਂ ਆ ਕੰਬਲੀ ਲਾਹ ਕੇ ਆਪਣੇ ਉੱਪਰੋਂ ਤੇਰੇ 'ਤੇ ਦੇਤੀ, ਇੰਝ ਮਾਇਆ ਤੋਂ ਬਚੇ ਆ। ਮਨ ਵਿੱਚ ਕੋਈ ਲੇਸ ਮਾਤਰ ਨਹੀਂ ਹੈ ਮਾਇਆ ਦੀ, ਸਰੀਰਕ ਸੁੱਖਾਂ ਦੀ, ਭੋਜਨ ਵੰਨ ਸੁਵੰਨੇ ਖਾਣ ਦੀ, ਕੱਪੜੇ ਸੋਹਣੇ ਪਹਿਨਣ ਦੀ। ਅੰਦਰ ਵੈਰਾਗ ਹੈ। ਬਾਹਰੀ ਤੌਰ 'ਤੇ ਰੱਬ ਦੇ ਪਿਆਰੇ ਭੋਜਨ ਵੀ ਛਕਦੇ ਨੇ, ਪਰ ਰੁਚੀ ਕੋਈ ਨਹੀਂ ਹੈ ਸਰੀਰ ਨੂੰ ਚੱਲਦਾ ਰੱਖਣ ਲਈ। ਜਦੋਂ ਤੱਕ ਪਰਾਰਬਧ ਹੈ ਭੋਜਨ ਵੀ ਛਕਦੇ ਨੇ, ਕੱਪੜੇ ਵੀ ਪਹਿਨਦੇ ਨੇ। ਕੱਪੜੇ ਤਿਆਗਣ ਨਾਲ ਮਨ 'ਚ ਤਿਆਗ ਨਹੀਂ ਪੈਦਾ ਹੋ ਜਾਂਦਾ। ਭੋਜਨ ਛੱਡ ਦਈਏ ਅਤੇ ਫਿਰ ਕੀ ਹੋਏਗਾ? ਸਰੀਰ ਦਾ ਅੰਤ ਹੋ ਜਾਏਗਾ। ਕੁਝ ਵੀ ਨਾ ਖਾਵਾਂ ਪੀਵਾਂਗੇ ਤਾਂ ਕੁਛ ਨਾ ਕੁਛ ਤਾਂ ਖਾਣਾ ਪਏਗਾ ਜਦੋਂ ਤੱਕ ਸਰੀਰ ਹੈ ਰੱਖਣਾ, ਨਹੀਂ ਤਾਂ ਫਿਰ ਸਰੀਰ ਦਾ ਅੰਤ ਹੋ ਜਾਏਗਾ, ਬਿਮਾਰੀਆਂ ਘੇਰ ਲੈਣਗੀਆਂ, ਇਹਦੇ ਨਾਲ ਕੋਈ ਕੀ ਮਿਲੇਗਾ? ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਪਰਮਾਤਮਾ ਦੇ ਪਿਆਰਿਆਂ ਨੇ ਭੋਜਨ ਵੀ ਉਹਨਾਂ ਦਾ ਨਾਮ ਹੀ ਬਣ ਜਾਂਦਾ, ਪਹਿਨਣਾ ਕੱਪੜੇ ਵੀ ਭੋਜਨ ਹੀ ਨਾਮ ਹੀ ਹੈ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਮ ਦੁਆਰਾ ਹੀ ਮਨ 'ਚ ਰੰਗ ਆਨੰਦ ਹੈ। ਨਾਮ ਦੁਆਰਾ ਹੀ ਮਨ ਨੂੰ ਰੰਗ ਪ੍ਰੇਮ ਲੱਗਾ ਹੈ, ਅਤੇ ਨਾਮ ਦੁਆਰਾ ਹੀ ਚੋਜ। ਆਮ ਤੌਰ 'ਤੇ ਦੁਨੀਆ 'ਚ ਰਾਜੇ ਮਹਾਰਾਜੇ ਬੜੇ ਚੋਜ ਕਰਦੇ ਨੇ, ਕੌਤਕਾਂ ਦਾ ਨਾਮ ਹੈ। ਸੋ ਇਸ ਪ੍ਰਕਾਰ ਨਾਮ ਦੇ ਵਿੱਚ ਭਿੱਜੇ ਹੋਏ ਮਾਨਸਿਕ ਤੌਰ 'ਤੇ ਉਹ ਚੋਜ ਕਰਦੇ ਨੇ ਵਾਹਿਗੁਰੂ ਦੇ ਨਾਲ, ਰੰਗ ਰਲੀਆਂ ਮਨਾਉਂਦੇ ਨੇ, ਰਲੀਆਂ ਖੁਸ਼ੀਆਂ ਖੇੜਾ ਤਮਾਸ਼ੇ ਖੇਡ, ਉਹਨਾਂ ਦੇ ਰੰਗ ਤਮਾਸ਼ੇ, ਉਹਨਾਂ ਦੇ ਚੋਜ ਸਭ ਵਾਹਿਗੁਰੂ ਦਾ ਨਾਮ ਹੀ ਹੈ। ਨਾਉ ਨਾਨਕ ਕੀਨੇ ਭੋਗਾ ਜੀ। ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਨਾਮ ਨੂੰ ਹੀ ਆਪਣਾ ਭੋਗ ਬਣਾਇਆ ਹੋਇਆ। ਭੋਗ ਪਦਾਰਥਾਂ ਨੂੰ ਕਹਿੰਦੇ ਨੇ, ਪਦਾਰਥਾਂ ਦਾ ਭੋਗਣਾ, ਭੋਗਣਯੋਗ ਪਦਾਰਥ ਭੋਗ ਹਨ, ਅਤੇ ਜਿਹੜੀ ਭੋਗਾਂ ਨੂੰ ਖਾਣਾ ਪੀਣਾ ਇਹ ਭੋਗਣਾ ਕਿਰਿਆ ਹੈ। ਸੋ ਇਸ ਪ੍ਰਕਾਰ ਅਸੀਂ ਪਦਾਰਥਾਂ ਨੂੰ ਆਪਣਾ ਭੋਗ ਬਿਲਾਸ ਬਣਾਇਆ ਹੋਇਆ ਹੈ। ਮਾਝ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਹਨ। ਸਗਲ ਸੰਤਨ ਪਹਿ ਵਸਤ ਇੱਕ ਮੰਗੋ। ਦੇਖੋ ਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਰੱਬ ਦੇ ਪਿਆਰੇ ਸੰਤ ਜਨ, ਬੰਦਗੀ ਵਾਲੀਆਂ ਰੂਹਾਂ, ਗੁਰਮੁਖ ਜਨ ਮਿਲਣ ਅਤੇ ਉਹਨਾਂ ਕੋਲ ਆਪਣੇ ਰੋਣੇ ਨਹੀਂ ਰੋਣੇ ਚਾਹੀਦੇ। ਵੀ ਮੇਰਾ ਪੁੱਤ ਵਿਆਹੁਣ ਵਾਲਾ ਜੀ, ਧੀ ਵਿਆਹੁਣ ਵਾਲੀ ਜੀ, ਪੋਤੇ ਦਾ ਮੂੰਹ ਵੇਖਣਾ ਜੀ, ਆਓ ਇਹ ਸੰਸਾਰੀ ਗੱਲਾਂ। ਇੱਕ ਬਚਨ ਯਾਦ ਆਇਆ ਵੀ ਕੋਈ ਮਹਾਤਮਾ ਸਾਂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਉਹਨਾਂ ਕੋਲ ਦੁਨੀਆ ਆ ਕੇ ਬੈਠੀ ਰਿਹਾ ਕਰੇ ਅਤੇ ਆਪਣੇ ਰੋਣੇ ਲੋਕ ਰੋਇਆ ਕਰਨ। ਉਹਨਾਂ ਫਿਰ ਇੱਕ ਵਿਉਂਤ ਵਿਚਾਰੀ ਵੀ ਇਹ ਸੰਸਾਰੀ ਲੋਕ ਨਾ ਤਾਂ ਆਪ ਭਜਨ ਕਰਦੇ ਹਨ, ਨਾ ਸਾਨੂੰ ਕਰਨ ਦਿੰਦੇ, ਸਾਡੇ ਭਜਨ 'ਚ ਵੀ ਵਿਘਨ ਪਾਉਂਦੇ ਨੇ। ਇਹਨਾਂ ਨੂੰ ਆਪਣੇ ਤੋਂ ਦੂਰ ਕਰੀਏ, ਤਾਂ ਹੀ ਰੱਬ ਦੇ ਸੰਤ ਲੁਕ ਛੁਪ ਕੇ ਰਹਿਣਾ ਚਾਹੁੰਦੇ ਨੇ।
ਆਪਣੀ ਕੋਲ ਜਿਹੜੀਆਂ ਬਰਕਤਾਂ ਉਹ ਪ੍ਰਗਟ ਨਹੀਂ ਕਰਦੇ, ਛੁਪਾ ਕੇ ਰੱਖਦੇ, ਕਿਉਂਕਿ ਦੁਨੀਆ ਸੰਸਾਰ ਸਰੀਰਾਂ ਦੀ ਪੂਜਾ 'ਚ ਲੱਗ ਜਾਂਦਾ। ਅਤੇ ਉਹਨਾਂ ਮਹਾਂਪੁਰਸ਼ਾਂ ਨੇ ਫਿਰ ਇੱਕ ਵਿਉਂਤ ਸੋਚੀ, ਆਪਣੇ ਦਰਵਾਜ਼ੇ 'ਤੇ ਇੱਕ ਲੜਾਕੀ ਜੀ ਮਾਈ ਰੱਖ ਲਈ। ਉਦੋਂ ਥੋੜ੍ਹਾ ਦੂਰ ਇੱਕ ਉਹਨਾਂ ਨੇ ਮਾਰਨ ਖੰਡੀ ਗਊ ਮੰਗਵਾ ਕੇ ਬੰਨ੍ਹ ਲਈ, ਅਤੇ ਜਿਹੜਾ ਬਾਹਰਲਾ ਦਰਵਾਜ਼ਾ ਸੀ ਉੱਥੇ ਇੱਕ ਬੜਾ ਵਾਢੂ ਕੁੱਤਾ ਬੰਨ੍ਹ ਲਿਆ ਕੇ। ਜਦੋਂ ਲੋਕ ਆਉਣ ਤਾਂ ਕੁੱਤਾ ਗਲ ਪਏ, ਲੰਘਣ ਨੂੰ ਰਾਹ ਨਾ ਦੇਵੇ। ਅਤੇ ਲੋਕ ਜਿਹੜੇ ਹੋਸ਼ੇ ਸਨ, ਹੈ ਤਾਂ ਸੰਸਾਰੀ ਸਨ, ਸੰਤਾਂ ਦੇ ਪ੍ਰਤੀ ਸੱਚੀ ਸ਼ਰਧਾ ਰੱਖਣ ਵਾਲੇ ਹੈ ਹੀ ਨਹੀਂ ਸੀ, ਅਤੇ ਆਪਣੇ ਲੋੜਾਂ ਨੂੰ ਆਉਂਦੇ ਸੀ। ਉਹ ਮੰਦਾ ਚੰਗਾ ਬੋਲਦੇ ਚਲੇ ਜਾਣ ਵੀ ਇਹਦਾ ਸਾਧ ਦਾ ਇੱਥੋਂ ਕੀ ਲੋਕ ਲੈ ਚੱਲੇ ਨੇ, ਇਹਨੇ ਕੁੱਤਾ ਰੱਖ ਲਿਆ। ਉਹ ਦੁਨੀਆ ਹੁਣ ਘਟ ਗਈ, ਹਟ ਹੀ ਗਈ। ਇੱਕ ਕੋਈ ਜਗਿਆਸੂ ਸੀ, ਉਹਨੇ ਕਿਹਾ ਮੈਂ ਤਾਂ ਸੰਤਾਂ ਦੇ ਕੋਲ ਜ਼ਰੂਰ ਜਾਣਾ, ਰੱਬ ਦੀਆਂ ਗੱਲਾਂ ਸੁਣਨੀਆਂ। ਉਹਨੇ ਵਿਉਂਤ ਵਿਚਾਰ ਕੇ ਕੁੱਤੇ ਵਾਸਤੇ ਤਾਂ ਉਹਨੇ ਚੂਰੀ, ਘਿਓ ਖੰਡ ਦੀ ਗੁੜ ਦੀ ਚੂਰੀ ਬਣਾ ਲਈ। ਗਊ ਵਾਸਤੇ ਹਰਾ ਹਰਾ ਘਾਹ ਖੋਦ ਕੇ ਪੰਡ ਬੰਨ੍ਹ ਲਈ। ਜਿਹੜੀ ਲੜਾਕੀ ਮਾਈ ਸੀ ਉਹਦੇ ਵਾਸਤੇ ਉਹਨੇ ਤਿਉਰ ਬਣਾਈ, 3 ਕੱਪੜੇ ਅਤੇ 25 ਰੁਪਈਏ। ਆ ਗਿਆ, ਕੁੱਤਾ ਲੱਗਾ ਵੱਢਣ, ਭੌਂਕਣ ਲੱਗਾ, ਉਹਨੇ ਅੱਗੇ ਚੂਰੀ ਸੁੱਟੀ ਅਤੇ ਕੁੱਤਾ ਚੂਰੀ 'ਤੇ ਮਸਤ ਹੋ ਜਾਂਦਾ, ਪ੍ਰੇਮੀ ਬਣ ਜਾਂਦਾ। ਔਰ ਇਸ ਤਰ੍ਹਾਂ ਕੁੱਤਾ ਪੂਛ ਹਿਲਾਉਣ ਲੱਗ ਪਿਆ। ਅੱਗੇ ਲੰਘਿਆ, ਗਊ ਸੀ, ਗਊ ਅੱਗੇ ਘਾਹ ਸੁੱਟਿਆ ਅਤੇ ਗਊ ਵੀ ਘਾਹ ਖਾਣ 'ਚ ਮਸਤ ਹੋਈ। ਅਤੇ ਲੜਾਕੀ ਮਾਈ ਲੱਗੀ ਗਲ ਪੈਣ, ਉਹਨੂੰ ਵੀ ਉਹਨੇ ਭੇਟਾ ਅੱਗੇ ਰੱਖਤੀ, 25 ਰੁਪਈਏ ਅਤੇ ਕੱਪੜੇ, ਅਤੇ ਤੂੰ ਸੰਤਾਂ ਦੀ ਸੇਵਾਦਾਰ ਨਹੀਂ ਆ। ਮਾਈ ਨੇ ਅੱਗੇ ਲੰਘਾ ਦਿੱਤਾ। ਫਿਰ ਉਹ ਸੰਤ ਹੱਸ ਪਏ, ਕਹਿਣ ਲੱਗੇ ਆ ਬਾਈ ਗੁਰਮੁਖ ਪਿਆਰਿਆ, ਤੇਰੇ ਵਰਗਿਆਂ ਦੇ ਸਾਨੂੰ ਇਹ ਭਾਲ ਆ, ਰੱਬ ਦੀਆਂ ਗੱਲਾਂ ਕਰੀਏ, ਸੁਣ ਅਤੇ ਸੁਣਾ। ਸੋ ਇਸ ਪ੍ਰਕਾਰ ਸੰਤ ਮਿਲੈ ਕਿਛ ਸੁਣੀਏ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਇੱਕ ਹੋਰ ਬਚਨ ਹੈ, ਹੁਸ਼ਿਆਰਪੁਰ ਜ਼ਿਲ੍ਹੇ ਜਿਹੜਾ ਜਿਆਣ ਨਗਰ ਹੈ, ਉੱਥੇ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਰਹਿੰਦੇ ਰਹੇ ਨੇ। ਸੰਤ ਅਤਰ ਸਿੰਘ ਦੇ ਸਮਕਾਲੀ, ਉਹਨਾਂ ਤੋਂ ਬਾਅਦ ਸੰਤ ਰਤਨ ਸਿੰਘ ਜੀ ਹੋਏ ਨੇ। ਉਹਨਾਂ ਦੇ ਕੋਲ ਕਿਸੇ ਨਗਰ ਦਾ ਇੱਕ ਜੱਟ ਜ਼ਿਮੀਂਦਾਰ ਆ ਕੇ ਬਹਿ ਗਿਆ ਅਤੇ ਬੇਨਤੀਆਂ ਕਰਨ ਲੱਗਾ, ਜੀ ਗਰੀਬੀ ਬਹੁਤ ਹੈ, ਮਹਾਂਪੁਰਸ਼ੋਂ ਕੋ ਰੇਖ ਵਿੱਚ ਮੇਖ ਮਾਰੋ। ਅਤੇ ਉਹ ਸੰਤ ਬਹੁਤ ਉੱਚੇ ਅੰਦੀਏ ਵਾਲੇ ਸਨ। ਉਹ ਕਹਿਣ ਲੱਗੇ, ਭਗਤਾ ਸਾਡੇ ਕੋਲ ਤਾਂ ਧਨ ਦੌਲਤ ਨਹੀਂ ਜਿਹੜਾ ਤੈਨੂੰ ਦੇ ਦਈਏ, ਅਸੀਂ ਤਾਂ ਰੱਬ ਦਾ ਨਾਮ ਲੈਂਦੇ ਹਾਂ, ਤੂੰ ਵੀ ਪਰਮਾਤਮਾ ਦਾ ਨਾਮ ਲਿਆ ਕਰ। ਕਹਿਣ ਲੱਗਾ, ਜੀ ਸਾਥੋਂ ਤੁਹਾਡੀਆਂ ਰੀਸਾਂ ਥੋੜ੍ਹਾ ਹੋ ਸਕਦੀਆਂ, ਤੁਸੀਂ ਸੰਤ ਹੋਏ, ਅਸੀਂ ਸੰਸਾਰੀ ਬੰਦੇ, ਰੱਬ ਦਾ ਨਾਮ ਕਿੱਥੇ ਲਿਆ ਜਾਂਦਾ, ਸਾਡੇ ਕੋਲੋਂ ਵੇਲ ਹੀ ਨਹੀਂ ਮਿਲਦਾ। ਅਤੇ ਮਹਾਂਪੁਰਸ਼ ਕਹਿਣ ਲੱਗੇ, ਤੈਨੂੰ ਅਸਲ ਵਿੱਚ ਅਸੀਂ ਨਾਮ ਦੀ ਸ਼ਕਤੀ ਵਿਖਾਉਂਦੇ ਹਾਂ। ਕਹਿੰਦਾ, ਜੀ ਵਿਖਾ ਦਿਓ। ਕਿਉਂਕਿ ਉਹਨੂੰ ਯਕੀਨ ਨਹੀਂ ਸੀ ਆਉਣਾ, ਰੱਬ ਦੇ ਨਾਮ 'ਤੇ ਯਕੀਨ ਨਹੀਂ ਆਉਂਦਾ ਲੋਕਾਂ ਨੂੰ, ਪਰਮਾਤਮਾ ਦੇ ਗੁਰੂ ਦੇ ਸ਼ਬਦ ਅਤੇ ਬਾਣੀ 'ਤੇ ਯਕੀਨ ਨਹੀਂ ਹੈ। ਅਸੀਂ ਤੁਰਿਆ ਫਿਰਦਾ ਸਰੀਰਕ ਤੌਰ 'ਤੇ ਰੱਬ ਭਾਲਦੇ ਹਾਂ ਵੀ ਵਿਅਕਤੀ ਕੋਈ ਮਿਲੇ, ਜਾਂ ਫਿਰ ਪੱਥਰਾਂ ਦੀ, ਕਬਰਾਂ ਮੜੀਆਂ ਮੱਟਾਂ ਦੀ ਪੂਜਾ ਅਤੇ ਜਾਂ ਸਰੀਰਾਂ ਦੀ ਪੂਜਾ। ਉਹ ਮਹਾਂਪੁਰਸ਼ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸਨ। ਤਾਂ ਉਹਨਾਂ ਨੇ ਕਿਹਾ ਵੀ ਹੁਣੇ ਸਾਡੇ ਮਨ 'ਚ ਫੁਰਨਾ ਆਇਆ ਕਿ ਸੇਬ ਛਕੀਏ, ਅਤੇ ਤੇਰੇ ਸਾਹਮਣੇ ਅਸੀਂ ਬੈਠੇ ਹਾਂ, ਕੋਈ ਅਸੀਂ ਆਵਾਜ਼ ਨਹੀਂ ਮਾਰਨੀ, ਕਿਸੇ ਨੂੰ ਕੁਛ ਨਹੀਂ ਕਹਿਣਾ। ਥੋੜ੍ਹੇ ਸਮੇਂ ਬਾਅਦ ਸੇਬ ਇੱਥੇ ਪਹੁੰਚ ਜਾਣਗੇ। ਇਹ ਪਰਮਾਤਮਾ ਦੇ ਨਾਮ ਦੀ ਸ਼ਕਤੀ ਹੈ, ਤੈਨੂੰ ਵਿਖਾ ਦਿੰਦੇ। ਅਤੇ ਠੀਕ ਹੀ 10-15 ਮਿੰਟਾਂ 'ਚ ਇੱਕ ਬੰਦਾ ਸੇਬ ਲੈ ਕੇ ਆਇਆ, ਔਰ ਕਿੰਨੇ ਸਾਰੇ ਸੇਬ ਸੀ। ਕਹਿੰਦੇ, ਇਹਨੂੰ ਪੁੱਛ ਲਾ ਵੀ ਇਹ ਸੇਬ ਕਿਵੇਂ ਲਿਆਇਆ, ਇਹਨੂੰ ਕੋਈ ਸੁਨੇਹਾ ਤਾਂ ਨਹੀਂ ਦਿੱਤਾ ਕਿਸੇ ਨੇ। ਪੁੱਛਿਆ, ਕਹਿਣ ਲੱਗਾ, ਜੀ ਮੈਂ ਤਾਂ ਵੈਸੇ ਹੀ ਇੱਥੇ ਬੱਸ ਤੋਂ ਉਤਰਿਆ ਸੀ, ਅਤੇ ਮੈਂ ਕਿਹਾ ਹੁਣ ਘਰੋਂ ਤਾਂ ਨਿਕਲੇ ਹੀ ਹਾਂ, ਅਤੇ ਸੰਤ ਜੀ ਦੇ ਦਰਸ਼ਨ ਕਰ ਚੱਲੀਏ, ਮਿਲ ਚੱਲੀਏ, ਫਤਿਹ ਬੁਲਾ ਚੱਲੀਏ। ਅਤੇ ਮੇਰੇ ਮਨ 'ਚ ਧੂਹ ਪੈਣ ਲੱਗ ਪਈ, ਅਤੇ ਜਿਵੇਂ ਮਨ ਅੰਦਰੋਂ ਹੀ ਕੋਈ ਕਹਿ ਰਿਹਾ ਵੀ ਸੇਬ ਲੈ ਕੇ ਚਲੋ, ਸੰਤਾਂ ਨੂੰ ਸੇਬ ਬੜੇ ਪਸੰਦ ਨੇ। ਅਤੇ ਮੈਨੂੰ ਆਹ ਸੇਬ ਮਿਲ ਗਏ, ਉੱਥੋਂ ਮੈਂ ਸੇਬ ਖਰੀਦ ਕੇ ਲੈ ਆਇਆ। ਮਹਾਂਪੁਰਸ਼ ਕਹਿਣ ਲੱਗੇ, ਜਿਸ ਦਾ ਅਸੀਂ ਭਜਨ ਕਰਦੇ ਹਾਂ ਉਹ ਕਣ ਕਣ ਵਿੱਚ ਮੌਜੂਦ ਹੈ, ਅਤੇ ਉਸੇ ਨੇ ਇਹਨੂੰ ਅੰਦਰੋਂ ਪ੍ਰੇਰਨਾ ਦਿੱਤੀ ਕਿ ਸੇਬ ਲੈ ਕੇ ਜਾ, ਅਤੇ ਉਹਨੇ ਸਾਡੀ ਇੱਛਾ ਪੂਰੀ ਕਰ ਦਿੱਤੀ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਨਾਲ ਚਿੱਤ ਜੋੜਨਾ ਚਾਹੀਦਾ। ਲੋਕ ਪਰਲੋਕ ਵਿੱਚ ਵਾਹਿਗੁਰੂ ਦਾ ਨਾਮ ਸਹਾਈ ਹੁੰਦਾ। ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਵੱਡੀ ਦਾਤ ਹੈ। ਇਹੀ ਸਤਿਗੁਰੂ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਸਗਲ ਸੰਤਨ ਪਹਿ ਵਸਤ ਇੱਕ ਮੰਗੋ। ਸਾਰੇ ਜਿਹੜੇ ਰੱਬ ਦੇ ਸੰਤ ਨੇ ਭਾਈ, ਮੈਂ ਉਹਨਾਂ ਅੱਗੇ ਬੇਨਤੀ ਕਰਕੇ ਉਹਨਾਂ ਦੇ ਪਾਸੋਂ ਇੱਕ ਵਸਤੂ ਮੈਂ ਮੰਗਦਾ ਹਾਂ।
ਕਰੋ ਬੇਨੰਤੀ ਮਾਨ ਤਿਆਗੋ। ਮੈਂ ਮਾਣ ਤਿਆਗ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਜਾਂ ਕਰਾਂਗਾ। ਵਾਰ ਵਾਰ ਜਾਈ ਲੱਖ ਵਰੀਆ, ਲੱਖਾਂ ਵਾਰੀ ਮੈਂ ਵਾਰਨੇ ਸਦਕੇ ਕੁਰਬਾਨ ਜਾਵਾਂਗਾ। ਦੇਹੋ ਸੰਤਨ ਕੀ ਧੂਰਾ ਜੀਓ। ਹੇ ਵਾਹਿਗੁਰੂ ਜੀ, ਮੈਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜੀ ਬਖਸ਼ ਦਿਓ। ਐਸਾ ਸਬੱਬ ਬਣਾਓ ਕਿ ਤੇਰੇ ਸੰਤਾਂ ਦੀ ਚਰਨ ਧੂੜ ਮੈਨੂੰ ਮਿਲ ਜਾਏ। ਕਿਉਂਕਿ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਇੱਥੇ ਤਾਂ ਧੂੜੀ ਮੰਗਣ ਦਾ ਬਚਨ ਹਜ਼ੂਰ ਨੇ ਕੀਤਾ, ਉੱਥੇ ਬਚਨ ਕੀਤਾ ਵੀ ਮੈਨੂੰ ਧੂੜ ਬਣਾ ਦਿਓ ਸੰਤਾਂ ਦੀ, ਸੰਤ ਜਨਾਂ ਦੀ ਧੂੜੀ ਬਣ ਜਾਵਾਂ ਮੈਂ। ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ। ਸੰਤ ਜਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰੀਏ ਤੇ ਵਾਹਿਗੁਰੂ ਪਰਮਾਤਮਾ ਸਾਈਂ ਜੀ ਕਿਰਪਾਲੂ ਦਿਆਲੂ ਹੋ ਜਾਂਦੇ ਨੇ। ਤੁਮ ਦਾਤੇ ਤੁਮ ਪੁਰਖ ਵਿਦਾਤੇ। ਵਾਹਿਗੁਰੂ ਦੇ ਚਰਨਾਂ 'ਚ ਬੇਨਤੀ, ਮਹਾਰਾਜ ਤੁਸੀਂ ਬਹੁਤ ਵੱਡੇ ਦਾਤੇ ਹੋ, ਸਾਰੀ ਸ੍ਰਿਸ਼ਟੀ ਸੰਸਾਰ ਦੇ ਦਾਤੇ ਹੋ। ਤੁਸੀਂ ਪੁਰਖ ਪੂਰਨ ਹੋ, ਇੱਕੋ ਇੱਕ ਪੁਰਖ ਹੋ, ਬਾਕੀ ਸਭ ਜੀਵ ਇਸਤਰੀਆਂ ਦੇ ਨਿਆਈ ਪਰਤੰਤਰ ਹਨ। ਤੁਸੀਂ ਸੁਤੰਤਰ ਮਾਲਕ ਹੋ, ਇਸ ਕਰਕੇ ਪੁਰਖ ਹੋ ਤੇ ਪੂਰਨ ਹੋ। ਵਿਦਾਤੇ, ਵਿਦਾਤਾ ਇੱਕ ਤਾਂ ਹੁੰਦਾ ਲੇਖ ਲਿਖਣ ਵਾਲਾ, ਜਿਹੜਾ ਉਹਨੂੰ ਵਿਦਾਤਾ ਕਿਹਾ ਜਾਂਦਾ ਹੈ। ਦੂਸਰਾ ਅਰਥ ਹੈ ਕਰਮਾਂ ਦੇ ਅਨੁਸਾਰ ਫਲ ਪ੍ਰਦਾਤਾ, ਸਾਡੇ ਕਰਮਾਂ ਦਾ ਫਲ ਭੁਗਤਾਉਣ ਵਾਲਾ। ਇਹ ਵਾਹਿਗੁਰੂ ਜੀ, ਤੁਸੀਂ ਹੀ ਕਰਮਾਂ ਦਾ ਫਲ ਭੁਗਤਾਉਣ ਵਾਲੇ, ਲੇਖ ਭਾਗ ਲਿਖਣ ਵਾਲੇ ਹੋ। ਤੁਮ ਸਮਰੱਥ ਸਦਾ ਸੁਖ ਦਾਤੇ। ਤੁਸੀਂ ਸਭ ਕੁਛ ਕਰਨ ਦੇ ਸਮਰੱਥ ਹੋ। ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਪ੍ਰਭੂ ਸਭ ਕੁਝ ਕਰਨ ਦੇ ਯੋਗ ਹੈ, ਤੁਸੀਂ ਸਮਰੱਥ ਹੋ ਮਹਾਰਾਜ, ਤੁਸੀਂ ਕੀ ਨਹੀਂ ਕਰ ਸਕਦੇ। ਸਦਾ ਵਾਸਤੇ ਸੁੱਖਾਂ ਦੇ ਦਾਤੇ ਹੋ ਦਾਤਾ ਜੀ। ਸਭ ਕੋ ਤੁਮ ਹੀ ਤੇ ਵਰਸਾਵੈ। ਸਭ ਕੋਈ ਤੁਮ ਹੀ, ਤੁਹਾਡੇ ਦੁਆਰਾ ਹੀ ਫਲ ਪ੍ਰਾਪਤ ਕਰਦਾ ਹੈ। ਵਰਸਾਉਣਾ, ਲਾਭ ਪ੍ਰਾਪਤ ਹੋਣਾ, ਫਲ ਪ੍ਰਾਪਤ ਕਰਨਾ, ਤੁਹਾਡੇ ਤੋਂ ਹੀ ਸਭ ਕੋਈ ਫਲ ਪ੍ਰਾਪਤ ਕਰਦਾ ਹੈ, ਵਰਸਾਇਆ ਜਾਂਦਾ ਹੈ, ਲਾਭ ਪਾਤਰ ਬਣਦਾ। ਅਵਸਰ ਕਰੋ ਹਮਾਰਾ ਪੂਰਾ ਜੀਓ। ਅਵਸਰ ਦਾ ਅਰਥ ਹੈ ਮੌਕਾ। ਮੌਕਾ ਇਹ ਮਨੁੱਖਾ ਦੇਈ। ਇਹ ਅਵਸਰ ਮੌਕਾ ਹੈ ਪ੍ਰਮਾਤਮਾ ਦੀ ਬੰਦਗੀ ਕਰਕੇ ਜੀਵਨ ਸਫਲਾ ਕਰਨ ਲਈ ਮਿਲਿਆ, ਪ੍ਰਮਾਤਮਾ ਦੇ ਨਜ਼ਦੀਕ ਹੋਣ ਲਈ ਅਵਸਰ ਮੌਕਾ ਮਿਲਿਆ। ਤਾਂ ਇਹ ਅਵਸਰ ਕਰੋ ਹਮਾਰਾ, ਸਾਡਾ ਮੌਕਾ ਸਮਾਂ ਜਿਹੜਾ ਪੂਰਾ ਕਰ ਦਿਓ। ਮਤਲਬ ਕਿ ਇਹ ਜਿਹੜੀ ਮਨੁੱਖਾ ਜਨਮ ਦੀ ਉਮਰ ਸਾਨੂੰ ਮਿਲੀ ਆ ਨਾ, ਇਹ ਅਵਸਰ ਮੌਕਾ ਜਿਹੜਾ ਮਿਲਿਆ ਹੈ, ਇਹ ਸਫਲਾ ਕਰ ਦਿਓ, ਪੂਰਨ ਤੌਰ 'ਤੇ ਸਫਲਾ ਹੋ ਜਾਏ ਸਾਡਾ ਜੀਵਨ, ਯਾਤਰਾ ਸਫਲੀ ਹੋ ਜਾਏ। ਦਰਸ਼ਨ ਤੇਰਾ ਭਵਨ ਪੁਨੀਤਾ। ਜਿਨ੍ਹਾਂ ਤੇਰੇ ਸੰਤ ਜਨਾਂ ਨੇ ਤੁਹਾਡੇ ਦਰਸ਼ਨ ਕਰਕੇ, ਦਰਸ਼ਨਾਂ ਦੁਆਰਾ ਆਪਣੇ ਸਰੀਰਾਂ ਰੂਪੀ ਭਵਨਾਂ ਘਰਾਂ ਨੂੰ ਪਵਿੱਤਰ ਕਰ ਲਿਆ। ਕਿਉਂਕਿ ਜਿਸ ਹਿਰਦੇ 'ਚ ਦਰਸ਼ਨ ਹੋਣ, ਉਹ ਹਿਰਦਾ, ਉਹ ਸਰੀਰ ਪੁਨੀਤ ਪਵਿੱਤਰ ਹੋ ਜਾਂਦਾ। ਦਰਸ਼ਨ ਤੇਰਾ ਭਵਨ ਪੁਨੀਤਾ। ਤੇਰੇ ਤੁਹਾਡੇ ਦਰਸ਼ਨਾਂ ਦੁਆਰਾ ਜਿਨ੍ਹਾਂ ਨੇ ਭਵਨ, ਇਹ ਸਰੀਰ ਕਾਇਆ ਰੂਪੀ ਭਵਨ ਘਰ ਪੁਨੀਤ ਪਵਿੱਤਰ ਕਰ ਲਿਆ ਹੈ। ਆਤਮ ਗੜ ਬਿਖਮ ਤਿਨਾ ਹੀ ਜੀਤਾ। ਇੱਥੇ ਆਤਮ ਦਾ ਅਰਥ ਮਨ ਹੈ। ਮਨ ਰੂਪੀ ਗੜ ਕਿਲਾ ਜੋ ਬਿਖਮ ਕਠਨ ਸੀ, ਉਹਨਾਂ ਨੇ ਜਿੱਤਿਆ ਹੈ। ਭਗਤ ਕਬੀਰ ਜੀ ਨੇ ਬਚਨ ਕੀਤਾ ਹੈ ਕਿ ਕਿਉਂ ਲੀਜੈ ਗੜ ਬੰਕਾ ਭਾਈ। ਇਹ ਭਾਈ, ਇਹ ਜਿਹੜਾ ਬੰਕਾ ਪੱਕਾ ਕਿਲਾ ਸਰੀਰ ਹੈ ਨਾ, ਇਹਨੂੰ ਕਿਵੇਂ ਜਿੱਤਿਆ ਜਾਏ। ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਜਿਹੜੀ ਦੁਬਿਧਾ ਹੈ, ਦੁਚਿੱਤਾਪਣ ਹੈ, ਇਹ ਕੋਟ ਦੁਆਲੇ ਉਸਰਿਆ ਹੋਇਆ, ਭਾਵ ਕੰਧਾਂ ਉਸਰੀਆਂ ਹੋਈਆਂ ਪੱਕੀਆਂ। ਅਤੇ ਪੁਰਾਣੇ ਸਮੇਂ 'ਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਕਿਲ੍ਹਿਆਂ ਦੇ ਬਾਹਰ ਵੱਡੀਆਂ ਵੱਡੀਆਂ ਖਾਈਆਂ ਪੁੱਟ ਕੇ ਪਾਣੀ ਨਾਲ ਭਰੀਆਂ ਹੁੰਦੀਆਂ ਸਨ ਕਿ ਦੁਸ਼ਮਣ ਕਿਲ੍ਹੇ ਦੀ ਕੰਧ ਦੇ ਨੇੜੇ ਨਾ ਆ ਸਕੇ। ਤੇਵਰ ਜਿਹੜੇ ਮਾਇਆ ਦੇ 3 ਗੁਣ ਹਨ, ਇਹ ਖਾਈ ਬਣੀ ਹੋਈ ਹੈ। ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। 5 25 ਮੋਹ ਮਦ ਮਤਸਰ। 5 ਤੱਤ ਸਰੀਰ ਦੇ ਅਤੇ 25 ਪ੍ਰਕਿਰਤੀਆਂ ਹਨ ਬਣੀਆਂ। 5 ਤੱਤਾਂ ਤੋਂ ਅੱਗੇ 5 ਪ੍ਰਕਿਰਤੀਆਂ, ਸੁਭਾਅ ਜਿਹੜੇ ਨਾ 5 ਤੱਤਾਂ ਦੇ। ਮੋਹ ਮਦ ਮਤਸਰ। ਮੋਹ ਮਦ ਹੰਕਾਰ, ਮਤਸਰ ਈਰਖਾ, ਆਡੀ ਪ੍ਰਬਲ ਮਾਇਆ। ਅਤੇ ਉਹ ਖਾਈ ਦੀਆਂ ਜਿਹੜੀਆਂ ਓਟਾਂ ਹਨ ਨਾ, ਆਡਾਂ, ਉਹ ਪ੍ਰਬਲ ਜਿਹੜੀ ਮਾਇਆ, ਬੜੇ ਬਲ ਵਾਲੀ, ਇਹ ਓਟੇ ਬਣੇ ਹੋਏ ਨੇ।
ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨ ਪਹੁੰਚੈ। ਮੈਂ ਚਾਹੁੰਦਾ ਤਾਂ ਹਾਂ ਇਹ ਕਿਲਾ ਜਿੱਤਣਾ, ਪਰ ਵਾਹਿਗੁਰੂ ਜੀ ਇਹ ਤੇਰਾ ਜਨ ਦਾਸ ਸੇਵਕ ਬੜਾ ਗਰੀਬ ਹੈ, ਇਹਦਾ ਕੋਈ ਜ਼ੋਰ ਨਹੀਂ ਪਹੁੰਚਦਾ ਇਸ ਕਿਲੇ ਤੱਕ। ਕਹਾਂ ਕਰੋ ਰਘੁਰਾਇਆ। ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਮੈਂ ਕੀ ਕਰਾਂ, ਕਿੱਥੇ ਜਾ ਕੇ ਬੇਨਤੀ ਕਰਾਂ, ਕਿਹਦੇ ਅੱਗੇ ਰੋਣਾ ਰੋਵਾਂ, ਕਿਹਦੀ ਸਹਾਇਤਾ ਲਵਾਂ। ਕਹਾਂ ਕਰੋ ਰਘੁਰਾਇਆ। ਫਿਰ ਕਹਿੰਦੇ ਨੇ ਸਵਾਦ ਸਨਾਹ ਟੂਪ ਮਮਤਾ ਕੋ। ਇਹ ਜਿਹੜਾ ਮਨ ਵਿੱਚ ਬੈਠਾ ਨਾ ਆਕੀ ਰਾਜਾ ਬਣ ਕੇ, ਕਾਮ ਕਿਵਾਰੀ, ਕਾਮ ਕਿਵਾਰੀ ਦੁੱਖ ਸੁਖ ਦਰਬਾਨੀ। ਕਾਮ ਰੂਪੀ ਕਿਵਾੜੀ ਤਖਤੇ ਨੇ, ਦੁੱਖ ਤੇ ਸੁਖ ਦੋ ਦਰਬਾਨ 'ਚ ਹੀ ਨੇ। ਪਾਪ ਪੁੰਨ ਦਰਵਾਜ਼ਾ, ਪਾਪ ਤੇ ਪੁੰਨ ਦਾ ਦਰਵਾਜ਼ਾ ਦਰ ਹੈ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਵੱਡਾ ਝਗੜਾਲੂ ਕ੍ਰੋਧ ਇਹ ਸੈਨਾਪਤੀ ਮਾਲਕ ਬਣ ਕੇ ਬੈਠਾ, ਪ੍ਰਧਾਨ ਬਣਿਆ ਹੋਇਆ ਇਸ ਕਿਲੇ ਦਾ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਤਹਿ ਮਨ ਮਵਾਸੀ ਰਾਜਾ। ਇੱਥੇ ਮਨ ਆਕੀ ਰਾਜਾ ਬਣ ਕੇ ਸਰੀਰ 'ਚ ਬੈਠਾ ਹੈ। ਫਿਰ ਕੀ ਸਵਾਦ ਸਨਾਹ, ਜਿਹੜਾ ਸਵਾਦਾਂ 'ਚ ਲੱਗਾ ਨਾ, ਮਨ ਸੋਨੇ ਸਵਾਦ ਚੱਖਦਾ, ਇਹਨੇ ਸੰਜੋ ਪਹਿਨੀ ਹੋਈ। ਟੋਪ ਮਮਤਾ ਕੋ, ਤੇ ਜਿਹੜੀ ਮਮਤਾ ਪਦਾਰਥਾਂ ਦੀ, ਸਰੀਰਾਂ ਦੀ ਪਕੜ ਜਕੜ ਮੇਰ, ਇਹਨੇ ਟੋਪਾ ਵੱਡਾ ਸਾਰਾ ਹੈਲਮਟ ਪਹਿਨਿਆ ਹੋਇਆ, ਲੋਹੇ ਦਾ ਟੋਪਾ ਪਹਿਨਿਆ ਹੋਇਆ। ਟੋਪ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ। ਤੇ ਜਿਹੜੀ ਖੋਟੀ ਬੁੱਧ ਹੈ ਨਾ, ਖੋਟੀ ਮੱਤ ਨੇ ਧਾਰਨ ਕੀਤੀ, ਇਹ ਕਮਾਨ ਸਿੰਨ ਕੇ ਬੈਠਾ, ਇਹ ਧਨੁਸ਼ਾ ਦੇ ਪਾਸ। ਤ੍ਰਿਸ਼ਨਾ ਤੀਰ ਰਹੇ ਘਟ ਭੀਤਰ, ਇਉਂ ਗੜ ਲਿਓ ਨਾ ਜਾਏ। ਤੇ ਜਿਹੜੀ ਤ੍ਰਿਸ਼ਨਾ ਹੈ, ਵਿਕਾਰਾਂ ਪਦਾਰਥਾਂ ਦੀ ਤ੍ਰਿਸ਼ਨਾ ਤੇ ਅੰਦਰ, ਇਹ ਤੀਰ ਹਨ, ਇਹ ਤੀਰ ਸਿੰਨ ਕੇ ਬੈਠਾ ਮਨ ਆਕੀ ਰਾਜਾ। ਇਸ ਤਰ੍ਹਾਂ ਦਾ ਇੱਕ ਕਿਲਾ ਮੈਥੋਂ ਫਤਿਹ ਨਹੀਂ ਹੋ ਰਿਹਾ। ਫਿਰ ਗੁਰੂ ਮਹਾਰਾਜ ਭਗਤ ਕਬੀਰ ਜੀ ਦੇ ਰਸਨਾਂ ਦੁਆਰਾ ਉਪਦੇਸ਼ ਦਿੰਦੇ ਨੇ, ਪ੍ਰੇਮ ਪਲੀਤਾ, ਪ੍ਰੇਮ ਦਾ ਪਲੀਤਾ। ਸੁਰਤ ਹਵਾਈ, ਸੁਰਤ ਵਾਹਿਗੁਰੂ ਵੱਲ ਨੂੰ ਲਾਉਣੀ, ਇਹ ਹਵਾਈ ਬਣਾਉਣੀ ਹੈ। ਹਵਾਈ ਚਲਾਈ ਜਾਂਦੀ ਹੈ ਨਾ, ਆਤਿਸ਼ਬਾਜ਼ੀ, ਅੱਗ ਲਾ ਕੇ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ, ਗੁਰੂ ਦੇ ਬਖਸ਼ੇ ਗਿਆਨ ਦਾ ਗੋਲਾ। ਸੋ ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਬ੍ਰਹਮ ਅਭਿਆਸ ਦੀ ਜਗਨੀ। ਸਾਰੀ ਸ੍ਰਿਸ਼ਟੀ 'ਚ ਬ੍ਰਹਮ ਦੀ ਜੋਤ ਨੂੰ ਤੱਕਣ ਦਾ ਯਤਨ ਕਰਨਾ, ਅਭਿਆਸ ਕਰਨਾ, ਇਹ ਬ੍ਰਹਮ ਅਭਿਆਸ ਦੀ ਜਗਨੀ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਚੰਗੀ ਤਰ੍ਹਾਂ ਪ੍ਰਜਵਲਿਤ ਕੀਤੀ ਬ੍ਰਹਮ ਅਗਨੀ। ਬ੍ਰਹਮ ਵਿਦਿਆ ਨੂੰ ਧਾਰਨ ਕਰਕੇ ਇਹ ਅੱਗ ਬਾਲੀ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋਟ ਸਜਾਇਆ। ਜਦੋਂ ਇਸ ਗੋਲੇ ਦੀ ਇੱਕ ਚੋਟ ਵੱਜੀ ਨਾ, ਸੱਟ ਵੱਜੀ, ਤੇ ਕਿਲਾ ਫਿਰ ਕੰਧ ਜਿਹੜੀ ਸੀ ਉਹਦੀਆਂ ਪਾਟ ਗਈ। ਇੱਕ ਹੈ ਚੋਟ ਸਜਾਇਆ, ਤੇ ਜਦੋਂ ਕੰਧ ਤੋੜ ਦਿੱਤੀ ਜਾਏ ਤੇ ਫਿਰ ਹੱਥੋਂ ਹੱਥੀ ਦਾ ਜੰਗ ਹੁੰਦਾ। ਸਤ ਸੰਤੋਖ ਲੈ ਲੜਨੇ ਲੱਗਾ, ਸਤ ਸੰਤੋਖ ਰੂਪੀ ਸ਼ੁਭ ਗੁਣਾ ਰੂਪੀ ਸ਼ਸਤਰ ਲੈ ਕੇ ਫਿਰ ਲੜਨ ਲੱਗਾ ਮੈਂ। ਤੋਰੇ ਦੋਏ ਦਰਵਾਜ਼ਾ, ਜਿਹੜੇ ਦੋ ਦਰਵਾਜ਼ੇ ਸੀ ਨਾ ਪਾਪ ਤੇ ਪੁੰਨ ਦੇ, ਇਹ ਤੋੜ ਦਿੱਤੇ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਸਾਧ ਸੰਗਤ ਵਿੱਚ ਵਸਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਵੱਲ ਧਿਆਨ ਰੱਖਿਆ ਸੀ। ਓਟ ਗੁਰਾਂ ਦੀ ਕਿਰਪਾ ਦੀ ਲਈ, ਗੁਰਾਂ ਦੀ ਕਿਰਪਾ ਰੂਪੀ ਓਟ ਦੁਆਰਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜੇ ਹੋ ਗੜ ਕੋ ਰਾਜਾ। ਇਸ ਗੜ ਕਿਲੇ ਦਾ ਰਾਜਾ ਮਨ ਜਿਹੜਾ ਸੀ ਫਿਰ ਪਕੜ ਲਿਆ, ਇਹ ਵੱਡਾ ਆਕੀ ਬਣਿਆ ਹੋਇਆ ਸੀ। ਪਕੜਿਓ ਗੜ ਕੋ ਰਾਜਾ, ਸ਼ਕਤ ਸਿਮਰਨ ਕੀ, ਸਾਧ ਸੰਗਤ ਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਤੇ ਕੱਟੀ ਕਾਲ ਪੈ ਫਾਸੀ। ਸੋ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਭੀੜ ਵਿੱਚ ਰਹਿ ਕੇ ਸ਼ਕਤੀ ਸਿਮਰਨ ਦੀ ਤੇ ਕਾਲ ਦੀ ਫਾਈ ਨੂੰ, ਕਾਲ ਦੇ ਭੈ ਨੂੰ ਕੱਟ ਲਿਆ। ਦਾਸ ਕਮੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਿਨਾਸੀ। ਸੋ ਇਸ ਪ੍ਰਕਾਰ ਭਗਵਤ ਭੀਰ, ਭਗਵੰਤ ਪਰਮਾਤਮਾ ਦੇ ਪਿਆਰਿਆਂ ਦੀ ਭੀੜ ਯਾਨੀ ਸਾਧ ਸੰਗਤ, ਭਗਵਤ ਭੀਰ ਸ਼ਕਤ ਸਿਮਰਨ ਕੀ, ਸ਼ਕਤੀ ਸਿਮਰਨ ਦੀ ਜਾਂ ਸ਼ਕਤੀ ਨਾਮ ਬਰਛੀ ਦਾ। ਕੱਟੀ ਕਾਲ ਭੈ ਫਾਸੀ, ਕਾਲ ਦਾ ਭੈ ਤੇ ਫਾਈ ਇਹ ਕੱਟ ਦਿੱਤੀ। ਦਾਸ ਕਮੀਰ ਚੜ੍ਹਿਓ ਗੜ ਉੱਪਰ, ਭਗਤ ਕਬੀਰ ਜੀ ਕਹਿੰਦੇ ਮੈਂ ਦਾਸ ਹੁਣ ਇਸ ਗੜ ਕਿਲੇ ਦੇ ਉੱਪਰਲੇ ਸਿਰੇ 'ਤੇ ਚੜ੍ਹ ਗਿਆ ਤੇ ਉੱਥੇ ਜਿੱਤ ਦਾ ਝੰਡਾ ਗੜ ਦਿੱਤਾ, ਅਬਿਨਾਸੀ ਰਾਜ ਪ੍ਰਾਪਤ ਕੀਤਾ, ਨਾਸ ਤੋਂ ਰਹਿਤ। ਇਸ ਪ੍ਰਕਾਰ ਦਾ ਉਪਦੇਸ਼ ਸਤਿਗੁਰੂ ਮਹਾਰਾਜ ਦੇ ਰਹੇ ਨੇ
ਕਿ ਹੇ ਵਾਹਿਗੁਰੂ ਜੀ, ਆਤਮਗੜ ਬਿਖਮ, ਬਿਖਮ ਮਾਨੇ ਕਠਨ, ਉਹ ਕਠਨ ਜਿਹੜਾ ਕਿਲਾ ਸੀ ਮਨ, ਇਹ ਉਹਨਾਂ ਜਿੱਤਿਆ ਜਿਨ੍ਹਾਂ ਨੇ ਤੇਰੇ ਦਰਸ਼ਨ ਕਰਕੇ ਇਸ ਭਵਨ ਸਰੀਰ ਨੂੰ ਪਵਿੱਤਰ ਕਰ ਲਿਆ। ਤੁਮ ਦਾਤੇ ਤੁਮ ਪੁਰਖ ਵਿਦਾਤੇ, ਤੁਧ ਜੇਵੜ ਅਵਰਨਾ ਸੂਰਾ ਜੀਓ। ਤੁਸੀਂ ਦਾਤੇ ਹੋ, ਤੁਸੀਂ ਪੂਰਨ ਹੋ, ਤੁਸੀਂ ਫਲ ਪ੍ਰਦਾਤੇ ਹੋ, ਲੇਖ ਭਾਗ ਲਿਖਣ ਵਾਲੇ ਤੁਸੀਂ ਹੋ। ਤੁਧ ਜੇਵੜ, ਤੁਹਾਡੇ ਜਿੱਡਾ ਅਵਰਨਾ ਸੂਰਾ ਜੀ, ਤੁਹਾਡੇ ਜਿਹੜਾ ਵੱਡਾ ਹੋਰ ਅਵਰ ਕੋਈ ਸੂਰਾ ਸੂਰਮਾ ਨਹੀਂ ਹੈ ਸੱਚੇ ਪਾਤਸ਼ਾਹ, ਜਿਹਦੀ ਸਹਾਇਤਾ ਲਈਏ, ਜਿਹਦੀ ਓਟ ਲਈਏ, ਤੁਸੀਂ ਹੀ ਸੂਰਮੇ ਹੋ। ਰੇਨ ਸੰਤਨ ਕੀ ਮੇਰਾ ਮੁਖ ਲੱਗੀ, ਤੇਰੀ ਬਖਸ਼ਿਸ਼ ਹੋਈ ਤਾਂ ਤੇਰੇ ਸੰਤ ਮਿਲੇ, ਔਰ ਤੂੰ ਮੇਰੇ ਮਨ ਅੰਦਰ ਉਹਨਾਂ ਪ੍ਰਤੀ ਭਾਵਨਾ ਬਣਾਈ ਤਾਂ ਤੇਰੇ ਸੰਤ ਜਨਾਂ ਦੀ ਚਰਨ ਧੂੜੀ ਮੇਰੇ ਮੁਖ ਮਸਤਕ ਤੇ ਲੱਗੀ। ਦੁਰਮਤ ਬਿਨਸੀ ਕਬੁੱਧ ਅਭਾਗੀ, ਖੋਟੀ ਮਤ ਨਾਸ ਹੋਈ। ਕਬੁੱਧ ਭੈੜੀ ਅਕਲ ਜਿਹੜੀ ਸੀ, ਬੁੱਧੀ ਮਨੁੱਖ ਦੇ ਅੰਦਰ ਵਾਸ਼ਨਾ, ਵਿਸ਼ੇ ਵਿਸ਼ਾਣੇ ਬੁੱਧ ਹੈ, ਅਤੇ ਬੁੱਧ ਬਦਲੀ ਸਿੱਧ ਪਾਈ। ਬੁੱਧੀ ਬਦਲੇ ਤੇ ਸਿੱਧੀ ਕਾਮਯਾਬੀ ਪ੍ਰਾਪਤ ਹੁੰਦੀ ਹੈ। ਪਹਿਲਾਂ ਜਿਹੜੀ ਸਾਡੇ ਅੰਦਰ ਵਸੀ ਹੋਈ ਆ ਉਹ ਕਬੁੱਧ ਹੈ। ਉਸ ਨੂੰ ਹਜ਼ੂਰ ਕਹਿ ਰਹੇ ਨੇ ਕਿ ਅਭਾਗੀ ਦਾ ਅਰਥ ਹੈ ਨਾਸ ਹੋਈ, ਭੱਜ ਗਈ। ਇਹ ਵੀ ਅਰਥ ਹੈ ਦੂਜਾ, ਬਦਕਿਸਮਤ, ਜਿਹੜੀ ਖੋਟੀ ਬੁੱਧ ਸੀ ਅਤੇ ਖੋਟੀ ਮੱਤ ਸੀ, ਜਿਹੜੀ ਮਨ ਨੇ ਸੰਸਾਰ 'ਚੋਂ ਇਕੱਠੀ ਕੀਤੀ ਸੀ, ਭੈੜੀ ਮੱਤ, ਇਹ ਬਿਨਸ ਗਈਆਂ। ਬੁੱਧ ਪੁਰਾਣੇ ਸਮੇਂ ਦੇ ਸੰਸਕਾਰ ਅਤੇ ਜਿਹੜੀ ਮੱਤ ਸੰਸਾਰ 'ਚੋਂ ਲਈ, ਦੁਰਮਤ ਅਤੇ ਕਬੁੱਧ, ਇਹ ਨਾਸ ਹੋ ਗਈਆਂ ਸੱਚੇ ਪਾਤਸ਼ਾਹ ਜੀ। ਸੱਚ ਘਰ ਬੈਸ ਰਹੇ ਗੁਣ ਗਾਏ। ਸੱਚ ਸਰੂਪ ਵਾਹਿਗੁਰੂ ਜੀ ਦਾ ਜਿਹੜਾ ਘਰ ਹੈ, ਸਤਸੰਗਤ, ਸੱਚ ਘਰ, ਹਿਰਦੇ ਘਰ ਵਿੱਚ ਬੈਠ ਗਏ ਅਤੇ ਸੱਚ ਦੇ ਧਾਰਨੀ ਬਣ ਗਏ। ਉੱਥੇ ਮਨੁਆ ਬਹਿ ਕੇ ਵਾਹਿਗੁਰੂ ਦੇ ਗੁਣ ਗਾਉਂਦਾ। ਨਾਨਕ ਬਿਨਸੇ ਕੂਰਾ ਜੀਓ, ਤਾਂ ਇਸ ਤਰ੍ਹਾਂ ਸਾਰੇ ਜਿਹੜੇ ਝੂਠ ਸਨ ਉਹ ਬਿਨਸ ਗਏ। ਹੁਣ ਝੂਠ ਨਹੀਂ ਸਾਡੇ ਅੰਦਰ ਕਿਸੇ ਪ੍ਰਕਾਰ ਦਾ ਰਹਿ ਗਿਆ। ਜਿਹੜਾ ਕੂੜੇ ਪਦਾਰਥਾਂ ਦਾ ਮੋਹ ਸੀ ਉਹ ਨਾਸ ਹੋ ਗਿਆ। ਝੂਠੇ ਵਿਕਾਰ ਜਿਹੜੇ ਚੰਬੜੇ ਹੋਏ ਸੀ ਨਾਸ ਹੋ ਗਏ। ਮਾਝ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਦਾਤਾ ਜੀ ਬਚਨ ਫਰਮਾਉਂਦੇ ਨੇ ਮਾਝ ਰਾਗ ਅੰਦਰ, ਵਿਸਰ ਨਾਹੀ ਏਵੜ ਦਾਤੇ, ਏਡੇ ਵੱਡੇ ਮਹਾਨ ਦਾਤੇ ਵਾਹਿਗੁਰੂ ਜੀ, ਸਾਡੇ 'ਤੇ ਕਿਰਪਾ ਕਰੋ ਕਿ ਮਨ ਵਿੱਚੋਂ ਤੁਸੀਂ ਵਿਸਰ ਨਾ ਜਾਓ। ਅਸੀਂ ਤੁਹਾਨੂੰ ਕਦੇ ਵੀ ਭੁਲਾ ਨਾ ਦਈਏ। ਤੁਸੀਂ ਏਡੇ ਵੱਡੇ ਦਾਤੇ ਹੋ, ਤੁਹਾਨੂੰ ਵਿਸਾਰਨਾ ਤਾਂ ਮੌਤ ਹੈ। ਕਰ ਕਿਰਪਾ ਭਗਤਨ ਸੰਗ ਰਾਤੇ, ਭਗਤਾਂ ਦੇ ਸੰਗ ਸਾਥ ਰੱਤੇ ਹੋਏ ਵਾਹਿਗੁਰੂ ਜੀ, ਭਾਵ ਭਗਤਾਂ ਨੂੰ ਤੁਸੀਂ ਆਪਣੇ 'ਚ ਭੇਦ ਕੀਤਾ ਹੋਇਆ, ਤੁਸੀਂ ਭਗਤਾਂ ਵਿੱਚ ਭੇਦ ਹੋ, ਸਾਡੇ 'ਤੇ ਵੀ ਮਹਾਰਾਜ ਕਿਰਪਾ ਕਰੋ। ਇਹ ਭਗਤਾਂ ਦੇ ਸੰਗ ਸਾਥ ਪ੍ਰੇਮ ਰੰਗ ਵਿੱਚ ਰੱਤੇ ਹੋਏ ਵਾਹਿਗੁਰੂ ਜੀ, ਸਾਡੇ 'ਤੇ ਵੀ ਕਿਰਪਾ ਕਰੋ। ਦਿਨ ਸਰੈਣ ਜਿਉ ਤੁਧ ਧਿਆਈ, ਇਹੋ ਦਾਨ ਮੋਹਿ ਕਰਨਾ ਜੀ। ਸੱਚੇ ਪਾਤਸ਼ਾਹ, ਅਸੀਂ ਤੇਰੇ ਦਰ ਤੋਂ ਇੱਕ ਦਾਨ ਮੰਗਦੇ ਹਾਂ। ਜਿਵੇਂ ਬਚਨਾਂ ਨੇ, ਇੱਕ ਦਾਨ ਮੰਗਿਆ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਇਹ ਦਾਨ ਤੇਰੇ ਦਰ ਤੋਂ ਅਸੀਂ ਮੰਗਦੇ ਹਾਂ। ਇਹ ਦਾਨ ਮੋਹਿ ਕਰਨਾ ਜੀਓ, ਇਹ ਦਾਨ ਮੈਨੂੰ ਦੇਣਾ ਜੀ। ਕੀ ਦਾਨ ਹੈ? ਦਿਨ ਸਰੈਣ ਜੋ ਤੁਧ ਧਿਆਈ, ਐਸਾ ਦਾਨ ਬਖਸ਼ ਦਿਓ ਜਿਸ ਤਰੀਕੇ ਨਾਲ ਦਿਨੇ ਤੇ ਰਾਤ ਅਸੀਂ ਤੁਹਾਡਾ ਹੀ ਧਿਆਨ ਧਰੀਏ, ਤੁਹਾਡਾ ਹੀ ਸਿਮਰਨ ਕਰੀਏ ਸੱਚੇ ਪਾਤਸ਼ਾਹ। ਹੋਰ ਵਿਕਾਰਾਂ ਵੱਲ, ਸੰਸਾਰ ਦੇ ਮੋਹ ਵੱਲ, ਪਦਾਰਥਾਂ ਵੱਲ ਸਾਡਾ ਧਿਆਨ ਨਾ ਜਾਏ। ਅੰਦਰਲੀ ਸੁਰਤ ਤੁਹਾਡੇ ਵੱਲ ਜੁੜੀ ਰਹੇ। ਮਾਟੀ ਅੰਧੀ ਸੁਰਤ ਸਮਾਈ, ਇਹ ਜਿਹੜੀ ਸਾਡੀ ਕਾਇਆ ਤੂੰ ਬਣਾਈ ਹੈ ਸੱਚੇ ਪਾਤਸ਼ਾਹ, ਇਹ ਮਿੱਟੀ ਤੋਂ ਬਣਾਈ ਹੈ। ਕਾਇਆ ਮਿੱਟੀ ਅੰਧ ਹੈ, ਪੌਣਾ ਪੁੱਛੋ ਜਾਏ। ਇਹ ਅੰਨੀ ਕਾਇਆ, ਅੰਨੀ ਮਿੱਟੀ, ਇਹ ਕਾਇਆ ਸਰੀਰ ਦਾ ਮਤਲਬ ਜੜ ਮਿੱਟੀ ਤੋਂ ਬਣੀ ਇਹ ਕਾਇਆ। ਇਸ ਜੜ ਮਿੱਟੀ ਦੇ ਵਿੱਚ ਤੁਸੀਂ ਮਹਾਰਾਜ ਸੁਰਤ ਲੀਨ ਕੀਤੀ, ਸੁਰਤ ਪਾਈ, ਚੇਤਨ ਸੱਤਾ ਪਾਈ, ਅਤੇ ਤਾਂ ਹੀ ਅਸੀਂ ਕਿਰਿਆ ਕੋਈ ਕਰ ਰਹੇ ਹਾਂ। ਸਭ ਕੁਛ ਦੀਆ ਭਲਿਆ ਜਾਏ, ਤੁਸਾਂ ਸਾਨੂੰ ਸਭ ਕੁਝ ਦਿੱਤਾ ਹੈ। ਭਲਿਆ ਜਾਈ, ਜਾਈ ਦਾ ਅਰਥ ਹੈ ਜਗ੍ਹਾ। ਭਲੀਆਂ ਥਾਵਾਂ ਸਾਨੂੰ ਬਖਸ਼ੀਆਂ ਹਨ ਵਸਣ ਵਾਸਤੇ, ਸੋਹਣੇ ਸੋਹਣੇ ਮਕਾਨ, ਘਰ, ਰਿਹਾਇਸ਼ਾਂ ਬਖਸ਼ੀਆਂ ਹੋਈਆਂ। ਅਨੰਦ ਵਿਨੋਦ ਚੋਜ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜੀਓ। ਹੇ ਵਾਹਿਗੁਰੂ ਜੀ, ਅਸੀਂ ਅਨੇਕਾਂ ਤਰ੍ਹਾਂ ਦੇ ਆਨੰਦ, ਵਿਨੋਦ ਦਾ ਅਰਥ ਹੈ ਰਲੀਆਂ, ਉਂਝ ਵਿਨੋਦ ਦਾ ਅਰਥ ਆਨੰਦ ਹੈ, ਕੌਤਕ, ਅਤੇ ਚੋਜ ਅਤੇ ਤਮਾਸ਼ੇ ਅਸੀਂ ਅਨੇਕਾਂ ਤਰ੍ਹਾਂ ਦੇ ਕਰਦੇ ਹਾਂ। ਖੁਸ਼ੀਆਂ, ਆਨੰਦ, ਮੰਗਲਾਚਾਰ, ਖੁਸ਼ੀਆਂ, ਚੋਜ ਤਮਾਸ਼ੇ ਅਸੀਂ ਕਰਦੇ ਹਾਂ।
ਤੁਧ ਭਾਵੈ ਸੋ ਹੋਣਾ ਜੀਓ। ਪਰ ਜੋ ਕੁਝ ਤੁਹਾਨੂੰ ਭਾਉਂਦਾ ਹੈ ਉਹੀ ਪਿੱਛੇ ਹੁੰਦਾ ਸੀ, ਉਹ ਹੁਣ ਹੋਣਾ, ਅੱਗੇ ਨੂੰ ਵੀ ਉਹੀ ਹੋਣਾ ਹੈ। ਤੁਹਾਡੀ ਰਜ਼ਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਜਿਸ ਦਾ ਦਿੱਤਾ ਸਭ ਕੁਝ ਲੈਣਾ, ਜਿਸ ਵਾਹਿਗੁਰੂ ਪਰਮਾਤਮਾ ਜੀ ਦਾ ਦਿੱਤਾ ਸਭ ਕੁਝ ਅਸੀਂ ਲੈਣਾ ਹੈ। ਭਾਵ ਆਪੇ ਤੇ ਅਸੀਂ ਪੈਦਾ ਵੀ ਨਹੀਂ ਹੋਏ, ਸਾਡਾ ਸਰੀਰ ਵੀ ਅਸੀਂ ਆਪ ਨਹੀਂ ਬਣਾਇਆ। ਵਾਹਿਗੁਰੂ ਨੇ ਰਚਨਾ ਰਚੀ ਹੈ ਸਾਡੇ ਸਰੀਰ ਦੀ, ਅਤੇ ਲਿਖ ਦਾਤ ਜੋਤ ਵਡਿਆਈ। ਉਹਨੇ ਲਿਖਤ ਪਾਈ ਹੈ ਮਸਤਕ 'ਤੇ, ਕਿੰਨੀ ਕੁ ਦਾਤ ਮਿਲੇਗੀ, ਕਿੰਨਾ ਕੁ ਕਿਹੋ ਜਿਹਾ ਸੁਭਾਅ ਹੋਵੇਗਾ, ਕਿੰਨੀ ਕੁ ਵਡਿਆਈ ਮਿਲੇਗੀ ਸੰਸਾਰ ਵਿੱਚੋਂ। ਜਿਸ ਦਾ ਦਿੱਤਾ ਹੋਇਆ ਸਭ ਕੁਝ ਅਸੀਂ ਲੈਂਦੇ ਹਾਂ। 36 ਅੰਮ੍ਰਿਤ ਭੋਜਨ ਖਾਣਾ, ਅਤੇ ਅੰਮ੍ਰਿਤ ਭੋਜਨ ਨੂੰ ਮੰਨਿਆ ਕਿਉਂਕਿ ਬੜੇ ਸਵਾਦਲੇ ਪਵਿੱਤਰ ਭੋਜਨ ਅਸੀਂ ਖਾਂਦੇ ਹਾਂ ਨਾ, ਰੱਬ ਦੇ ਬਖਸ਼ੇ ਹੋਏ। 6 ਰਸ ਹਨ, ਖੱਟਾ, ਮਿੱਠਾ, ਕੌੜਾ, ਕਸੈਲਾ, ਸਲੂਣਾ ਅਤੇ ਚਟਪਟਾ। ਇਹ 6 ਰਸਾਂ ਦੇ ਅੱਗੇ 6 ਤਰ੍ਹਾਂ ਦੇ ਭੋਜਨ ਮੰਨੇ ਜਾਂਦੇ ਨੇ, ਵੰਨ ਸੁਵੰਨੇ। ਇਸ ਕਰਕੇ 36 ਪ੍ਰਕਾਰ ਦੇ ਭੋਜਨਾਂ ਨੂੰ 36 ਅੰਮ੍ਰਿਤ ਮਹਾਰਾਜ ਕਹਿੰਦੇ। ਜੇ ਪ੍ਰਸਾਦ 36 ਅੰਮ੍ਰਿਤ ਖਾਏ, ਕਿਉਂਕਿ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਵਰਤਿਆ, ਅੰਮ੍ਰਿਤ ਸ਼ਬਦ ਭੋਜਨਾਂ ਵਾਸਤੇ ਵੀ ਵਰਤਿਆ, ਅਤੇ ਅੰਮ੍ਰਿਤ ਨਾਮ ਅੰਮ੍ਰਿਤ ਵਾਸਤੇ ਵੀ ਸਤਿਗੁਰੂ ਜੀ ਨੇ ਵਰਤਿਆ। 36 ਅੰਮ੍ਰਿਤ ਭੋਜਨ ਖਾਣਾ, ਜਿਹੜੇ 36 ਪ੍ਰਕਾਰ ਦੇ ਅੰਮ੍ਰਿਤ ਵਰਗੇ ਸਵਾਦੀਕ ਅਸੀਂ ਭੋਜਨ ਖਾਂਦੇ ਹਾਂ, ਉਹ ਵੀ ਤੇਰੀ ਬਖਸ਼ਿਸ਼ ਨਾਲ ਹੀ। ਸੇਜ ਸੁਖਾਲੀ ਸੀਤਲ ਪਵਣਾ, ਸੁਖਦਮਈ ਛੇ, ਸੁਖ ਦੇਣ ਵਾਲੀ ਛੇਜ ਪਲੰਘਾ ਜਿਸ 'ਤੇ ਅਸੀਂ ਬਿਰਾਜਦੇ ਹਾਂ, ਅਤੇ ਸੀਤਲ ਪਵਣਾ, ਸੀਤਲ ਠੰਡੀ ਹਵਾ ਸਾਨੂੰ ਸੁਖ ਦੇਣ ਵਾਲੀ, ਇਹ ਵੀ ਵਾਹਿਗੁਰੂ ਨੇ ਬਖਸ਼ੀ ਹੋਈ ਹੈ। ਸਹਿਜ ਕੇਲ ਰੰਗ ਕਰਨਾ ਜੀਓ, ਸਹਿਜ ਸੁਭਾਵਿਕ ਹੀ ਅਸੀਂ ਕੇਲ, ਖੇਡਾਂ, ਕਲੋਲ, ਰੰਗ ਤਮਾਸ਼ੇ ਕਰਦੇ ਹਾਂ ਜੀ। ਇਹ ਵਾਹਿਗੁਰੂ ਦੀ ਰਜ਼ਾ ਨਾਲ ਹੀ ਕਰ ਰਹੇ ਹਾਂ, ਪਰਮਾਤਮਾ ਦੇ ਹੁਕਮ ਬਖਸ਼ਿਸ਼ ਨਾਲ ਹੀ ਕਰ ਰਹੇ ਹਾਂ। ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ। ਇਹ ਵਾਹਿਗੁਰੂ ਜੀ ਐਸੀ ਬੁੱਧ ਮੇਰੇ ਹਿਰਦੇ ਅੰਦਰ ਬਖਸ਼ ਦਿਓ, ਜਿਸ ਬੁੱਧੀ ਕਰਕੇ ਤੁਸੀਂ ਕਦੇ ਵੀ ਸਾਨੂੰ ਵਿਸਰੋ ਨਾ। ਸਾ ਮਤ ਦੀਜੈ ਜਿਤ ਤੁਧ ਧਿਆਈ। ਐਸੀ ਮਤ, ਸਿੱਖਿਆ, ਅਕਲ ਵੀ ਸਾਨੂੰ ਬਖਸ਼ੋ, ਜਿਸ ਮਤ ਸਿੱਖਿਆ ਰਾਹੀਂ ਅਸੀਂ ਤੁਹਾਡਾ ਹੀ ਧਿਆਨ ਧਰੀਏ, ਤੁਹਾਡਾ ਹੀ ਸਿਮਰਨ ਕਰਦੇ ਰਹੀਏ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਹਜ਼ੂਰ ਕਹਿੰਦੇ ਨੇ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਓਟ ਲੈ ਕੇ, ਓਟ ਲਈਏ, ਅਤੇ ਉਹਨਾਂ ਚਰਨਾਂ ਦੀ ਓਟ ਦੁਆਰਾ ਸਤਿਗੁਰੂ ਜੀ, ਅਕਾਲ ਪੁਰਖ ਜੀ ਸਾਹ ਸਾਹ ਨਾਲ ਤੁਹਾਡੇ ਗੁਣ ਗਾਉਂਦੇ ਰਹੀਏ। ਗੁਰੂ ਦੇ ਚਰਨਾਂ ਦੀ ਓਟ ਲੈ ਕੇ ਤੁਹਾਡੇ ਗੁਣ ਇੱਕ ਇੱਕ ਸਵਾਸ ਨਾਲ ਅਸੀਂ ਗਾਈਏ, ਇਹ ਬਖਸ਼ਿਸ਼ ਸਾਡੇ 'ਤੇ ਕਰ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਅਗਲਾ ਸ਼ਬਦ ਉਚਾਰਦੇ ਹਨ। ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਤੇਰੇ ਹੁਕਮ, ਤੇਰੀ ਰਜ਼ਾ ਅੰਦਰ, ਤੇਰੀ ਮਰਜ਼ੀ ਅੰਦਰ ਚੱਲਣਾ, ਇਹੋ ਹੀ ਤੇਰੀ ਸਿਫਤ ਸਲਾਹੁਤਾ ਹੈ। ਇੱਕ ਇਹ ਅਰਥ ਕੀਤਾ। ਦੂਜਾ ਇਹ ਕਿ ਤੇਰੀਆਂ ਸਿਫਤਾਂ ਕਰਨੀਆਂ, ਤੇਰੀ ਸਲਾਹੁਤਾ ਕਰਨੀ, ਸਲਾਹੁਣਾ ਵਾਹਿਗੁਰੂ ਜੀ ਆਪ ਜੀ ਨੂੰ, ਅਤੇ ਤੇਰਾ ਹੁਕਮ ਪਾਲਣਾ, ਹੁਕਮ ਰਜਾਈ, ਤੇਰੀ ਮਰਜ਼ੀ ਅਨੁਸਾਰ ਚੱਲਣਾ। ਸੋ ਗਿਆਨ ਧਿਆਨ ਜੋ ਤੁਧ ਪਾਈ। ਅਤੇ ਇੱਕ ਉਹ ਗਿਆਨ, ਜਾਣ ਪਛਾਣ, ਗਿਆਨ ਦਾ ਅਰਥ ਹੈ ਜਾਣ ਪਛਾਣ। ਧਿਆਨ ਸੁਰਤ ਦਾ ਲਗਾਓ। ਇਸ ਪ੍ਰਕਾਰ ਸਮਾਧੀ, ਉਹੋ ਹੀ ਗਿਆਨ ਅਤੇ ਉਹ ਧਿਆਨ ਜੋ ਤੁਹਾਨੂੰ ਭਾਉਂਦਾ, ਉਹ ਸਾਨੂੰ ਬਖਸ਼। ਸੋਈ ਜਪ ਜੋ ਪ੍ਰਭ ਜੀਓ ਭਾਵੈ। ਉਹੀ ਜਪ ਜੋ ਪ੍ਰਭੂ ਪਰਮਾਤਮਾ ਨੂੰ ਭਾਉਂਦਾ ਹੈ। ਜਪ ਕਰਨਾ ਕਿਸੇ ਮੰਤਰ ਦਾ ਮਤਲਬ ਉਹੀ ਜਪ ਜੋ ਪ੍ਰਭੂ ਪਰਮਾਤਮਾ ਨੂੰ ਭਾ ਜਾਂਦਾ, ਉਹੀ ਸਫਲਾ ਹੈ। ਭਾਣੈ ਪੂਰ ਗਿਆਨਾ ਜੀਓ। ਅਤੇ ਵਾਹਿਗੁਰੂ ਦੇ ਭਾਣੇ ਦੁਆਰਾ ਹੀ ਪੂਰਨ ਗਿਆਨ ਜੀਵ ਨੂੰ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਹੇ ਵਾਹਿਗੁਰੂ ਜੀ, ਤੁਹਾਡੇ ਨਾਮ ਦੀ ਮਹਾਨਤਾ ਬਹੁਤ ਉੱਚੀ ਹੈ, ਅਤੇ ਜਿਵੇਂ ਅਮੋਲਕ ਪਦਾਰਥ ਐਵੇਂ ਜਣੇ ਖਣੇ, ਗਾਮੇ ਮਾਝੇ, ਐਰੇ ਗਹਿਰੇ, ਨੱਥੂ ਖਹਿਰੇ ਨੂੰ ਨਹੀਂ ਮਿਲ ਜਾਂਦਾ। ਜਿਵੇਂ ਹੀਰੇ ਲਾਲ ਜਵਾਹਰਾਤ ਰਾਜਿਆਂ ਮਹਾਰਾਜਿਆਂ ਕੋਲ ਹੁੰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਅੰਮ੍ਰਿਤ ਸਰੀਖਾ ਨਾਮ ਹੈ, ਇਹ ਐਰੇ ਗਹਿਰੇ ਜਣੇ ਖਣੇ ਨੂੰ ਪ੍ਰਾਪਤ ਹੀ ਨਹੀਂ ਹੁੰਦਾ, ਕਿਉਂਕਿ ਉਹਦੇ ਮਨ ਅੰਦਰ ਐਸੇ ਸੰਸਕਾਰ ਹੀ ਨਹੀਂ ਹਨ। ਮਨ ਵਿੱਚ ਨਾਮ ਦੀ ਅਹਿਮੀਅਤ, ਮਹਿਮਾ, ਵਡਿਆਈ ਹੀ ਨਹੀਂ ਵਸੀ ਹੋਈ। ਅਗਿਆਨ ਵਿੱਚ ਗਰਸਿਆ ਹੋਇਆ ਸੰਸਾਰ, ਅਤੇ ਇਹ ਨਾਮ ਵੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਹੈ ਵੱਡੀ ਬਖਸ਼ਿਸ਼ ਇਹ
ਪਰ ਇਸ ਨਾਮ ਦੀ ਕਦਰ ਨਾ ਜਾਣੀ ਤੇ ਹੋਰ ਪਦਾਰਥਾਂ ਦੀ ਕਦਰ ਜਾਣ ਕੇ ਮਨੁੱਖ ਭੱਜਾ ਫਿਰਦਾ ਤੇ ਉਹ ਚੀਜ਼ਾਂ ਲੋੜਦਾ ਲੱਭਦਾ, ਵਾਹਿਗੁਰੂ ਦੇ ਨਾਮ ਨੂੰ ਨਾ ਇੰਨੀ ਅਹਿਮੀਅਤ ਦਿੰਦਾ ਤੇ ਨਾ ਧਾਰਨ ਕਰਦਾ, ਨਾ ਜਪਦਾ। ਹਜ਼ੂਰ ਕਹਿੰਦੇ ਤੇਰਾ ਅੰਮ੍ਰਿਤ ਸਰੀਖਾ ਨਾਮ, ਮੌਤ ਤੋਂ ਰਹਿਤ ਕਰਨ ਵਾਲਾ ਨਾਮ, ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਸੋਈ ਗਾਵੈ। ਉਹੀ ਗਾਉਂਦਾ ਹੈ ਜੋ ਸਾਹਿਬ ਤੇਰੇ ਮਨ ਭਾਵੈ। ਇਹ ਸਾਹਿਬ ਅਕਾਲ ਪੁਰਖ ਜੀ, ਜਿਹੜਾ ਜੀਵ ਤੇਰੇ ਮਨ ਨੂੰ ਭਾ ਜਾਂਦਾ, ਚੰਗਾ ਲੱਗਦਾ, ਉਹਨੂੰ ਤੂੰ ਆਪਣਾ ਨਾਮ ਬਖਸ਼ਦਾ। ਤੂੰ ਸੰਤਨ ਕਾ ਸੰਤ ਤੁਮਾਰੇ, ਤੁਸੀਂ ਮਹਾਰਾਜ ਸੰਤ ਜਨਾਂ ਦੇ ਪਿਆਰੇ ਹੋ ਤੇ ਸੰਤ ਤੁਹਾਡੇ ਪਿਆਰੇ ਨੇ। ਸੰਤ ਸਾਹਿਬ ਮਨ ਮਾਨਾ ਜੀਓ। ਇਹ ਸਾਹਿਬ ਅਕਾਲ ਪੁਰਖ ਜੀ, ਸੰਤ ਜਨਾਂ ਦਾ ਮਨ ਤੁਹਾਡੇ ਤੇ ਮੰਨਿਆ ਹੋਇਆ, ਉਹਨਾਂ ਦੇ ਮਨ ਅੰਦਰ ਤੁਹਾਡੇ ਪ੍ਰਤੀ ਪੂਰਨ ਨਿਸ਼ਚਾ ਹੁੰਦਾ, ਉਹਨਾਂ ਨੂੰ ਸੰਤ ਕਿਹਾ ਜਾਂਦਾ। ਤੂੰ ਸੰਤਨ ਕੀ ਕਰਹਿ ਪ੍ਰਤਪਾਲਾ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਸੰਤ ਜਨਾਂ ਦੀ ਰਾਖੀ ਕਰਦੇ ਹੋ, ਹਰ ਸਾਇਤ ਹਰ ਘੜੀ ਪ੍ਰਤਪਾਲਾ ਕਰਦੇ ਹੋ, ਹਰ ਸਮੇਂ ਉਹਨਾਂ ਦੀ ਰੱਖਿਆ ਕਰਦੇ ਹੋ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਚੂੜਕਾਣੇ ਜਦੋਂ ਗਏ ਸੀ ਤੇ ਉੱਥੇ ਭੁੱਖੇ ਸਾਧੂ ਵੇਖੇ ਸੀ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਭੋਜਨ ਦਾ ਆਪ ਇੰਤਜ਼ਾਮ ਕੋਈ ਨਹੀਂ ਕਰਦੇ? ਕਹਿੰਦੇ ਨਹੀਂ। ਕਹਿੰਦੇ ਫਿਰ ਕੀ ਛਕਦੇ ਹੋ? ਕਹਿੰਦੇ ਜਿਸ ਦਾ ਨਾਮ ਜਪ ਰਹੇ ਉਸ ਕਰਤਾਰ ਤੇ ਟੇਕ ਆ ਸਾਡੀ, ਜੋ ਸਾਡੇ ਕੋਲ ਭੇਜ ਦਿੰਦਾ ਉਹ ਅਸੀਂ ਛਕ ਲੈਂਦੇ, ਅਸੀਂ ਕਿਤੋਂ ਮੰਗਣ ਨਹੀਂ ਜਾਂਦੇ। ਔਰ ਹਜ਼ੂਰ ਨੇ ਕਿਹਾ ਸੀ ਭਾਈ ਬਾਲਾ ਜੀ ਆ ਖਰਾ ਸੌਦਾ ਹੈ, ਇਹਨਾਂ ਸੰਤ ਜਨਾਂ ਨੂੰ ਭੋਜਨ ਛਕਾ ਦੀਏ। ਸੋ ਇਸ ਪ੍ਰਕਾਰ ਇਉਂ ਵਾਹਿਗੁਰੂ ਪਰਮਾਤਮਾ ਜਿਹੜੇ ਉਸਦੇ ਪਰਾਇਣ ਨੇ, ਜਿਨ੍ਹਾਂ ਨੂੰ ਆਸਰਾ ਇੱਕ ਪਰਮਾਤਮਾ ਦਾ ਹੈ, ਉਹ ਪਰਮਾਤਮਾ ਉਹਨਾਂ ਦੀ ਪ੍ਰਤਪਾਲਾ ਵੀ ਕਰਦਾ ਹੈ, ਭੋਜਨ ਪਾਣੀ ਇਕੱਲਾ ਨਹੀਂ, ਰੱਖਿਆ ਵੀ ਕਰਦਾ ਹੈ। ਸੰਤ ਖਿਲ ਹੈ ਤੁਮ ਸੰਗ ਗੋਪਾਲਾ। ਹੈ ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਜੀ, ਸੰਤ ਤੁਹਾਡੀ ਸੰਗਤ ਵਿੱਚ ਖੇਡਦੇ ਨੇ, ਭਾਵ ਕਲੋਲਾਂ ਕਰਦੇ ਨੇ, ਤੁਹਾਡੇ ਨਾਲ ਹੀ ਉਹਨਾਂ ਦਾ ਮਨ ਜੁੜਿਆ ਰਹਿੰਦਾ। ਸੋ ਖੇਲ ਤਮਾਸ਼ੇ ਤੁਹਾਡੀ ਸੰਗਤ ਵਿੱਚ ਹੀ ਕਰਦੇ ਨੇ। ਆਪਣੇ ਸੰਤ ਤੁਧ ਖਰੇ ਪਿਆਰੇ। ਹੈ ਤਾਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੀ ਧੀਆਂ ਪੁੱਤਰ, ਪਰ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਂਤ ਵਿਧਾਤਾ। ਸੌਂਤ ਦਾ ਅਰਥ ਹੈ ਸੌਂਤਰਾ, ਔਲਾਦ ਵਾਲਾ, ਸੰਤਾਨ ਵਾਲਾ ਕਰਤਾ ਉਹਨਾਂ ਸੰਤਾਂ ਨੇ। ਹਰੀ ਦੇ ਜਨ ਦਾ ਹੀ ਜਿਹੜਾ ਮਨੁੱਖਾ ਜਨਮ ਹੈ ਸਫਲਾ, ਜਿਨ੍ਹਾਂ ਨੇ ਬੰਦਗੀ ਕਰਕੇ ਪਰਮਾਤਮਾ ਨੂੰ ਆਪਣਾ ਪਿਤਾ ਸਮਝ ਕੇ ਉਹਦੀ ਗੋਦ ਹਾਸਲ ਕੀਤੀ ਹੈ, ਉਹਨਾਂ ਨੇ ਪਰਮਾਤਮਾ ਨੂੰ ਔਲਾਦ ਵਾਲਾ ਬਣਾ ਦਿੱਤਾ। ਨਹੀਂ ਤਾਂ ਕਹਿੰਦੇ ਪਰਮਾਤਮਾ ਔਂਤਰਾ ਰਹਿਣਾ ਸੀ ਸੰਤਾਨ ਤੋਂ ਬਿਨਾਂ। ਜਿਨ ਕੀਨੋ ਸੌਂਤ ਵਿਧਾਤਾ, ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ, ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਔਤ। ਸੋ ਇਸ ਪ੍ਰਕਾਰ ਆਪਣੇ ਸੰਤ ਤੋਂ ਖਰੇ ਪਿਆਰੇ, ਖਰੇ ਮੈਨੇ ਭਲੇ, ਬਹੁਤੇ ਚੰਗੇ। ਤੁਹਾਡੇ ਸੰਤ ਤੁਹਾਨੂੰ ਮਹਾਰਾਜ ਬੜੇ ਚੰਗੇ ਲੱਗਦੇ ਨੇ, ਉਹੀ ਤੁਹਾਨੂੰ ਪਿਆਰੇ ਲੱਗਦੇ ਨੇ। ਇੱਕ ਮਹਾਤਮਾ ਸਨ ਅਤੇ ਉਹਨਾਂ ਦੇ ਪਾਸ ਇੱਕ ਰਾਜਾ ਆਇਆ ਅਤੇ ਉਹਨੇ ਪ੍ਰਸ਼ਨ ਕੀਤਾ ਵੀ ਮਹਾਂਪੁਰਸ਼ੋ, ਗ੍ਰੰਥਾਂ 'ਚ ਲਿਖਿਆ ਹੋਇਆ ਵੀ ਭਗਤ ਜਨਾਂ ਦੇ ਕੰਮ ਸਵਾਰਨ ਪਰਮਾਤਮਾ ਖੁਦ ਆ ਜਾਂਦਾ। ਜਿਵੇਂ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਭਗਤ ਧੰਨਾ ਜੀ ਦੇ ਗਊਆਂ ਵੱਛੇ ਚਾਰਦਾ ਰਿਹਾ, ਰੱਬ ਐਡਾ ਵੱਡਾ ਅਤੇ ਉਹਨੂੰ ਕੀ ਲੋੜ ਆ ਇਹ ਕੰਮ ਕਰਨ ਦੀ? ਆਪਣੇ ਹੋਰ ਸੇਵਕ ਉਹਦੇ ਕੋਲ ਬਥੇਰੇ ਨੇ, ਉਹ ਆਪਣੇ ਗਣ ਆਪਣੇ ਸੇਵਕ ਭੇਜ ਦਿਆ ਕਰੇ, ਉਹ ਭਗਤਾਂ ਦੇ ਕੰਮ ਕਰਨ ਲਈ ਆਪ ਕਿਉਂ ਆਉਂਦਾ? ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਖਾਤਰ ਆਪ ਆ ਕੇ ਮਰੀ ਗਊ ਜਿਉਂਦੀ ਕੀਤੀ। ਇਹ ਛੋਟੇ ਛੋਟੇ ਕੰਮ ਵਾਹਿਗੁਰੂ ਕਿਉਂ ਕਰਦਾ? ਅਤੇ ਉਹ ਮਹਾਂਪੁਰਸ਼ ਕਹਿਣ ਲੱਗੇ, ਰਾਜਾ ਜਦੋਂ ਦੂਜੀ ਵਾਰੀ ਆਏਗਾ ਨਾ, ਫਿਰ ਇਸ ਪ੍ਰਸ਼ਨ ਦਾ ਜਵਾਬ ਦਿਆਂਗੇ। ਉਹਨਾਂ ਨੂੰ ਪਤਾ ਸੀ ਉਸ ਰਾਜੇ ਦਾ ਇੱਕ ਛੋਟਾ ਜਿਹਾ ਬੱਚਾ ਸੀ ਰਾਜਕੁਮਾਰ, ਬੜੀ ਮੁਸ਼ਕਿਲ ਨਾਲ ਮਸਾਂ ਉਹਨੂੰ ਮਿਲਿਆ ਸੀ। ਅਤੇ ਜਦੋਂ ਉਹ ਆਇਆ ਰਾਜਾ, ਅਤੇ ਉਹਨਾਂ ਨੇ ਇੱਕ ਸੇਵਾਦਾਰ ਨੂੰ ਸਮਝਾਇਆ ਸੀ। ਉਹ ਸੇਵਾਦਾਰ ਨੇ ਰਾਜੇ ਦੇ ਨਾਲ ਦੇ ਸੇਵਾਦਾਰਾਂ ਕੋਲ, ਨੌਕਰਾਂ ਕੋਲੋਂ ਬੱਚਾ ਚੱਕ ਲਿਆ ਅਤੇ ਲਾਂਭੇ ਲਿਜਾ ਕੇ ਇੱਕ ਕਲਬੂਤ ਸੀ ਬੱਚੇ ਵਰਗਾ, ਜਿਵੇਂ ਰਬੜ ਦੇ ਕਾਕੇ ਜਿਹੇ ਬਣੇ ਹੁੰਦੇ ਨੇ, ਉਸ ਕਲਬੂਤ ਦੇ ਉੱਪਰ ਉਸ ਬੱਚੇ ਦੇ ਕੱਪੜੇ ਪਾ ਦਿੱਤੇ। ਰਾਜਕੁਮਾਰ ਦੇ ਕੱਪੜੇ ਉਸ ਕਲਬੂਤ ਉੱਪਰ ਪਾ ਦਿੱਤੇ ਅਤੇ ਉਹ ਰਾਜੇ ਦੇ ਬੇਟੇ ਨੂੰ, ਰਾਜਕੁਮਾਰ ਨੂੰ ਹੋਰ ਕੱਪੜੇ ਪਹਿਨਾਤੇ ਅਤੇ ਉਹਨੂੰ ਪਾਸੇ ਰੱਖਿਆ। ਅਤੇ ਉਹੀ ਸੇਵਾਦਾਰ ਰਾਜੇ ਦੇ ਸਾਹਮਣੇ ਬੱਚਾ ਲੈ ਕੇ ਗਿਆ ਸੀ। ਸਾਹਮਣੇ ਉਹਦੇ ਆਇਆ ਮੋਢੇ ਨਾਲ ਲਾਇਆ ਹੋਇਆ ਕਲਬੂਤ, ਜਿਹਦੇ ਉੱਪਰ ਰਾਜਕੁਮਾਰ ਦੇ ਕੱਪੜੇ ਪਾਏ ਨੇ। ਮਹਾਂਪੁਰਸ਼ਾਂ ਸਮਝਾਇਆ ਹੋਇਆ ਸੀ। ਜਦੋਂ ਰਾਜਾ ਵੇਖ ਰਿਹਾ ਸੀ ਉੱਧਰ ਨੂੰ,
ਉਹਨੇ ਉਹ ਸਰੋਵਰ ਸੀ ਜਾਂ ਛੱਪੜ ਸੀ, ਟੋਭਾ ਸੀ, ਉਹਦੇ ਵਿੱਚ ਉਹ ਸੁੱਟ ਦਿੱਤਾ। ਉਹ ਹੈ ਤਾਂ ਕਲਬੂਤ ਸੀ। ਤੇ ਰਾਜੇ ਨੇ ਕਿਸੇ ਨੌਕਰ ਨੂੰ ਆਵਾਜ਼ ਨਹੀਂ ਮਾਰੀ, ਛੇਤੀ ਨਾਲ ਪੁਸ਼ਾਕ ਸਮੇਤ ਹੀ ਛਾਲ ਮਾਰ ਦਿੱਤੀ ਉਸ ਸਰੋਵਰ ਵਿੱਚ ਆਪਣੇ ਬੱਚੇ ਨੂੰ ਬਚਾਉਣ ਲਈ। ਤੇ ਇੰਨੇ ਚਿਰ ਨੂੰ ਮਹਾਂਪੁਰਸ਼ ਵੀ ਪਹੁੰਚ ਗਏ ਕਿਨਾਰੇ 'ਤੇ। ਰਾਜੇ ਨੇ ਵੇਖਿਆ ਉਹ ਤੇ ਕਲਬੂਤ ਸੀ। ਉਹ ਸ਼ਰਮਸ਼ਾਰ ਹੋਇਆ, ਬਾਹਰ ਆਇਆ ਤੇ ਉਹ ਸੰਤ ਕਹਿਣ ਲੱਗੇ, ਰਾਜਾ ਕੀ ਗੱਲ ਹੋਈ? ਤੂੰ ਸਾਡੇ ਨਾਲ ਗੱਲਾਂ ਕਰ ਰਿਹਾ ਸੀ, ਖਲੋਤਾ ਸੀ, ਤੇ ਇੱਕਦਮ ਭੱਜ ਕੇ ਛਾਲ ਮਾਰਤੀ ਸਰੋਵਰ 'ਚ, ਤੇਰੀ ਪੁਸ਼ਾਕ ਸਾਰੀ ਭਿੱਜ ਗਈ। ਕਹਿਣ ਲੱਗਾ, ਜੀ ਮੈਂ ਸਮਝਿਆ ਮੇਰਾ ਬੱਚਾ ਰਾਜਕੁਮਾਰ ਆ, ਜਿਗਰ ਦਾ ਟੋਟਾ ਮਸਾਂ ਮਸਾਂ ਤੇ ਰੱਬ ਨੇ ਦਿੱਤਾ। ਤੇ ਮੈਂ ਕਿਹਾ ਵੀ ਇਹ ਸੇਵਾਦਾਰ ਨੂੰ ਕੀ ਹੋ ਗਿਆ? ਇਹਦਾ ਦਿਮਾਗ ਖਰਾਬ ਹੋ ਗਿਆ, ਮੇਰਾ ਬੱਚਾ ਇਸ ਸਰੋਵਰ ਸੁੱਟਤਾ ਡੋਬਣ ਵਾਸਤੇ। ਮਹਾਂਪੁਰਸ਼ ਕਹਿਣ ਲੱਗੇ, ਤੇਰੇ ਪ੍ਰਸ਼ਨ ਦਾ ਜਵਾਬ ਹੈ। ਪਿਛਲੀ ਵਾਰੀ ਤੂੰ ਆਇਆ ਸੀ ਤੇ ਕਿਹਾ ਸੀ ਕਿ ਵਾਹਿਗੁਰੂ ਭਗਤਾਂ ਦੇ ਕੰਮ ਸਵਾਰਨ ਕਿਉਂ ਆਉਂਦਾ ਆਪ। ਜਿਵੇਂ ਸੰਤ ਅਤਰ ਸਿੰਘ ਸੀ, ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਥਾਂ 'ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਰਾ ਦਿੱਤਾ ਸੀ, ਤੇ ਫਿਰ ਉਹਨਾਂ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਸੋ ਇਸ ਤਰ੍ਹਾਂ ਜਿਵੇਂ ਸੈਣ ਭਗਤ ਦੀ ਖਾਤਰ ਆਪ ਪਰਮਾਤਮਾ ਸੈਣ ਦਾ ਰੂਪ ਧਾਰ ਕੇ ਰਾਜੇ ਦੀ ਮੁੱਠੀ ਚਾਪੀ ਕਰਨ ਗਿਆ ਸੀ, ਕਿਉਂਕਿ ਪ੍ਰੇਮਾ ਭਗਤੀ ਦੇ ਵਸ ਹੈ ਨਾ ਵਾਹਿਗੁਰੂ। ਇਹ ਰਾਜੇ ਨੂੰ ਸਮਝ ਆਇਆ ਸੀ ਤੇ ਰਾਜਾ ਆਪਣੇ ਭਗਤਾਂ ਦੇ ਪ੍ਰੇਮ ਦੇ ਵਸ ਵਿੱਚ ਆ ਕੇ ਪਰਮਾਤਮਾ ਐਸੇ ਕਰਤੱਵ ਕਰਦਾ। ਜੇ ਉਹ ਉਹਦੇ ਆਸਰੇ ਨੇ ਤੇ ਉਹਨਾਂ ਦੀ ਹੰਗਤਾ ਮਿਟੀ ਹੋਈ ਹੈ, ਮਤਲਬ ਪ੍ਰੇਮ ਹੀ ਪ੍ਰੇਮ ਹੈ। ਤੇ ਇਸ ਕਰਕੇ ਵਾਹਿਗੁਰੂ ਵੀ ਪ੍ਰੇਮ ਦਾ ਬੱਧਾ ਹੋਇਆ ਭਗਤਾਂ ਦੇ ਕਾਰਜ ਸਵਾਰਨ ਲਈ ਆਪ ਆ ਜਾਂਦਾ। ਸੋ ਇਸ ਤਰ੍ਹਾਂ ਜਿਵੇਂ ਤੂੰ ਆਪਣੇ ਬੱਚੇ ਨਾਲ ਪਿਆਰ ਕਰਦਾ, ਇਸੇ ਤਰ੍ਹਾਂ ਵਾਹਿਗੁਰੂ ਆਪਣੇ ਸੰਤਾਂ ਨਾਲ ਪਿਆਰ ਕਰਦਾ। ਆਪਣੇ ਸੰਤ ਤੁਧ ਖਰੇ ਪਿਆਰੇ। ਇਹ ਵਾਹਿਗੁਰੂ ਜੀ, ਵਿਸ਼ੇਸ਼ ਕਰਕੇ ਤੁਹਾਡੇ ਸੰਤ ਤੁਹਾਨੂੰ ਬਹੁਤ ਚੰਗੇ ਤੇ ਪਿਆਰੇ ਹਨ। ਤੂੰ ਸੰਤਨ ਕੇ ਪ੍ਰਾਣਾ ਜੀਓ, ਤੇ ਸੰਤਾਂ ਨੇ ਤੈਨੂੰ ਆਪਣੇ ਪ੍ਰਾਣ ਬਣਾਇਆ ਹੋਇਆ। ਕਹਿੰਦੇ ਨੇ ਫਲਾਣਾ ਮੇਰੇ ਪ੍ਰਾਣ ਪਿਆਰਾ ਮਿੱਤਰ ਹੈ। ਪ੍ਰਾਣਾ ਤੋਂ ਵੀ ਪਿਆਰਾ ਮਿੱਤਰ ਹੈ, ਜਿਵੇਂ ਸਾਹ ਹੀ ਨਹੀਂ ਉਤੋਂ ਬਗੈਰ ਚੱਲਦੇ। ਇਸ ਤਰ੍ਹਾਂ ਸੰਤ ਜਨਾਂ ਨੇ ਵਾਹਿਗੁਰੂ ਦੇ ਪ੍ਰਾਣ ਆਸਰੇ ਹੋ ਕੇ ਜੀਵਨ ਬਤੀਤ ਕਰਨਾ ਹੋਇਆ ਤੇ ਵਾਹਿਗੁਰੂ ਨੂੰ ਆਪਣੇ ਪ੍ਰਾਣ ਸਮਝਿਆ ਹੋਇਆ। ਉਹਨ ਸੰਤਨ ਕਹਿ ਮੇਰਾ ਮਨ ਕੁਰਬਾਨੇ। ਇਹ ਵਾਹਿਗੁਰੂ ਜੀ, ਉਹ ਜਿਹੜੇ ਤੇਰੇ ਸੰਤ ਨੇ, ਉਹਨਾਂ ਸੰਤਾਂ ਤੋਂ ਮੇਰਾ ਮਨ ਕੁਰਬਾਨ ਹੋ ਜਾਂਦਾ। ਮੇਰਾ ਮਨ ਉਹਨਾਂ ਤੋਂ ਸਦਕੇ ਹੈ, ਵਾਰਨੇ ਫੇਰਨੇ ਜਾਂਦਾ। ਕਿਹੜੇ ਸੰਤ? ਜਿਨ ਤੂੰ ਜਾਤਾ, ਜਿਨ੍ਹਾਂ ਨੇ ਤੈਨੂੰ ਜਾਣ ਲਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਤੁਹਾਨੂੰ ਜਾਣ ਲਿਆ, ਜਾਣ ਪਛਾਣ ਕਰ ਲਈ ਹੈ। ਤੇ ਜੋ ਤੁਧ ਮਨ ਭਾਵੇਂ, ਤੇ ਜਿਹੜੇ ਤੁਹਾਡੇ ਮਨ ਨੂੰ ਭਾ ਗਏ, ਚੰਗੇ ਲੱਗੇ। ਤਿਨ ਕੈ ਸੰਗ ਸਦਾ ਸੁਖ ਪਾਇਆ। ਉਹਨਾਂ ਰੱਬ ਦੇ ਸੰਤ ਜਨਾਂ ਦੀ ਸੰਗਤ ਵਿੱਚ ਅਸੀਂ ਸਦਾ ਦਾ ਸੁਖ ਪ੍ਰਾਪਤ ਕੀਤਾ ਹੈ। ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਇਸ ਕਰਕੇ ਤੁਹਾਡਾ ਇਹ ਦਾਸ ਉਹਨਾਂ ਸੰਤਾਂ ਦੀ ਸੰਗਤ 'ਚ ਵਸਦਾ ਹੋਇਆ ਤੁਹਾਡੇ ਨਾਮ ਦੇ ਰਸ ਵਿੱਚ ਤ੍ਰਿਪਤ ਹੋ ਗਿਆ, ਰੱਜ ਗਿਆ ਹੈ, ਪੂਰਨ ਤੌਰ 'ਤੇ ਰੱਜ ਗਿਆ ਹੈ। ਤ੍ਰਿਪਤਣਾ ਮਨ ਕਰਕੇ ਤ੍ਰਿਪਤ ਹੋ ਜਾਣਾ, ਰੱਜ ਜਾਣਾ। ਨਾਨਕ ਧਰਾਪੇ ਹਰ ਨਾਮ ਸਵਾਦ, ਨਾਨਕ ਗੁਰ ਤੇ ਆਇਆ ਸਾਧ। ਅਗਾਨਾ ਸਰੀਰਕ ਤੌਰ 'ਤੇ ਰੱਜ ਗਏ, ਇੰਦਰੇ ਵੀ ਰੱਜ ਗਏ, ਮਨ ਵੀ ਰੱਜ ਗਿਆ। ਪੂਰਨ ਤੌਰ 'ਤੇ ਉਹ ਅਸੀਂ ਤ੍ਰਿਪਤ ਹੋ ਗਏ ਹਾਂ ਤੁਹਾਡੇ ਨਾਮ ਦੇ ਰਸ ਵਿੱਚ। ਮਾਝ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਬਚਨ ਫਰਮਾਉਂਦੇ ਨੇ, ਤੂੰ ਜਲ ਨਿਧ ਹਮ ਮੀਨ ਤੁਮਾਰੇ। ਜਿਵੇਂ ਬਚਨ ਹਨ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰ। ਇੱਥੇ ਵੀ ਵਚਨ ਕਰਦੇ ਸੱਚੇ ਪਾਤਸ਼ਾਹ, ਤੁਸੀਂ ਸਾਡੇ ਲਈ ਲਹਿਰਾਂ ਵਾਲੇ ਸਮੁੰਦਰ ਹੋ। ਜਲ ਨਿਧ ਸਮੁੰਦਰ ਦਾ ਨਾਮ। ਤੁਸੀਂ ਸੱਚੇ ਪਾਤਸ਼ਾਹ ਪ੍ਰੇਮ ਜਲ ਦੇ ਸਮੁੰਦਰ ਹੋ। ਅਸੀਂ ਤੁਹਾਡੇ ਵਿੱਚ ਮੱਛਦੀ ਨਹੀਂ, ਭਾਵ ਸਾਡੇ ਮਨ ਮੱਛ ਬਣੇ ਹੋਏ ਨੇ। ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ। ਦੂਜਾ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਸੱਚੇ ਪਾਤਸ਼ਾਹ ਅਸੀਂ ਪਿਆਸੇ ਚਾਤਰਿਕ ਪਪੀਏ ਹਾਂ। ਜਿਵੇਂ ਪਪੀਆ ਪਿਆਸਾ ਹੁੰਦਾ ਤੇ ਬੜੇ ਟੋਭੇ, ਦਰਿਆ, ਨਾਲੇ, ਨਦੀਆਂ, ਵਾੜੇ, ਸਮੁੰਦਰ, ਦਰਿਆ ਇਹ ਭਰੇ ਹੋਏ ਨੇ ਪਾਣੀ ਨਾਲ, ਪਰ ਪਪੀਏ ਦੀ ਪਿਆਸ ਨਹੀਂ ਬੁਝਾ ਸਕਦੇ, ਕਿਉਂਕਿ ਉਹਦੇ ਗਲੇ 'ਚ ਛੇਕ ਹੁੰਦਾ। ਤੇ ਇਸ ਕਰਕੇ ਉਹ ਪ੍ਰਮਾਤਮਾ 'ਤੇ ਟੇਕ ਰੱਖ ਕੇ ਟੇਰ ਲਾਈ ਰੱਖਦਾ, ਪ੍ਰਿਓ ਪ੍ਰਿਓ ਇੱਦਾਂ ਕੂਕਦਾ। ਤੇ ਅਕਸਰ ਫਿਰ ਉਹਦੀ ਪਿਆਸ ਬੁਝਾਉਣੀ ਹੈ ਵਾਹਿਗੁਰੂ ਨੇ, ਪੈਦਾ ਜੋ ਉਹਨੇ ਕੀਤਾ ਹੋਇਆ। ਤੇ ਫਿਰ ਵਾਹਿਗੁਰੂ ਨਛੱਤਰ ਦੀ ਸਵਾਂਤੀ ਬੂੰਦ, ਜਦੋਂ ਬੱਦਲ ਚੜ੍ਹ ਕੇ ਆਉਂਦਾ ਤੇ ਸਵਾਂਤੀ ਬੂੰਦ ਨਛੱਤਰ ਦੀ ਜਦੋਂ ਵਰਦੀ ਹੈ, ਉਹਦੇ ਮੁਖ 'ਚ ਪੈਂਦੀ ਹੈ ਤੇ ਉਹਦੀ ਪਿਆਸ ਬੁਝਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ, ਸਾਡਾ ਮਨ ਪਪੀਏ ਵਰਗਾ ਪਿਆਸਾ ਹੈ, ਪਿਆਸੇ ਪਪੀਏ ਵਰਗਾ,
ਭਾਵੇਂ ਵੇਦ ਸ਼ਾਸਤਰ ਪੁਰਾਣ ਧਰਮ ਗ੍ਰੰਥ ਗਿਆਨ ਨਾਲ ਭਰੇ ਹੋਏ ਨੇ, ਪਰ ਤੁਹਾਡੀ ਬਖਸ਼ਿਸ਼ ਤੋਂ ਬਗੈਰ ਤੁਹਾਡੇ ਨਾਮ ਦੀ ਸਵਾਂਤੀ ਬੂੰਦ ਨਹੀਂ ਪ੍ਰਾਪਤ ਹੁੰਦੀ ਤੇ ਸਾਡੀ ਪਿਆਸ ਨਹੀਂ ਬੁਝਦੀ। ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖ ਹਾਰੇ, ਅਸੀਂ ਪਿਆਸੇ ਚਾਤਰਿਕ ਪਪੀਏ ਦੀ ਨਿਆਈ ਹਾਂ। ਤੁਹਾਡਾ ਨਾਮ ਹੀ ਸਵਾਂਤੀ ਬੂੰਦ ਹੈ। ਤੁਮਰੀ ਆਸ ਪਿਆਸਾ ਤੁਮਰੀ, ਸੱਚੇ ਪਾਤਸ਼ਾਹ ਆਸ ਤੁਹਾਡੇ ਤੇ ਲਾਈ ਹੋਈ ਹੈ, ਪਿਆਸਾ ਤੁਹਾਡੀ ਹੈ। ਤੁਮ ਹੀ ਸੰਗ ਮਨ ਲੀਨਾ ਜੀਓ, ਸਾਡਾ ਮਨ ਤੁਹਾਡੇ ਸੰਗ ਸਾਥ ਹੀ ਲੀਨ ਹੋਇਆ ਹੋਇਆ, ਹੋਰ ਕੁਝ ਦਿਸਦਾ ਨਹੀਂ, ਹੋਰ ਕਿਸੇ ਪਾਸੇ ਕੋਈ ਟੇਕ ਹੀ ਨਹੀਂ, ਹੋਰ ਕਿਸੇ ਦਾ ਖਿਆਲ ਹੀ ਨਹੀਂ ਹੈ। ਜਿਉ ਬਾਰਕ ਪੀ ਖੀਰ ਅਗਾਵੈ, ਹੋਰ ਦ੍ਰਿਸ਼ਟਾਂਤ ਦੇ ਰਹੇ ਨੇ ਸੱਚੇ ਪਾਤਸ਼ਾਹ। ਜਿਵੇਂ ਕੋਈ ਛੋਟਾ ਜਿਹਾ ਬਾਲਕ ਬੱਚਾ ਆਪਣੀ ਮਾਂ ਦਾ ਦੁੱਧ ਪੀ ਕੇ, ਖੀਰ ਦਾ ਅਰਥ ਦੁੱਧ ਹੈ, ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਏ। ਜਿਉ ਬਾਰਕ ਪੀ ਖੀਰ ਅਗਾਵੈ, ਜਿਵੇਂ ਬਾਲਕ ਭੁੱਖਾ ਹੁੰਦਾ ਤੇ ਮਾਂ ਦਾ ਦੁੱਧ ਪੀ ਕੇ ਉਹ ਰੱਜ ਜਾਂਦਾ। ਜਿਉ ਨਿਰਧਨ, ਧਨ ਦੇਖ ਸੁਖ ਪਾਵੈ, ਜਿਸ ਤਰ੍ਹਾਂ ਨਿਰਧਨ ਕੰਗਾਲ ਬੰਦਾ ਬੜਾ ਦੁਖੀ ਹੁੰਦਾ, ਕਿਉਂਕਿ ਭੁੱਖ ਦਾ ਦੁੱਖ ਵੀ ਬੜਾ ਜ਼ਬਰਦਸਤ ਹੈ, ਗਰੀਬੀ ਬੜੀ ਦੁੱਖ ਦਿੰਦੀ ਹੈ। ਜਿਉ ਨਿਰਧਨ, ਜਿਹਦੇ ਕੋਲ ਧਨ ਹੈ ਹੀ ਨਹੀਂ ਤੇ ਲੋੜਾਂ ਨਹੀਂ ਪੂਰੀਆਂ ਹੁੰਦੀਆਂ, ਧਨ ਦੇਖ ਸੁਖ ਪਾਵੈ, ਤੇ ਉਹਨੂੰ ਧਨ ਪ੍ਰਾਪਤ ਹੋ ਜਾਏ, ਧਨ ਨੂੰ ਵੇਖ ਕੇ ਹੀ ਉਹ ਸੁਖ ਪ੍ਰਾਪਤ ਕਰਦਾ ਹੈ। ਤ੍ਰਿਖਾਵੰਤ ਜਲ ਪੀਵਤ ਠੰਡਾ, ਤੇ ਜਿਹੜਾ ਪਿਆਸਾ ਮਨੁੱਖ ਹੋਵੇ, ਬਹੁਤ ਜ਼ਿਆਦਾ ਤ੍ਰਿਖਾ ਪਿਆਸ ਤੇ ਲੱਗੀ ਹੋਵੇ, ਉਹਨੂੰ ਜਲ ਮਿਲ ਜੇ ਠੰਡਾ ਪੀਣ ਨੂੰ, ਤੇ ਜਿਵੇਂ ਉਹ ਠੰਡਾ ਜਲ ਪੀਂਦਿਆਂ ਸਾਰੇ ਖੁਸ਼ ਪ੍ਰਸੰਨ ਹੋ ਜਾਂਦਾ। ਜਾਂ ਤ੍ਰਿਖਾਵੰਤ ਜਲ ਪੀਵਤ ਠੰਡਾ, ਜਲ ਪੀਂਦਿਆਂ ਸਾਰੀ ਠੰਡਾ ਸੀਤਲ ਭਾਵ ਸ਼ਾਂਤੀ ਉਹਦੇ ਅੰਦਰ ਹੋ ਜਾਂਦੀ, ਉਹਦਾ ਮਨ ਸ਼ਾਂਤ ਹੋ ਜਾਂਦਾ। ਤਿਉ ਹਰ ਸੰਗ ਇਹ ਮਨ ਭੀਨਾ ਜੀਓ। ਇਸੇ ਤਰ੍ਹਾਂ ਹਰੀ ਪ੍ਰਮਾਤਮਾ ਦੇ ਸੰਗ ਸਾਥ ਨਾਲ ਇਹ ਸਾਡਾ ਮਨ ਭੀਨਾ ਭਿੱਜਿਆ ਹੋਇਆ ਹੈ, ਭਾਵ ਵਾਹਿਗੁਰੂ ਨੂੰ ਛੱਡਣਾ ਨਹੀਂ ਚਾਹੁੰਦਾ, ਉੱਥੇ ਹੀ ਆਨੰਦ ਹੈ। ਜਿਉਂ ਅੰਧਿਆਰ ਹੈ ਦੀਪਕ ਪ੍ਰਗਾਸਾ, ਜਿਸ ਤਰ੍ਹਾਂ ਘੁੱਪ ਹਨੇਰੇ ਵਿੱਚ ਕਿਸੇ ਘਰ 'ਚ ਕਿਸੇ ਕਮਰੇ 'ਚ ਘੁੱਪ ਹਨੇਰਾ ਛਾਇਆ ਹੋਇਆ ਤੇ ਦੀਵਾ ਜਗਾਉਣ ਨਾਲ ਉੱਥੇ ਪ੍ਰਕਾਸ਼ ਚਾਨਣ ਹੋ ਜਾਂਦਾ ਹੈ। ਭਤਵਾ ਭਰਤਾ ਚਿਤਵਤ ਪੂਰਨਸ, ਭਰਤਾ ਮੈਨੇ ਪਤੀ, ਜਿਵੇਂ ਕਿਸੇ ਪਤੀ ਵਰਤਾ ਇਸਤਰੀ ਦਾ ਪਤੀ ਪ੍ਰਦੇਸ਼ ਗਿਆ ਹੋਇਆ ਜਾਂ ਕਿਤੇ ਦੁਰਾਡੇ ਗਿਆ ਹੋਇਆ ਤੇ ਉਹ ਬਿਰਹਿਣੀ ਬਣ ਕੇ ਆਪਣੇ ਪਤੀ ਦੇ ਦਰਸ਼ਨਾਂ ਦੀ ਚਿਤਵਨੀ ਕਰਦੀ ਹੈ, ਤੇ ਫਿਰ ਉਸ ਚਿਤਵਨੀ ਕਰਕੇ ਪੂਰਨ ਆਸਾ, ਉਹਦੀ ਆਸਾ ਪੂਰੀ ਹੁੰਦੀ ਆ। ਮਿਲ ਪ੍ਰੀਤਮ ਜਿਉਂ ਹੋਤ ਨੰਦਾ, ਉਹਦੀ ਆਸਾ ਜਦੋਂ ਪੂਰੀ ਹੁੰਦੀ, ਉਹਦਾ ਪ੍ਰੀਤਮ ਪਤੀ ਮਿਲ ਜਾਂਦਾ ਤੇ ਜਿਵੇਂ ਉਸ ਨੂੰ ਮਿਲ ਕੇ ਉਹਨੂੰ ਆਨੰਦ ਛਾ ਜਾਂਦਾ। ਤੇ ਉਹ ਹਰ ਰੰਗ ਮਨ ਰੰਗੀਨਾ ਜੀ। ਇਸੇ ਤਰ੍ਹਾਂ ਸਾਡਾ ਮਨ ਵੀ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੀਨਾ ਰੰਗਿਆ ਗਿਆ ਹੈ। ਸੰਤਨ ਮੋਕੋ ਹਰ ਮਾਰਗ ਪਾਇਆ, ਪਰ ਰੱਬ ਦੇ ਸੰਤ ਜਨਾਂ ਨੇ ਮੇਰੇ ਤਾਈਂ ਹਰੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਮਾਰਗ ਤੇ ਪਾਇਆ ਤੋਰਿਆ ਹੈ। ਸਾਧ ਕਿਰਪਾਲ ਹਰ ਸੰਗ ਗਿਝਾਇਆ, ਸਾਧੂ ਸਤਿਗੁਰੂ ਜੀ ਕਿਰਪਾਲੂ ਦਿਆਲੂ ਹੋਏ ਨੇ, ਤਾਂ ਉਹਨਾਂ ਨੇ ਹਰੀ ਪ੍ਰਮਾਤਮਾ ਦੇ ਸੰਗ ਸਾਥ ਮੇਰੇ ਮਨ ਨੂੰ ਗੇਜ ਪਾ ਦਿੱਤੀ ਹੈ। ਰਸਨਾ ਗੀਧੀ ਬੋਲਤ ਰਾਮ ਜਿਵੇਂ ਬਚਨ, ਰਸਨਾ ਵੀ ਰਾਮ ਰਾਮ ਬੋਲਦੀ ਹੋਈ ਗਿੱਝ ਗਈ ਹੈ। ਇਸੇ ਤਰ੍ਹਾਂ ਮੈਨੂੰ ਗਿਝਾ ਦਿੱਤਾ, ਭਾਵ ਆਦਤ ਪਾ ਦਿੱਤੀ ਹੈ। ਹੁਣ ਲਗਾਤਾਰ ਹੀ ਪ੍ਰੇਮ ਬਣ ਗਿਆ ਵਾਹਿਗੁਰੂ ਨਾਲ। ਹਰ ਹਮਰਾ ਹਮ ਹਰ ਕੇ ਦਾਸੇ, ਹਰੀ ਪ੍ਰਮਾਤਮਾ ਹੁਣ ਸਾਡਾ ਹੈ, ਅਸੀਂ ਵਾਹਿਗੁਰੂ ਜੀ ਦੇ ਦਾਸ ਹਾਂ। ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ। ਮੇਰੇ ਸਤਿਗੁਰੂ ਮਹਾਰਾਜ ਜੀ ਨੇ ਮੈਨੂੰ ਸੱਚ ਸਰੂਪ ਪ੍ਰਮਾਤਮਾ ਦੇ ਨਾਮ ਦਾ ਸ਼ਬਦ ਬਖਸ਼ਿਆ ਹੈ। ਵਾਹਿਗੁਰੂ ਦੀ ਵਡਿਆਈ ਵਾਲਾ ਸ਼ਬਦ, ਉਪਦੇਸ਼, ਪ੍ਰਮਾਤਮਾ ਦੀ ਮਹਿਮਾ ਦਾ ਸ਼ਬਦ, ਜੋ ਸੱਚ ਹੈ ਵਾਹਿਗੁਰੂ, ਤੇ ਸੱਚਾ ਉਸ ਦਾ ਨਾਮ ਹੈ, ਸੱਚੀ ਹੀ ਉਸ ਦੀ ਵਡਿਆਈ ਹੈ। ਇਹ ਸੱਚਾ ਸ਼ਬਦ ਮੇਰੇ ਸਤਿਗੁਰੂ ਨੇ ਮੈਨੂੰ ਬਖਸ਼ਿਆ ਹੈ, ਤੇ ਜਿਸ ਦੇ ਆਸਰੇ ਮੈਂ ਜੀਵਨ ਬਤੀਤ ਕਰ ਰਿਹਾ ਹਾਂ। ਮਾਝ ਮਹੱਲਾ ਪੰਜਵਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਮਾਝ ਰਾਗ ਵਿੱਚ ਅਗਲਾ ਸ਼ਬਦ ਉਚਾਰਦੇ ਹਨ। ਅੰਮ੍ਰਿਤ ਨਾਮ ਸਦਾ ਨਿਰਮਲੀਆ। ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ, ਆਤਮਿਕ ਮੌਤ ਨੂੰ ਦੂਰ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ, ਤੇ ਸਦਾ ਵਾਸਤੇ ਨਿਰਮਲ, ਉਜਲ ਤੇ ਪਵਿੱਤਰ ਹੈ। ਸੁਖਦਾਈ ਦੂਖ ਬਿਡਾਰਨ ਹਰੀਆ। ਇਹ ਅੰਮ੍ਰਿਤ ਨਾਮ, ਇਹ ਨਿਰਮਲ, ਉਜਲ, ਪਵਿੱਤਰ ਨਾਮ ਵਾਹਿਗੁਰੂ ਜੀ ਦਾ, ਇਹ ਸਦਾ ਲਈ ਸੁਖਦਾਈ ਹੈ, ਸੁਖ ਦੇਣ ਵਾਲਾ, ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ।
ਦੁਨੀਆ ਅਸੀਂ ਸਭ ਸੰਸਾਰ ਦੇ ਜੀਵ ਸੁਖ ਦੀ ਭਾਲ ਵਿੱਚ ਹਾਂ, ਪਰ ਕਲਪਨਾ ਗਲਤ ਕੀਤੀ ਹੈ। ਸੁਖ ਦੀ ਪਰਿਭਾਸ਼ਾ ਹੀ ਹੋਰ ਸਮਝੀ ਹੈ। ਇਹ ਸੁਖ ਅਸੀਂ ਲੱਭਦੇ ਹੀ ਨਹੀਂ, ਦੀ ਇਸ ਸੁਖ ਦੀ ਅਹਿਮੀਅਤ ਦਾ ਸਾਨੂੰ ਪਤਾ ਹੀ ਨਹੀਂ। ਵਾਹਿਗੁਰੂ ਦਾ ਨਾਮ ਹੀ ਸੁਖਦਾਈ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ। ਸੁਖਦਾਈ, ਦੁੱਖ ਵਿਡਾਰਨ ਹਰੀਆ, ਦੁੱਖ ਨੂੰ ਵਿਡਾਰਨਾ, ਨਾਸ ਕਰਨਾ। ਦੁੱਖ ਨੂੰ ਮਾਰ ਕੇ ਨਾਸ ਕਰਨ ਵਾਲਾ ਹਰੀ ਦਾ ਨਾਮ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਅਵਰ ਸਾਧ ਚਖ ਸਗਲੇ ਦੇਖੇ, ਸਗਲੇ ਸਾਰੇ ਹੀ ਹੋਰ ਸਵਾਦ ਚਖ ਕੇ ਵੇਖ ਲਏ ਹਨ। ਮਨ ਹਰ ਰਸ ਸਭ ਤੇ ਮੀਠਾ ਜੀਓ। ਜਿਵੇਂ ਫਰੀਦ ਨੇ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਫਰੀਦ ਜੀ ਕਹਿੰਦੇ ਨੇ ਕਿ ਸਾਰੀਆਂ ਵਸਤੂਆਂ ਖਾ ਪੀ ਕੇ ਵੇਖੀਆਂ ਹਨ। ਸ਼ੱਕਰ ਵੀ ਬੜੀ ਮਿੱਠੀ ਹੈ, ਖੰਡ ਵੀ, ਮਿਸ਼ਰੀ ਵੀ, ਗੁੜ ਵੀ, ਸ਼ਹਿਦ ਵੀ ਅਤੇ ਮੱਝਾਂ ਦਾ ਦੁੱਧ ਵੀ। ਇਹ ਸਭ ਚੀਜ਼ਾਂ ਮਿੱਠੀਆਂ ਹਨ। ਪਰ ਹੇ ਰੱਬ ਜੀ, ਜੋ ਤੁਹਾਡਾ ਸਵਾਦ ਆ ਇਹਦੇ ਬਰਾਬਰ ਕੋਈ ਵੀ ਨਹੀਂ ਪੁੱਜਦੀ। ਇਹ ਤਾਂ ਬਹੁਤ ਥੱਲੇ ਰਹਿ ਗਈਆਂ ਨਾ। ਮਨ ਹਰ ਰਸ ਸਭ ਤੇ ਮੀਠਾ ਜੀਓ। ਮਨ ਦੇ ਤਾਈਂ ਹਰੀ ਦਾ ਰਸ ਪ੍ਰਾਪਤ ਹੋਇਆ, ਇਹ ਸਭ ਤੋਂ ਮਿੱਠਾ ਹੈ। ਮਨਾ ਸਾਰੇ ਸਵਾਦ ਚੱਖ ਕੇ ਤੂੰ ਵੇਖੇ ਹਨ। ਹਰੀ ਪਰਮੇਸ਼ਰ ਦੇ ਨਾਮ ਦਾ ਰਸ ਹੀ ਸਭ ਤੋਂ ਮਿੱਠਾ ਹੈ। ਜੋ ਜੋ ਪੀਵੈ ਸੋ ਤ੍ਰਿਪਤਾਵੈ। ਜਿਹੜਾ ਜਿਹੜਾ ਇਸ ਨਾਮ ਰਸ ਨੂੰ, ਅੰਮ੍ਰਿਤ ਨੂੰ ਪੀਂਦਾ ਹੈ, ਉਹ ਤ੍ਰਿਪਤਾਵੈ, ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ। ਉਹਦੇ ਅੰਦਰ ਐਸਾ ਸੰਤੋਖ ਬਣ ਜਾਂਦਾ, ਉਹਨੂੰ ਹੋਰ ਚੀਜ਼ਾਂ ਨਾਲ, ਖਾਣ ਪੀਣ ਅਤੇ ਪਦਾਰਥਾਂ ਨੂੰ ਜਮ੍ਹਾਂ ਕਰਨ ਨਾਲ ਲਗਾ ਹੀ ਨਹੀਂ ਰਹਿੰਦਾ। ਨਾਨਕ ਧਰਾਪੇ ਹਰ ਨਾਮ ਸਵਾਦ। ਸੋ ਇਸ ਪ੍ਰਕਾਰ ਤ੍ਰਿਪਤੀ ਹੋ ਜਾਂਦੀ ਹੈ, ਵਾਸ਼ਨਾ ਹੀ ਮਿਟ ਜਾਂਦੀਆਂ ਹਨ। ਅਮਰ ਹੋਵੇ ਜੋ ਨਾਮ ਰਸ ਪੀਵੈ। ਜਿਹੜਾ ਵਾਹਿਗੁਰੂ ਦੇ ਨਾਮ ਦੇ ਅਮਰ ਹੋਵੇ, ਜੋ ਨਾਮ ਰਸ ਪਾਵੈ, ਮਾਫ ਕਰਨਾ, ਜਿਹੜਾ ਨਾਮ ਦੇ ਰਸ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਅਮਰ ਹੋ ਜਾਂਦਾ। ਹੁਣ ਕੋਈ ਸਵਾਲ ਕਰੇ ਵੀ ਸਰੀਰਕ ਤੌਰ 'ਤੇ ਅਮਰ ਤੇ ਕੋਈ ਨਹੀਂ ਰਹਿੰਦਾ। ਸਰੀਰਕ ਤੌਰ 'ਤੇ ਕੋਈ ਅਮਰ ਨਹੀਂ ਹੁੰਦਾ, ਪਰ ਬਾਕੀ ਲੋਕ ਇਸ ਮਨੁੱਖਾ ਦੇਹ ਨੂੰ ਤਿਆਗ ਕੇ ਜਦੋਂ ਸਰੀਰ ਮੁਰਦਾ ਹੁੰਦਾ ਤਾਂ ਫਿਰ ਟੇਢੀਆਂ ਜੂਨਾਂ 'ਚ ਪੈਂਦੇ ਨੇ। ਪਰ ਰੱਬ ਦਾ ਜੋ ਸੰਤ ਹੈ, ਨਾਮ ਰਸੀਆ, ਨਾਮ ਰਸ ਜਿਸਨੇ ਪ੍ਰਾਪਤ ਕੀਤਾ, ਉਹ ਅਮਰ ਪਦਵੀ ਨੂੰ ਪ੍ਰਾਪਤ ਕਰਦਾ। ਉਹਦੇ ਸੂਖਮ ਸਥੂਲ ਤੇ ਕਾਰਨ ਸਰੀਰ ਖਤਮ ਹੋ ਕੇ ਆਤਮਾ ਜੋਤ ਜੋ ਹੈ ਪਰਮਾਤਮਾ 'ਚ ਮਿਲ ਜਾਂਦੀ। ਪਰਮਾਤਮਾ ਅਮਰ ਹੈ। ਜੋਤ ਤਾਂ ਅਮਰ ਸਭ ਦੇ ਅੰਦਰ ਹੈ, ਪਰ ਉਹ ਟੇਢੀਆਂ ਮੇਢੀਆਂ ਜੂਨਾਂ 'ਚ ਪਏ ਫਿਰਦੇ ਨੇ ਲੋਕ। ਅਮਰ ਥੋੜ੍ਹਾ ਹੋਏ ਫਿਰ, ਉਹ ਤਾਂ ਹੇਠਾਂ ਨੂੰ ਡਿੱਗ ਪਏ ਨਾ। ਇਸ ਤਰ੍ਹਾਂ ਦੁੱਖਾਂ ਤਕਲੀਫਾਂ ਘੁੰਮਣ ਘੇਰੀ 'ਚ ਪਏ ਰਹੇ, ਪਰ ਉਹ ਅਮਰ ਪਦਵੀ ਪ੍ਰਾਪਤ ਕਰਦਾ ਹੈ ਜੋ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਲੈਂਦਾ। ਨਾਮ ਨਿਧਾਨ ਤਿਸਹਿ ਪ੍ਰਾਪਤ। ਨਾਮ ਬਹੁਤ ਵੱਡਾ ਖਜ਼ਾਨਾ ਹੈ, ਪਰ ਇਹ ਤਿਸ ਵਿਅਕਤੀ ਨੂੰ ਹੀ ਪ੍ਰਾਪਤ ਹੁੰਦਾ ਜਿਸ ਸ਼ਬਦ ਗੁਰੂ ਮਨ ਊਠਾ ਜੀਓ। ਜਿਸ ਦੇ ਮਨ ਅੰਦਰ ਗੁਰੂ ਕਾ ਸ਼ਬਦ ਵਸ ਗਿਆ ਹੈ, ਇਹ ਨਾਮ ਰੂਪ ਖਜ਼ਾਨਾ ਉਸ ਨੂੰ ਪ੍ਰਾਪਤ ਹੋਇਆ, ਕਿਉਂਕਿ ਸ਼ਬਦ ਵਿੱਚ ਨਾਮ ਦੀ ਬਾਰ-ਬਾਰ ਮਹਿਮਾ ਹੈ। ਗੁਰੂ ਕਾ ਸ਼ਬਦ ਮਨ 'ਚ ਵਸ ਗਿਆ ਅਤੇ ਨਾਮ ਅੰਦਰ ਆ ਗਿਆ, ਪ੍ਰਾਪਤ ਹੋ ਗਿਆ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ। ਹਾਂਜੀ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ, ਉਹ ਤ੍ਰਿਪਤੀ ਦੇ ਸਹਿਤ ਹੋਏ। ਅਗਾਨਾ, ਰੱਜ ਗਏ। ਮਨ ਬਾਣੀ ਸਰੀਰ ਕਰਕੇ ਰੱਜ ਗਏ, ਇੰਦਰੀਆਂ ਕਰਕੇ ਰੱਜ ਗਏ। ਜਿਨ ਹਰ ਸਾਧ ਪਾਇਆ ਸੋ ਨਾਹੀਂ ਡੋਲਾਨਾ। ਜਿਸ ਨੇ ਹਰੀ ਪਰਮੇਸ਼ਰ ਦੇ ਨਾਮ ਦਾ ਸਵਾਦ ਪ੍ਰਾਪਤ ਕੀਤਾ, ਉਹ ਡੋਲਦਾ ਨਹੀਂ ਕਦੇ। ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਭਾਗੀਠਾ ਜੀਓ। ਇਹ ਵਾਹਿਗੁਰੂ ਵਾਹਿਗੁਰੂ ਨਾਮ ਦੀ ਦਾਤ ਉਹਨਾਂ ਦੇ ਤਾਈਂ ਪ੍ਰਾਪਤ ਹੋਈ ਹੈ, ਉਸ ਦੇ ਤਾਈਂ ਪ੍ਰਾਪਤ ਹੋਈ ਹੈ ਜਿਸ ਦੇ ਮਸਤਕ ਤੇ ਮੱਥੇ ਤੇ ਸਵੱਲਾ ਭਾਗ ਲਿਖਿਆ, ਜਾਂ ਮਸਤਕ ਤੇ ਭਾਗ ਜਾਗ ਪਿਆ ਹੈ। ਉੱਚਾ ਵੱਡਾ ਮਹਾਨ ਭਾਗ ਜਾਗ ਪਿਆ ਹੈ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਇਹ ਵਾਹਿਗੁਰੂ ਜੀ ਦੇ ਨਾਮ ਦੀ ਮਹਾਨਤਾ ਪ੍ਰਗਟ ਕਰ ਰਹੇ ਨੇ ਵੀ ਜਿਸ ਇੱਕ ਵਿਅਕਤੀ ਦੇ ਹੱਥ ਹਰੀ ਪਰਮੇਸ਼ਰ ਦਾ ਨਾਮ ਆ ਗਿਆ, ਉਸ ਤੋਂ ਅੱਗੇ ਅਨੇਕਾਂ ਨੂੰ ਲਾਭ ਪਹੁੰਚਦਾ ਹੈ। ਅਨੇਕਾਂ ਲਾਭ ਦੇ ਪਾਤਰ ਬਣ ਜਾਂਦੇ ਨੇ ਉਹਦੀ ਸੰਗਤ ਕਰਕੇ। ਵਰਸਾਣੇ ਦਾ ਮਤਲਬ ਫਲ ਪ੍ਰਾਪਤ ਹੁੰਦਾ ਅਨੇਕਾਂ ਨੂੰ, ਕਿਉਂਕਿ ਅਕਸਰ ਤੇ ਉਹਨੇ ਸਮਾਜ 'ਚ ਦੁਨੀਆ 'ਚ ਵਿਚਰਨਾ ਨਾ। ਜਿਹਦੇ ਹਿਰਦੇ 'ਚ ਨਾਮ ਹੈ, ਉਹਦੇ ਦਰਸ਼ਨ ਕਰਕੇ, ਉਹਦੇ ਬਚਨ ਵਿਲਾਸ ਸੁਣ ਕੇ, ਉਹਦੀ ਸੇਵਾ ਕਰਕੇ ਅਨੇਕਾਂ ਨੂੰ ਲਾਭ ਪਹੁੰਚਦਾ।
ਤਿਸ ਲਗ ਮੁਕਤ ਭਏ ਘਨੇਰੇ। ਤਿਸ ਵਿਅਕਤੀ ਨੂੰ ਜਿਵੇਂ ਬਚਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੀ ਖਲਕਤ ਹੋਰ ਵੀ ਨਾਲ ਛੁੱਟ ਗਈ ਉਹਨਾਂ ਦੀ ਸੰਗਤ ਦੁਆਰਾ। ਤਿਸ ਲਗ ਮੁਕਤ ਭਏ ਘਨੇਰੇ, ਤਿਸ ਮਹਾਤਮਾ ਦੀ ਸੰਗਤ ਲੱਗ ਕੇ ਘਨੇਰੇ ਬਹੁਤ ਲੋਕ, ਘਣੇ ਮਤਲਬ ਬਹੁਤੇ ਲੋਕ ਮੁਕਤ ਹੋਏ, ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕੀਤੀ, ਬੰਦਗੀ ਕਰਕੇ ਛੁਟਕਾਰਾ ਹਾਸਲ ਕੀਤਾ ਜੰਮਣ ਮਰਨ ਤੋਂ। ਨਾਮ ਨਿਧਾਨਾ ਗੁਰਮੁਖ ਪਾਈਐ। ਨਾਮ ਰੂਪੀ ਖਜ਼ਾਨਾ ਗੁਰਾਂ ਦੇ ਸਨਮੁਖ ਹੋ ਕੇ ਪ੍ਰਾਪਤ ਕੀਤਾ ਜਾਂਦਾ, ਗੁਰੂ ਨੂੰ ਸਮਰਪਣ ਹੋ ਕੇ ਹੀ ਪ੍ਰਾਪਤ ਕੀਤਾ ਜਾਂਦਾ। ਕਹੋ ਨਾਨਕ ਵਿਰਲੀ ਡੀਠਾ ਜੀਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹੀ ਗੱਲ ਕਹੋ ਵੀ ਵਿਰਲਿਆਂ ਨੇ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਦੇ ਦਰਸ਼ਨ ਕੀਤੇ ਨੇ। ਨਾਮ ਦਾ ਖਜ਼ਾਨਾ ਵਿਰਲਿਆਂ ਨੇ ਭਾਵਨਾ ਸਹਿਤ ਦਰਸ਼ਨ ਕੀਤਾ। ਇਸ ਨਾਮ ਦੀ ਮਹਿਮਾ ਨੂੰ ਭਾਵਨਾ ਵਾਲੇ ਵਿਰਲਿਆਂ ਨੇ ਪਛਾਣਿਆ। ਮਾਝ ਮਹੱਲਾ ਪੰਜਵਾ। ਹਜੂਰ ਅਗਲਾ ਸ਼ਬਦ ਉਚਾਰਦੇ ਹਨ, ਨਿੱਧ ਸਿੱਧ ਰਿੱਧ ਹਰ 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 ਮੇਰਾ। ਹਰੀ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਦੁਨੀਆ ਦੇ 9 ਖਜ਼ਾਨੇ ਹਨ। ਹਰੀ ਪਰਮੇਸ਼ਰ ਦਾ ਨਾਮ ਹੀ ਮੇਰੇ ਲਈ 18 ਪ੍ਰਕਾਰ ਦੀਆਂ ਸਿੱਧੀਆਂ ਸ਼ਕਤੀਆਂ ਹਨ। ਤੇ ਹਰੀ ਦਾ ਨਾਮ ਹੀ ਮੇਰੇ ਵਾਸਤੇ ਰਿੱਧੀ ਅੰਨ ਦੀ ਤੋੜਤਾ ਵਾਲੀ ਜਿਹੜੀ ਸ਼ਕਤੀ ਉਹ ਹੈ। ਜਨਮ ਪਦਾਰਥ ਗਹਿਰ ਗੰਭੀਰ ਹੈ। ਜਿਹੜਾ ਗਹਿਰ ਨਿਰਹਲ ਡੂੰਘਾ ਅਥਾਹ ਹੈ ਪਰਮਾਤਮਾ, ਤੇ ਗੰਭੀਰ ਨਿਰਹਲ ਹੈ। ਬਹੁਤ ਵੱਡੇ ਮਹਾਨ ਜਿਗਰੇ ਵਾਲਾ ਧੀਰਜ ਵਾਲਾ ਵਾਹਿਗੁਰੂ, ਜਿਹਨੂੰ ਕੋਈ ਡੁਲਾ ਨਹੀਂ ਸਕਦਾ ਅਡੋਲ। ਉਸ ਪਰਮਾਤਮਾ ਦਾ ਨਾਮ ਜਪਣਾ ਤੇ ਮਨੁੱਖਾ ਜਨਮ ਪਦਾਰਥ ਮਤਲਬ ਬਹੁਤ ਮਹਿੰਗੀ ਵਸਤੂ, ਇਹ ਉਸ ਗੈਰ ਗੰਭੀਰ ਪਰਮਾਤਮਾ ਦੀ ਬਖਸ਼ਿਸ਼ ਨਾਲ ਮਨੁੱਖਾ ਜਨਮ ਪ੍ਰਾਪਤ ਹੋਇਆ। ਲੱਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ। ਜਿਹੜਾ ਵਿਅਕਤੀ ਸਤਿਗੁਰਾਂ ਦੇ ਚਰਨੀ ਲੱਗ ਜਾਂਦਾ ਹੈ, ਉਹ ਲੱਖਾਂ ਕਰੋੜਾਂ ਖੁਸ਼ੀਆਂ ਰੰਗ ਆਨੰਦ ਰਾਵੈ ਮੈਨੇ ਮਾਣਦਾ ਹੈ। ਦਰਸ਼ਨ ਪੇਖਤ ਭਏ ਪੁਨੀਤਾ। ਐਸੇ ਸਤਿਗੁਰਾਂ ਦਾ ਦਰਸ਼ਨ ਕਰਕੇ ਉਹ ਮਨੁੱਖ, ਉਹ ਸੰਤ, ਉਹ ਗੁਰਮੁਖ ਗੁਰਸਿੱਖ ਪੁਨੀਤਾ ਪਵਿੱਤਰ ਹੋ ਗਏ ਨੇ। ਸਗਲ ਉਧਾਰੇ ਭਾਈ ਮੀਤਾ। ਉਹਨੇ ਸਾਰੇ ਆਪਣੇ ਭਰਾ ਮਿੱਤਰ ਵੀ ਉਧਾਰ ਦਿੱਤੇ, ਉੱਚੇ ਚੁੱਕ ਦਿੱਤੇ, ਸੰਸਾਰ ਸਮੁੰਦਰ ਤੋਂ ਤਾਰ ਦਿੱਤੇ। ਜਿਵੇਂ ਪਿੱਛੇ ਬਚਨ ਆ ਗਿਆ, ਹਰ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ। ਜਿਹੜੇ ਵੀ ਉਹਦੇ ਆਖੇ ਲੱਗੇ, ਸਤਿਕਾਰ ਮਨ 'ਚ ਭਾਵਨਾ ਹੋਈ ਤੇ ਉਹਦੇ ਅਨੁਸਾਰ ਹੋ ਕੇ ਚੱਲੇ, ਉਧਰ ਗਏ। ਭਾਈ ਮੀਤਾ ਇਹ ਇੰਦਰੇ ਆਦਿਕ ਜਿਹੜੇ ਹਨ ਸਾਡੇ, ਇਹ ਵੀ ਕਹਿੰਦੇ ਸਾਰੇ ਉਧਾਰ ਦਿੱਤੇ ਵਾਹਿਗੁਰੂ ਨੇ, ਸੰਸਾਰ ਤੋਂ ਉੱਚੇ ਚੁੱਕ ਦਿੱਤੇ। ਅਗਮ ਅਗੋਚਰ ਸੁਆਮੀ ਆਪਣਾ। ਅਗਮ ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਅਗੋਚਰ ਇੰਦਰੀਆਂ ਤੋਂ ਅਵਿਸ਼ੇ ਹੈ। ਸੁਆਮੀ ਜੋ ਆਪਣਾ ਖਸਮ ਹੈ। ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਐਸਾ ਜੋ ਵਾਹਿਗੁਰੂ ਹੈ ਸੱਚ ਸਰੂਪ ਸਦਾ ਥਿਰ ਰਹਿਣ ਵਾਲਾ, ਆਪਣੇ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦਾ ਅਸੀਂ ਧਿਆਨ ਧਰਦੇ ਹਾਂ, ਉਹਦਾ ਸਿਮਰਨ ਕਰਦੇ ਹਾਂ। ਜਾਂ ਕਉ ਖੋਜੈ ਸਰਬ ਉਪਾਏ। ਸਭ ਜਿਹੜੇ ਪਰਮਾਤਮਾ ਦੇ ਪੈਦਾ ਕੀਤੇ ਹੋਏ, ਜਿਸ ਵਾਹਿਗੁਰੂ ਨੂੰ ਸਾਰੇ ਖੋਜਦੇ ਫਿਰਦੇ ਨੇ, ਪਰ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ। ਕੋਈ ਵਿਰਲਾ ਵਡਭਾਗੀ, ਵੱਡਿਆਂ ਭਾਗਾਂ ਵਾਲਾ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਕਰਦਾ। ਊਚ ਅਪਾਰ ਅਗੋਚਰ ਥਾਨਾ। ਉਹ ਵਾਹਿਗੁਰੂ ਪਰਮਾਤਮਾ ਜੋ ਸਭ ਤੋਂ ਉੱਚਾ ਹੈ, ਅਪਾਰ ਬੇਅੰਤ ਹੈ, ਅਗੋਚਰ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਸ ਦਾ ਅਸਥਾਨ ਵੀ ਬੜਾ ਉੱਚਾ ਹੈ। ਉਹ ਮਹਿਲ ਗੁਰੂ ਦਿਖਾਈ ਜੀਓ। ਉਹ ਉਸ ਪਰਮਾਤਮਾ ਦਾ ਸਰੂਪ ਰੂਪੀ ਮਹੱਲ ਸਤਿਗੁਰੂ ਮਹਾਰਾਜ ਜੀ ਦਿਖਾਉਂਦੇ ਹਨ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ। ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਤੁਸੀਂ ਬਹੁਤ ਅਥਾਹ ਹੋ, ਡੂੰਘੇ ਹੋ ਤੇ ਗੰਭੀਰ ਨਿਰਹਲ ਅਡੋਲ ਹੋ, ਇਸ ਤਰ੍ਹਾਂ ਹੀ ਤੁਹਾਡਾ ਨਾਮ ਵੀ ਬੜਾ ਗਹਿਰਾ ਹੈ, ਬੜਾ ਗੰਭੀਰ ਹੈ। ਜਿਹੜਾ ਤੁਹਾਡੇ ਨਾਮ ਨਾਲ ਜੁੜ ਜਾਂਦਾ, ਉਹਦਾ ਹਿਰਦਾ ਵੀ ਬੜਾ ਗਹਿਰ ਹੋ ਜਾਂਦਾ, ਡੂੰਘਾ ਅਥਾਹ, ਤੇ ਉਹਦਾ ਹਿਰਦਾ ਵੀ ਗੰਭੀਰ ਅਡੋਲ ਅਹਿਲ ਹੋ ਜਾਂਦਾ ਹੈ। ਤੁਹਾਡਾ ਅੰਮ੍ਰਿਤ ਨਾਮ ਐਸਾ ਹੈ। ਮੁਕਤ ਭਇਆ ਜਿਸ ਹਿਰਦੈ ਵਸੇਰਾ। ਜਿਸ ਦੇ ਹਿਰਦੇ ਵਿੱਚ ਇਹ ਤੁਹਾਡਾ ਅੰਮ੍ਰਿਤ ਨਾਮ ਵਸ ਗਿਆ, ਜਿਸ ਦੇ ਹਿਰਦੇ 'ਚ ਇਹਨੇ ਵਾਸਾ ਕਰ ਲਿਆ, ਉਹ ਵੀ ਮੁਕਤ ਹੋ ਗਿਆ ਹੈ, ਬੰਧਨਾਂ ਤੋਂ ਰਹਿਤ ਹੋ ਗਿਆ ਹੈ। ਸੋ ਛੁਟਕਾਰਾ ਪ੍ਰਾਪਤ ਉਸਨੇ ਕਰ ਲਿਆ। ਗੁਰ ਬੰਧਨ ਤਿਨ ਕੇ ਸਗਲੇ ਕੱਟ।
ਤਿਨਾਂ ਦੇ ਸਾਰੇ ਬੰਧਨ ਸਤਿਗੁਰੂ ਮਹਾਰਾਜ ਜੀ ਨੇ ਕੱਟ ਦਿੱਤੇ ਹਨ। ਜਨ ਨਾਨਕ ਸਹਿਜ ਸਮਾਈ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਜਨ ਸਹਿਜ ਆਤਮਿਕ ਅਡੋਲਤਾ, ਮਾਨਸਿਕ ਅਡੋਲਤਾ, ਸਹਿਜ ਸੁਭਾਵਿਕ ਹੀ ਸਹਿਜ ਗਿਆਨ ਵਿੱਚ ਸਮਾਈ ਜੀਓ, ਸਮਾ ਜਾਏਗਾ ਜੀ। ਉਸ ਦੇ ਸਾਰੇ ਬੰਧਨ ਸਤਿਗੁਰੂ ਨੇ ਕੱਟ ਦਿੱਤੇ ਹਨ। ਮਾਝ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਨੇ। ਪ੍ਰਭ ਕਿਰਪਾ ਤੇ ਹਰ ਹਰ ਧਿਆਵੋ। ਪ੍ਰਭੂ ਅਕਾਲ ਪੁਰਖ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਵਾਹਿਗੁਰੂ ਦਾ ਮੈਂ ਧਿਆਨ ਧਰਦਾ ਹਾਂ। ਪ੍ਰਭੂ ਦਇਆ ਤੇ ਮੰਗਲ ਗਾਵੋ। ਸੁਰਤ ਵੀ ਪ੍ਰਮਾਤਮਾ ਵੱਲ ਨੂੰ ਹੈ। ਪ੍ਰਭੂ ਦੀ ਦਇਆ ਦੁਆਰਾ ਹੀ, ਭਾਵ ਹੰਗਤਾ ਲੇਸ ਮਾਤਰ ਨਹੀਂ ਚਾਹੀਦੀ। ਪਰਮਾਰਥ ਦੇ ਰਾਹ 'ਤੇ ਚੱਲਣਾ ਹੈ ਤੇ ਆਪਣੇ ਕਰਮ 'ਤੇ ਟੇਕ ਨਹੀਂ, ਜਾਂ ਕਦੇ ਵੀ ਇਹ ਖਿਆਲ ਨਹੀਂ ਕਿ ਮੈਂ ਕੁਛ ਕੀਤਾ ਜਾਂ ਕਰ ਰਿਹਾ। ਹਜ਼ੂਰ ਕਹਿੰਦੇ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਪ੍ਰਭੂ ਅਕਾਲ ਪੁਰਖ ਦੀ ਦਇਆ ਨਾਲ ਹੀ ਉਸ ਦੀ ਵਡਿਆਈ ਦੇ ਜਸ ਦੇ ਗੀਤ ਗਾਉਂਦਾ ਹਾਂ। ਮੰਗਲ ਗਾਓ। ਊਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ। ਤੇ ਇਹੀ ਇੱਛਾ ਰੱਖਦਾ ਹਾਂ, ਉੱਠਣ ਲੱਗਿਆਂ ਬੈਠਣ ਲੱਗਿਆਂ, ਉੱਠਦਿਆਂ ਬੈਠਦਿਆਂ, ਸੌਂਦਿਆਂ ਤੇ ਜਾਗਦਿਆਂ, ਸਾਰੀ ਅਵਰਦਾ ਮੈਨੇ ਉਮਰ, ਸਾਰੀ ਜਿਹੜੀ ਸਰੀਰ ਦੀ ਉਮਰ ਹੈ, ਸਾਰੀ ਉਮਰ ਰੂਪ ਦੇ ਵਿੱਚ, ਸਾਰੀ ਅਵਸਥਾ ਵਿੱਚ ਹੀ ਹਰੀ ਪਰਮਾਤਮਾ ਦਾ ਧਿਆਨ ਧਰੀਏ, ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਨਾਮ ਔਖਦ ਮੋਕੋ ਸਾਧੂ ਦੀਆ। ਨਾਮ ਰੂਪੀ ਔਸ਼ਧ ਦੀ ਦਵਾਈ, ਰਸਾਇਣ ਮੇਰੇ ਤਾਈਂ ਸਾਧੂ ਸਤਿਗੁਰੂ ਨੇ ਇਹ ਔਖਦ ਬਖਸ਼ਿਆ ਹੈ, ਇਹ ਦਵਾਈ ਬਖਸ਼ੀ ਹੈ। ਕਿਲ ਬਿਖ ਕਾਟੇ ਨਿਰਮਲ ਥੀਆ। ਇਸ ਨਾਮ ਔਖਦ ਨੇ ਮੇਰੇ ਸਾਰੇ ਛੋਟੇ ਵੱਡੇ ਬੱਜਰ ਪਾਪ ਕੱਢ ਦਿੱਤੇ ਹਨ ਤੇ ਮੇਰਾ ਮਨ ਨਿਰਮਲ ਉਜਲ ਤੇ ਪਵਿੱਤਰ ਹੋ ਗਿਆ ਹੈ। ਆਨੰਦ ਭਇਆ ਨਿਕਸੀ ਸਭ ਪੀਰਾ। ਹੁਣ ਹਮੇਸ਼ਾ ਹਿਰਦੇ ਦੇ ਅੰਦਰ ਆਨੰਦ ਹੋਇਆ ਹੈ। ਸਾਰੀਆਂ ਪੀੜਾਂ ਜਿਹੜੀਆਂ ਹਨ, ਅਨੇਕਾਂ ਤਰ੍ਹਾਂ ਦੀਆਂ ਪੀੜਾਂ, ਦੁੱਖ ਤਕਲੀਫ, ਜੰਮਣ ਮਰਨ ਦੀਆਂ ਪੀੜਾਂ ਬਹੁਤ ਵੱਡੀਆਂ, ਕਹਿੰਦੇ ਸਭ ਨਿਕਲ ਗਈਆਂ ਅੰਦਰੋਂ, ਕੋਈ ਪੀੜਾ ਨਹੀਂ ਰਹਿ ਗਈ। ਚਿੰਤਾ ਦੀ ਪੀੜਾ ਬੜੀ ਵੱਡੀ ਹੈ, ਵਿਕਾਰਾਂ ਦੀਆਂ ਪੀੜਾਂ ਹਨ, ਸਭ ਨਿਕਲ ਗਈਆਂ। ਸਗਲ ਬਿਨਾਸੇ ਦਰਦਾ ਜੀਓ। ਸਾਰੇ ਦੇ ਸਾਰੇ ਦਰਦ ਬਿਨਸ ਗਏ ਨੇ। ਹਉਮੈ ਰੋਗ ਆਦਿਕ ਦੀਆਂ ਪੀੜਾਂ, ਹਉਮੈ ਆਦਿਕ ਪੀੜ ਹੈ ਉਹ ਨਿਕਲ ਗਈ। ਜੰਮਣ ਮਰਨ ਦੇ ਦਰਦ ਸਾਰੇ ਨਿਕਲ ਗਏ ਨੇ। ਜਿਸ ਕਾ ਅੰਗ ਕਰੇ ਮੇਰਾ ਪਿਆਰਾ। ਜਿਸ ਪਿਆਰੇ ਦਾ, ਜਿਸ ਸੰਤ ਦਾ, ਜਿਸ ਗੁਰਮੁਖ ਦਾ ਅੰਗ ਪੱਖ ਕਰਦਾ ਹੈ ਮੇਰਾ ਪਿਆਰਾ ਵਾਹਿਗੁਰੂ, ਸੋ ਮੁਕਤਾ ਸਾਗਰ ਸੰਸਾਰਾ। ਇਹ ਜੋ ਸੰਸਾਰ ਸਾਗਰ ਦੀ ਨਿਆਈ, ਸਮੁੰਦਰ ਦੀ ਨਿਆਈ ਹੈ, ਇਸ ਸੰਸਾਰ ਵਿੱਚੋਂ ਉਹ ਜੀਵ ਮੁਕਤਾ ਹੋ ਜਾਂਦਾ, ਬੰਧਨਾਂ ਤੋਂ ਖਲਾਸ ਹੋ ਜਾਂਦਾ ਹੈ, ਉਹ ਸੁਤੰਤਰ ਹੋ ਜਾਂਦਾ ਹੈ। ਸਤ ਕਰੇ ਜਿਨ ਗੁਰੂ ਪਛਾਤਾ। ਗੁਰੂ ਮਹਾਰਾਜ ਨੂੰ ਜਿਹਨੇ ਸਤ ਕਰਕੇ ਪਛਾਣਿਆ, ਭਾਵ ਗੁਰੂ ਤੇ ਜਿਹਨੂੰ ਸਤ ਕਰਕੇ ਨਿਸ਼ਚਾ ਆ ਗਿਆ ਹੈ, ਸੋ ਕਾਹੇ ਕੋ ਡਰਦਾ ਜੀਓ। ਜਿਹਨੇ ਸਤਿਗੁਰੂ ਜੀ ਨੂੰ ਸਤ ਸਰੂਪ ਕਰਕੇ ਨਿਸ਼ਚਾ ਕਰ ਲਿਆ, ਪਛਾਣ ਲਿਆ, ਉਹ ਫਿਰ ਕਾਹਦੇ ਵਾਸਤੇ ਡਰਦਾ ਕਿਸੇ ਤੋਂ। ਜਿਵੇਂ ਕਬੀਰ ਜੀ ਨੂੰ ਪਕੜ ਕੇ ਹਾਥੀ ਅੱਗੇ ਜੂੜ ਕੇ ਸੁੱਟਿਆ ਗਿਆ ਸੀ। ਕਬੀਰ ਜੀ ਆਪ ਕਹਿੰਦੇ ਨੇ ਕਿ ਕਬੀਰ ਜੀ ਆਪਣੀ ਮਨ ਦੀ ਅਵਸਥਾ ਇਹ ਦੱਸਦੇ ਨੇ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੜ ਮੈਂ ਮਾਰਿਓ। ਹਸਤ ਭਾਗ ਕੈ ਚੀਸਾ ਮਾਰੈ, ਇਹ ਮੂਰਤ ਕੈ ਹੋਂ ਬਲਿਹਾਰੈ। ਔਰ ਫਿਰ ਗੰਗਾ ਦੀਆਂ ਲਹਿਰਾਂ 'ਚ ਵੀ ਸੁੱਟਿਆ ਗਿਆ ਸੀ, ਸੰਗਲ ਮਾਰ ਕੇ, ਜੰਜੀਰਾਂ ਮਾਰ ਕੇ। ਗੰਗ ਗੁਸਾਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਫਿਰ ਕਹਿੰਦੇ ਨੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਮਨ ਨਹੀਂ ਡਿੱਗਦਾ, ਡੋਲਦਾ, ਸਰੀਰ ਨੂੰ ਡਰਾ ਕੇ ਤੁਸੀਂ ਕੀ ਕਰੋਗੇ। ਇਸ ਪ੍ਰਕਾਰ ਮਨ ਹੀ ਅੰਦਰੋਂ ਡਰਦਾ ਨਾ, ਸਰੀਰ ਤਾਂ ਨਹੀਂ ਉਂਝ ਡਰਦਾ, ਮਨ ਡਰਦਾ ਤੇ ਸਰੀਰ ਰਾਹੀਂ ਹਾਵ ਭਾਵ ਡਰ ਵਾਲੇ ਪ੍ਰਗਟ ਹੁੰਦੇ ਨੇ। ਜਿਸ ਨੇ ਸਤਿਗੁਰੂ ਜੀ ਨੂੰ ਨਿਸ਼ਚੇ ਕਰਕੇ ਪਛਾਣ ਲਿਆ ਕਿ ਮੇਰਾ ਗੁਰੂ ਸਮਰੱਥ ਹੈ, ਸਭ ਕੁਝ ਕਰ ਸਕਦਾ, ਮੇਰੇ ਸਿਰ ਤੇ ਖੜਾ ਦੂਰ ਵੀ ਨਹੀਂ, ਉਹ ਕਾਹਦੇ ਵਾਸਤੇ ਡਰਦਾ ਕਿਸੇ ਤੋਂ। ਜਬ ਤੇ ਸਾਧੂ ਸੰਗਤ ਪਾਏ। ਜਦੋਂ ਤੋਂ ਸਾਧੂ ਜਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਪ੍ਰਾਪਤ ਹੋਈ ਹੈ, ਗੁਰ ਭੇਟਤ ਹੋਂ ਗਈ ਬਲਾਏ। ਗੁਰੂ ਦੇ ਮਿਲਾਪ ਦੁਆਰਾ ਜਿਹੜੀ ਹੰਗਤਾ ਰੂਪੀ ਬਲਾ ਸੀ, ਹੰਕਾਰ ਹਉਮੈ ਰੂਪੀ ਬਲਾ, ਉਹ ਚਲੀ ਗਈ। ਸਾਸ ਸਾਸ ਹਰ ਗਾਵੈ ਨਾਨਕ। ਇਸ ਕਰਕੇ ਹੁਣ ਇਹ ਦਾਸ ਸਾਹ ਸਾਹ ਨਾਲ ਵਾਹਿਗੁਰੂ ਪਰਮਾਤਮਾ ਨੂੰ ਗਾਉਂਦਾ ਹੈ। ਸਤਿਗੁਰ ਢਾਕ ਲਿਆ ਮੇਰਾ ਪਰਦਾ ਜੀਓ। ਮੇਰੇ ਸਤਿਗੁਰੂ ਜੀ ਨੇ ਮੇਰਾ ਪਰਦਾ ਢੱਕ ਲਿਆ।
ਇੱਥੇ ਇਹ ਨਹੀਂ ਮਤਲਬ ਵੀ ਸਤਿਗੁਰੂ ਮਹਾਰਾਜ ਨੇ ਔਗਣ ਗੁਨਾਹ ਖਤੇ ਕੀਤੇ ਹੋਏ ਨੇ ਤੇ ਗੁਰੂ ਮਹਾਰਾਜ ਨੇ ਦੁਨੀਆ ਦੀਆਂ ਨਜ਼ਰਾਂ ਤੋਂ ਢੱਕ ਲਏ, ਇਹ ਨਾ ਅਰਥ ਸਮਝਣਾ। ਸਤਿਗੁਰੂ ਜੀ ਨੇ ਮੇਰਾ ਪਰਦਾ ਢੱਕ ਲਿਆ, ਮਤਲਬ ਮੇਰੀ ਇੱਜ਼ਤ ਦੁਨੀਆ 'ਚ ਕਾਇਮ ਰੱਖੀ ਹੈ। ਪਰਦਾ ਢੱਕਣ ਦਾ ਮਤਲਬ ਇਹ ਹੈ ਵੀ ਬੁਰਾ ਕਰਮ ਹੱਥੋਂ ਹੋਣ ਨਹੀਂ ਦਿੱਤਾ। ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ ਸਾਹ ਸਾਹ ਨਾਲ ਭਜਨ ਕਰਦਾ ਹੈ, ਉਹਦੇ ਹੱਥੋਂ ਬੁਰਾ ਹੁੰਦਾ ਹੀ ਨਹੀਂ, ਕਿਉਂਕਿ ਮਨ 'ਚ ਬੁਰਾਈ ਨਹੀਂ ਰਹਿ ਜਾਂਦੀ। ਮਨ ਨਿਰਮਲ ਉਜਲ ਪਵਿੱਤਰ ਹੁੰਦਾ ਤੇ ਬੁਰਾ ਕਿਉਂ ਹੋਏਗਾ। ਸੋ ਇਸ ਪ੍ਰਕਾਰ ਖੌਫ ਨਾ ਖਤਾ ਨਾ ਤਰਸ ਜਵਾਲ, ਉੱਥੇ ਖਤਾ ਹੋਣ ਦਾ ਕੋਈ ਖੌਫ ਹੀ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਆਪਣਾ ਨਾਮ ਬਖਸ਼ ਕੇ ਤੇ ਮੇਰੀ ਇੱਜ਼ਤ ਕਾਇਮ ਰੱਖੀ, ਮੇਰਾ ਪਰਦਾ ਢੱਕ ਲਿਆ। ਮਾਝ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਬਚਨ ਫਰਮਾਉਂਦੇ ਨੇ ਕਿ ਓਤ ਪੋਤ ਸੇਵਕ ਸੰਗ ਰਾਤਾ। ਪਰਮਾਤਮਾ ਆਪਣੇ ਸੇਵਕ ਦੀ ਸੰਗ ਸਾਥ ਇੰਜ ਰਾਤਾ ਮਿਲਿਆ ਹੋਇਆ ਤਦਾਕਾਰ ਹੋ ਰਿਹਾ ਹੈ, ਰੰਗਿਆ ਹੋਇਆ ਹੈ ਜਿਵੇਂ ਓਤ ਪੋਤ ਤਾਣਾ ਪੇਟਾ, ਜਿਵੇਂ ਤਾਣਾ ਪੇਟੇ ਵਿੱਚ ਤੇ ਪੇਟਾ ਤਾਣੇ ਵਿੱਚ। ਇਸ ਤਰ੍ਹਾਂ ਹੀ ਪਰਮਾਤਮਾ ਆਪਣੇ ਸੇਵਕ ਦੇ ਨਾਲ ਮਿਲਿਆ ਹੋਇਆ, ਰੰਗਿਆ ਹੋਇਆ। ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ। ਪ੍ਰਭੂ ਪਰਮਾਤਮਾ ਪ੍ਰਤਪਾਲਾ ਕਰਦਾ ਆਪਣੇ ਸੇਵਕਾਂ ਦੀ, ਜਿਹੜਾ ਸੇਵਕਾਂ ਲਈ ਸੁੱਖਾਂ ਦਾ ਦਾਤਾ ਹੈ ਵਾਹਿਗੁਰੂ। ਪਾਣੀ ਪੱਖਾ ਪੀਸੋਂ ਸੇਵਕ ਕੈ। ਇਸ ਕਰਕੇ ਜਿਹੜੇ ਸੇਵਕ ਦੇ ਨਾਲ ਪਰਮਾਤਮਾ ਇੰਜ ਓਤ ਪੋਤ ਹੋਇਆ ਹੋਇਆ, ਤਾਣੇ ਪੇਟੇ ਵਾਂਗ ਮਿਲਿਆ ਹੋਇਆ ਤੇ ਆਪ ਪ੍ਰਤਪਾਲਾ ਕਰ ਰਿਹਾ ਆਪਣੇ ਪਿਆਰੇ ਦੀ, ਮੇਰੇ ਮਨ ਅੰਦਰ ਭਾਵਨਾ ਹੈ ਕਿ ਐਸਾ ਵਾਹਿਗੁਰੂ ਦਾ ਜੇ ਸੇਵਕ ਮਿਲੇ ਤੇ ਮੈਂ ਪਾਣੀ ਢੋਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿ ਜਾਲ। ਸੋ ਇਸ ਪ੍ਰਕਾਰ ਸੰਤ ਜਨਾਂ ਕਾ ਸ਼ੋਹਰਾ ਤਿਸ ਚਰਣੀ ਲਾਗ, ਮਾਇਆ ਧਾਰੀ ਛਤਰਪਦ ਤਿਨ ਛੋਡੋਂ ਤਿਆਗ। ਸੋ ਇਸ ਪ੍ਰਕਾਰ ਹੀ ਬਚਨ ਕੀਤੇ ਨੇ। ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ। ਹਜੂਰ ਕਹਿੰਦੇ ਨੇ ਮੇਰਾ ਚਿੱਤ ਕਰਦਾ ਕਿ ਉਸ ਵਾਹਿਗੁਰੂ ਦੇ ਸੇਵਕ ਅੱਗੇ ਮੈਂ ਸੇਵਾਦਾਰ ਬਣ ਕੇ ਪਾਣੀ ਢੋਵਾਂ ਉਹਦੇ ਵਾਸਤੇ, ਔਰ ਹੱਥ 'ਚ ਪੱਖਾ ਫੜ ਕੇ ਮੌਸਮ ਮੁਤਾਬਕ ਗਰਮੀ ਦੇ ਦਿਨਾਂ 'ਚ ਮੈਂ ਪੱਖਾ ਝੱਲਾਂ, ਉਹਨੂੰ ਸੁੱਖ ਦਿਆਂ, ਤੇ ਫਿਰ ਮੈਂ ਉਹਦੇ ਭੋਜਨ ਵਾਸਤੇ ਚੱਕੀ 'ਚ ਦਾਣੇ ਪਾ ਪਾ ਕੇ ਚੱਕੀ 'ਚ ਪੀਸ ਪੀਸ ਕੇ ਆਟਾ ਤਿਆਰ ਕਰਾਂ। ਇਹੋ ਜਿਹੇ ਕੰਮ ਕਰਨ ਨੂੰ ਤਿਆਰ ਹਾਂ ਜੋ ਵਾਹਿਗੁਰੂ ਦਾ ਸੇਵਕ ਮਿਲੇਗਾ। ਠਾਕੁਰ ਹੀ ਕਾ ਆਹਰ ਜੀਓ, ਕਿਉਂਕਿ ਉਸ ਸੇਵਕ ਨੂੰ ਠਾਕੁਰ ਪਰਮਾਤਮਾ ਦੀ ਬੰਦਗੀ ਕਰਨ ਦਾ ਹੀ ਆਹਰ ਉਦਮ ਹੈ, ਹੋਰ ਕਿਸੇ ਪਾਸੇ ਉਹਦਾ ਖਿਆਲ ਹੀ ਨਹੀਂ, ਜਿਹੜਾ ਵਾਹਿਗੁਰੂ ਦਾ ਸੇਵਕ ਹੈ। ਕਾਟ ਸਿਲਕ ਪ੍ਰਭ ਸੇਵਾ ਲਾਇਆ। ਸਿਲਕ ਦਾ ਅਰਥ ਹੈ ਫਾਈ। ਜਿਸ ਦੀ ਹੰਗਤਾ ਰੂਪੀ ਫਾਈ ਕੱਟ ਕੇ, ਹਉਮੈ ਦੀ ਫਾਈ ਕੱਟ ਕੇ ਪ੍ਰਭੂ ਨੇ ਜਿਸ ਨੂੰ ਆਪਣੀ ਸੇਵਾ ਭਗਤੀ ਸਿਮਰਨ ਵਿੱਚ ਲਾਇਆ ਹੋਇਆ। ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਉਸ ਸੇਵਕ ਦੇ ਮਨ ਵਿੱਚ ਇੱਕ ਇਹ ਗੁਣ, ਇੱਕ ਤਾਂ ਉਹ ਵਾਹਿਗੁਰੂ ਦੇ ਸਿਮਰਨ 'ਚ ਲੱਗਾ ਹੋਇਆ, ਫਿਰ ਉਹ ਪਰਮਾਤਮਾ ਦੇ ਹੁਕਮ ਦੀ ਅਦੂਲੀ ਨਹੀਂ ਕਰਦਾ ਵੀ ਰੱਬ ਨੇ ਮੈਨੂੰ ਦੁੱਖ ਕਿਉਂ ਦਿੱਤਾ, ਰੱਬ ਨੇ ਇੰਜ ਨਹੀਂ ਕੀਤਾ, ਵਾਹਿਗੁਰੂ ਨੇ ਇੰਜ ਨਹੀਂ ਕੀਤਾ। ਇਹ ਉਜਰ ਨਹੀਂ ਉਹਦੇ ਅੰਦਰ, ਤਰਕ ਵਿਤਰਕ ਨਹੀਂ। ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸੇਵਕ ਦੇ ਮਨ ਅੰਦਰ ਪਰਮਾਤਮਾ ਦਾ ਹੁਕਮ ਪਾਇਆ, ਚੰਗਾ ਲੱਗਾ। ਅਸੀਂ ਵੀ ਜਦੋਂ ਕੋਈ ਚੜ੍ਹਾਈ ਕਰ ਜੇ ਤਾਂ ਕਹਿੰਦੇ ਰੱਬ ਦਾ ਭਾਣਾ ਜੀ, ਰਜਾ ਜੀ, ਮੰਨੋ ਜੀ। ਮੰਨਣਾ ਤਾਂ ਪੈਂਦਾ ਹੀ ਹੈ, ਅਸੀਂ ਮਜਬੂਰ ਹਾਂ, ਕੁਛ ਕਰ ਹੀ ਨਹੀਂ ਸਕਦੇ। ਇੱਕ ਉਹ ਗੱਲ ਹੈ। ਇੱਕ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਭਾਣਾ ਹੁਕਮ ਚੰਗਾ ਲੱਗਾ, ਜਿਹੜੇ ਮੰਗਦੇ ਇਹ ਨੇ ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗਾ ਤੇਰਾ ਭਾਣਾ। ਭਾਣਾ ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਇਹ ਰਸਤਾ ਉਹਨਾਂ ਫੜਿਆ ਹੋਇਆ। ਸਾਹਿਬ ਦਾ ਹੁਕਮ, ਅਕਾਲ ਪੁਰਖ ਦੀ ਰਜਾ, ਪਰਮਾਤਮਾ ਦੀ ਆਗਿਆ ਫਰਮਾਨ ਸੇਵਕ ਦੇ ਮਨ ਵਿੱਚ ਪਾ ਗਿਆ ਹੈ। ਸੋਈ ਕਮਾਵੇ ਜੋ ਸਾਹਿਬ ਭਾਵੈ। ਫਿਰ ਜੋ ਸਾਹਿਬ ਨੂੰ ਚੰਗਾ ਲੱਗਦਾ ਉਹੀ ਕਮਾਈ ਸੇਵਕ ਕਰਦਾ। ਜੋ ਰੱਬ ਨੂੰ ਭਾਉਂਦਾ ਉਹ ਕੰਮ ਉਹ ਕਰਦਾ, ਜੋ ਰੱਬ ਨੂੰ ਨਹੀਂ ਭਾਉਣ ਵਾਲੇ ਕੰਮ ਉਹ ਨਹੀਂ ਉਹ ਕਰਦਾ। ਸੇਵਕ ਅੰਤਰ ਬਾਹਰ ਮਾਹਰ ਜੀਓ। ਸੇਵਕ ਜੋ ਹੈ ਪਰਮਾਤਮਾ ਦਾ, ਉਹ ਅੰਦਰੋਂ ਵੀ ਸਿਆਣਾ ਹੈ ਤੇ ਬਾਹਰੋਂ ਵੀ ਮਾਹਰ ਸਿਆਣਾ ਹੈ। ਮਾਹਰ ਹੁੰਦਾ ਫਲਾਨਾ ਫਲਾਣੇ ਕੰਮ ਵਿੱਚ ਬੜਾ ਮਾਹਰ ਹੈ, ਵੀ ਫਲਾਣਾ ਕੰਮ ਕਰਨ ਵਿੱਚ ਬੜਾ ਸਿਆਣਾ ਹੈ, ਤਜਰਬੇਕਾਰ ਹੈ। ਸੇਵਕ ਪਰਮਾਤਮਾ ਦਾ ਜੋ ਸੰਤ ਹੈ, ਅੰਦਰੋਂ ਵੀ ਮਾਹਰ ਹੈ, ਸਿਆਣਾ ਹੈ ਤੇ ਬਾਹਰੋਂ ਵੀ ਸਿਆਣਾ ਹੈ। ਤੂੰ ਦਾਨਾ ਠਾਕੁਰ ਸਭ ਬਿਦ ਜਾਨਾ। ਦਾਨਾ ਦਾ ਅਰਥ ਹੈ ਜਾਣਕਾਰ। ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਦਾਨਾ। ਬੀਨਾ ਇਹ ਫਾਰਸੀ ਦੇ ਸ਼ਬਦ ਨੇ। ਤੂੰ ਦਾਨਾ
ਮਹਾਰਾਜ ਤੁਸੀਂ ਦਾਨੇ ਹੋ, ਜਾਣਕਾਰ ਅੰਤਰਜਾਮੀ ਹੋ, ਸਭ ਵਿਧ ਜਾਣਾ, ਸਾਰੀਆਂ ਵਿਧਾਂ ਨੂੰ ਇਹ ਠਾਕੁਰ ਮਾਲਕ ਜੀ ਤੁਸੀਂ ਜਾਣਦੇ ਹੋ। ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ। ਜੋ ਠਾਕੁਰ ਦੇ ਸੇਵਕ ਹਨ ਉਹ ਹਰੀ ਪ੍ਰਮਾਤਮਾ ਦੇ ਪ੍ਰੇਮ ਰੰਗ ਨੂੰ ਹੀ ਮਾਣਦੇ ਹਨ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਕਿਉਂਕਿ ਜੋ ਕੁਝ ਵੀ ਠਾਕੁਰ ਪ੍ਰਮਾਤਮਾ ਦਾ ਹੈ, ਜੋ ਕੁਝ ਵੀ ਰਚਿਆ ਪ੍ਰਮਾਤਮਾ ਨੇ, ਸੋ ਸੇਵਕ ਕਾ, ਸੇਵਕਾਂ ਤੋਂ ਲਕਾਉਂਦਾ ਨਹੀਂ। ਜਿਵੇਂ ਬਚਨ ਹਨ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਾਰੇ ਖਜ਼ਾਨੇ ਤੇ 18 ਸਿੱਧੀਆਂ ਠਾਕੁਰ ਮਾਲਕ ਨੇ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ, ਵੀ ਮੈਥੋਂ ਸੇਵਕ ਨੂੰ ਮੰਗਣ ਦੀ ਲੋੜ ਨਾ ਪਏ। ਜਦੋਂ ਮੇਰੇ ਕੋਲ ਆਏ ਤਾਂ ਮੈਂ ਛੇਤੀ ਨਾਲ ਫੜਾ ਦਿਆਂ। ਸੋ ਇਸ ਪ੍ਰਕਾਰ ਵਾਹਿਗੁਰੂ ਤਾਂ ਕਾਹਲਾ ਦਾਤਾਂ ਦੇਣ। ਆਪਣੇ ਪਿਆਰਿਆਂ ਤੋਂ ਉਹਨੇ ਕੁਛ ਲੁਕਾਇਆ ਹੋਇਆ ਨਹੀਂ ਹੈ। ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਸੇਵਕ ਸੰਗ ਹੀ ਠਾਕੁਰ ਦਾ ਕਰਦਾ। ਸੇਵਕ ਪ੍ਰਮਾਤਮਾ ਨਾਲ ਹੀ ਮਿਲਿਆ ਰਹਿੰਦਾ, ਅਤੇ ਪ੍ਰਮਾਤਮਾ ਦੇ ਨਾਲ ਮਿਲਿਆ ਹੋਣ ਕਰਕੇ ਪ੍ਰਮਾਤਮਾ ਹੀ ਉਸ ਨੂੰ ਜ਼ਾਹਰ ਪ੍ਰਗਟ ਕਰ ਦਿੰਦਾ ਦੁਨੀਆ 'ਚ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹ ਤਾਂ ਆਪ ਸ਼ਬਦ ਹੈ, ਪਰ ਪ੍ਰਮਾਤਮਾ ਉਹਨੂੰ ਪ੍ਰਗਟ ਕਰਦਾ ਦੁਨੀਆ ਸਾਹਮਣੇ। ਉਹਦੀ ਰਾਹੀਂ ਹੀ ਪ੍ਰਮਾਤਮਾ ਨਾਲ ਲੋਕਾਂ ਜੁੜ ਕੇ ਤਰਨਾ ਹੈ। ਆਪਣੇ ਠਾਕੁਰ ਜੋ ਪਹਿਰਾਇਆ, ਆਪਣੇ ਠਾਕੁਰ ਮਾਲਕ ਅਕਾਲ ਪੁਰਖ ਨੇ ਜਿਹਨੂੰ ਸਨਮਾਨਿਆ ਹੈ। ਪਹਿਰਾਇਆ ਮੈਨੇ ਸਰੋਪੋ ਦੇ ਕੇ ਵਡਿਆਇਆ ਹੈ। ਬਹੁਰ ਨਾ ਲੇਖਾ ਪੁੱਛ ਬੁਲਾਇਆ। ਬਹੁਰ ਦੁਬਾਰਾ ਫਿਰ ਪ੍ਰਮਾਤਮਾ ਉਹਨੂੰ ਸੱਦ ਕੇ ਆਪਣੇ ਕੋਲ, ਤੇ ਲੇਖਾ ਨਹੀਂ ਪੁੱਛਦਾ, ਨਾ ਸੱਦਦਾ ਲੇਖਾ ਲੈਣ ਵਾਸਤੇ, ਨਾ ਲੇਖਾ ਪੁੱਛਦਾ ਹੈ। ਤੇ ਸੇਵਕ ਹੈ ਨਾਨਕ ਕੁਰਬਾਨੀ। ਉਸ ਸੇਵਕ ਤੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਅਸੀਂ ਕੁਰਬਾਨ ਸਦਕੇ ਜਾਂਦੇ ਹਾਂ। ਸੋ ਗਹਿਰ ਗੰਭੀਰਾ ਗੌਹਰ ਜੀਓ। ਉਹ ਉਸ ਪ੍ਰਮਾਤਮਾ ਵਰਗਾ ਹੀ ਹੈ, ਜਿਹੜਾ ਪ੍ਰਮਾਤਮਾ ਗਹਿਰ ਡੂੰਘਾ ਸਮੁੰਦਰ ਵਾਂਗ ਅਥਾਹ ਤੇ ਗੰਭੀਰਾ ਉੱਚੇ ਜਿਗਰੇ ਵਾਲਾ, ਨਿਰਹਲ ਹਿਰਦੇ ਵਾਲਾ, ਨਿਰਹਲ ਧੀਰਜ ਵਾਲਾ, ਤੇ ਗੌਹਰ ਦਾ ਅਰਥ ਹੈ ਅਮੋਲਕ ਮੋਤੀ। ਉਹ ਅਮੋਲਕ ਮੋਤੀ ਬਣ ਗਿਆ ਤੇ ਵਾਹਿਗੁਰੂ ਵਾਂਗ ਗਹਿਰ ਗੰਭੀਰ ਬਣ ਗਿਆ। ਮਾਝ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾਤਾ ਜੀ ਅਗਲਾ ਸ਼ਬਦ ਵੀ ਉਚਾਰਨ ਕਰਦੇ ਹਨ। ਸਭ ਕਿਛ ਘਰ ਮੈਂ ਬਾਹਰ ਨਾਹੀਂ। ਜੋ ਮਨੁੱਖ ਬਾਹਰੋਂ ਲੱਭਦਾ ਫਿਰਦਾ ਨਾ ਕਿ ਮੈਨੂੰ ਸੁੱਖ ਆਦਿਕ ਮਿਲ ਜਾਣ, ਸ਼ਾਂਤੀ ਮਿਲ ਜੇ, ਉਹ ਬਾਹਰ ਹੈ ਨਹੀਂ। ਸਭ ਕੁਛ ਘਰ ਦੇ ਅੰਦਰ ਹੀ ਹੈ, ਬਾਹਰ ਨਹੀਂ ਹੈ। ਬਾਹਰ ਟੋਲੈ ਸੋ ਭਰਮ ਭੁਲਾਹੀ। ਜਿਹੜਾ ਬਾਹਰੋਂ ਟੋਲਦਾ ਫਿਰਦਾ, ਜਿਵੇਂ ਹਜ਼ੂਰ ਨੇ ਕਿਹਾ, ਕਾਹੇ ਰੇ ਬਨ ਖੋਜਣ ਜਾਏ। ਲੋਕ ਰੱਬ ਨੂੰ ਵੀ ਬਾਹਰੋਂ ਲੱਭਦੇ ਫਿਰਦੇ ਨੇ। ਤਾਂ ਮਹਾਰਾਜ ਕਹਿੰਦੇ, ਬਣਾ ਜੰਗਲਾਂ 'ਚ ਭਾਈ ਕਾਹਦੇ ਵਾਸਤੇ ਖੋਜਣ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਫਰੀਦ ਜੀ ਨੇ ਵੀ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡ ਹੈ। ਉਹ ਸੁੱਖ ਸਰੂਪ ਪਰਮਾਤਮਾ ਤਾਂ ਹਿਰਦੇ ਵਿੱਚ ਹੀ ਵਸਦਾ, ਤੇ ਅਸੀਂ ਬਾਹਰ ਟੋਲਦੇ ਫਿਰਦੇ ਹਾਂ। ਹਜ਼ੂਰ ਕਹਿੰਦੇ, ਜੋ ਬਾਹਰੋਂ ਟੋਲਦਾ ਖੋਜਦਾ ਲੱਭਦਾ, ਉਹ ਭਰਮ ਦਾ ਭੁਲਾਇਆ ਹੋਇਆ, ਭਰਮ ਕਰਕੇ ਕੁਰਾਏ ਪਿਆ ਹੋਇਆ। ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ। ਗੁਰੂ ਦੀ ਬਖਸ਼ਿਸ਼ ਪ੍ਰਸਾਦ ਕਿਰਪਾ ਨਾਲ ਜਿਨ੍ਹਾਂ ਨੇ ਆਪਣੇ ਅੰਤਰਾਤਮੇ ਪਾ ਲਿਆ, ਗਿਆਨ ਪ੍ਰਾਪਤ ਕਰ ਲਿਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰੋਂ ਵੀ ਤੇ ਬਾਹਰੋਂ ਸਰੀਰਕ ਤੌਰ 'ਤੇ ਦੁਨੀਆ ਵਿੱਚ ਵੀ ਸੁਹੇਲਾ ਸੁਖੀ ਹੈ, ਸੁਖ ਦੇ ਸਹਿਤ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਦੀ ਜੋ ਧਾਰਾ ਹੈ, ਮੱਠੀ ਮੱਠੀ ਵਰ ਰਹੀ ਹੈ। ਝਿਮ ਝਿਮ ਛੋਟੀ ਛੋਟੀ ਕਣੀ ਦਾ ਜਿਹੜਾ ਮੀਂਹ ਵਰਸਦਾ, ਉਹਨੂੰ ਕਹਿੰਦੇ ਝਿਮ ਝਿਮ ਮੀਂਹ ਵਰਸ ਰਿਹਾ। ਮੱਠੀ ਮੱਠੀ ਧਾਰਾ ਅੰਮ੍ਰਿਤ ਦੀ ਪਰਮੇਸ਼ਰ ਦੇ ਨਾਮ ਦੀ ਹਿਰਦੇ 'ਚ ਵਰਸ ਰਹੀ ਹੈ। ਮਨ ਪੀਵੈ ਸੁਣ ਸ਼ਬਦ ਵਿਚਾਰਾ। ਸਾਡਾ ਮਨ ਸੁਣ ਕੇ ਗੁਰੂ ਦੇ ਸ਼ਬਦ ਨੂੰ ਤੇ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੋਇਆ ਮਨ ਉਸ ਧਾਰਾ ਅੰਮ੍ਰਿਤ ਧਾਰਾ ਨੂੰ ਪੀਂਦਾ ਹੈ। ਅਨੰਦ ਵਿਨੋਦ ਕਰੇ ਦਿਨ ਰਾਤੀ। ਸਾਡਾ ਮਨ ਦਿਨੇ ਤੇ ਰਾਤ ਆਨੰਦ ਖੇੜੇ ਨੂੰ ਮਾਣ ਰਿਹਾ, ਆਨੰਦ ਤੇ ਖੁਸ਼ੀ ਮਾਣ ਰਿਹਾ ਹੈ। ਸਦਾ ਸਦਾ ਹਰ ਕੇਲਾ ਜੀਓ। ਸਦਾ ਸਦਾ ਵਾਸਤੇ ਵਾਹਿਗੁਰੂ ਪਰਮਾਤਮਾ ਨਾਲ ਹੀ ਕੇਲਾ ਖੇਡਾਂ ਖੇਲਾਂ ਖੇਡਦਾ, ਕਲੋਲਾਂ ਕਰਦਾ, ਸਾਡਾ ਮਨ ਕ੍ਰੀੜਾ ਕਰ ਰਿਹਾ। ਜਨਮ ਜਨਮ ਕਾ ਵਿਛੜਿਆ ਮਿਲਿਆ। ਜਨਮਾਂ ਜਨਮਾਂਤਰਾਂ ਤੋਂ ਵਿਛੜਿਆ ਹੋਇਆ ਸਾਡਾ ਮਨ ਵਾਹਿਗੁਰੂ ਨਾਲ ਮਿਲ ਪਿਆ। ਸਾਧ ਕਿਰਪਾ ਤੇ ਸੂਕਾ ਹਰਿਆ। ਇਹ ਸੁੱਕਾ ਹੋਇਆ ਸੀ ਮਨ,
ਜਨਮਾਂ ਜਨਮਾਂਤਰਾਂ ਦੀ ਮੈਲ ਵਿਕਾਰਾਂ ਕਰਕੇ ਅਗਿਆਨ ਰੂਪੀ ਸੂਰਜ ਦੀ ਵਿਕਾਰਾਂ ਦੀ ਤਪਸ਼ ਨਾਲ ਸੁੱਕ ਚੁੱਕਾ ਸੀ। ਸਾਧੂ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸੁੱਕਾ ਹੋਇਆ ਮਨ ਹਰਾ ਹੋ ਗਿਆ। ਸ਼ੁਭ ਗੁਣਾਂ ਦੀ ਹਰਿਆਵਲਤਾ ਆ ਗਈ ਹੈ। ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ। ਸ੍ਰੇਸ਼ਟ ਮਤ ਗੁਰਾਂ ਦੀ ਸਿੱਖਿਆ ਪ੍ਰਾਪਤ ਕਰਕੇ ਇਹ ਹੁਣ ਨਾਮ ਨੂੰ ਧਿਆਉਂਦਾ ਸਿਮਰਦਾ ਹੈ ਤੇ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਕਰਕੇ ਹੋ ਗਿਆ ਹੈ ਮਿਲਾਪ, ਵਾਹਿਗੁਰੂ ਨਾਲ ਮਿਲਾਪ ਹੋ ਗਿਆ। ਜਲ ਤਰੰਗ ਜਿਉ ਜਲ ਹੈ ਸਮਾਇਆ, ਜਲ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਜਿਵੇਂ ਜਲ ਵਿੱਚ ਹੀ ਸਮਾ ਜਾਂਦੀਆਂ ਹਨ ਤੇ ਉਹ ਜੋਤੀ ਸੰਗ ਜੋਤ ਮਿਲਾਇਆ। ਇਸੇ ਤਰ੍ਹਾਂ ਜੋਤੀ ਸਰੂਪ ਪਰਮਾਤਮਾ ਦੇ ਸੰਗ ਨਾਲ ਜੋਤ ਆਤਮਾ ਨੂੰ ਮਿਲਾ ਦਿੱਤਾ ਹੈ। ਭਾਵ ਪਰਮ ਤੱਤ ਦੇ ਨਾਲ ਆਤਮ ਤੱਤ ਅਭੇਦ ਹੋਇਆ। ਕਹੋ ਨਾਨਕ ਭਰਮ ਕੱਟੇ ਕਿਵਾੜਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਅਸੀਂ ਇਹ ਗੱਲ ਕਹਿੰਦੇ ਹਾਂ ਜਾਂ ਕਹੋ ਭਾਈ ਕਿ ਹੁਣ ਜਿਹੜੇ ਭਰਮ ਦੇ ਛੌੜ ਸੀ ਕੱਟ ਦਿੱਤੇ ਨੇ। ਕਿਵਾੜਾ ਤਖਤੇ, ਭਰਮ ਭਟਕਣਾ ਦੇ ਜਿਹੜੇ ਤਖਤੇ ਸੀ ਉਹ ਕੱਟੇ ਗਏ। ਆਸਾ ਅੰਦੇਸਾ ਦੋਏ ਪੱਟ ਜਿਹੜੇ ਇਹੀ ਤਖਤੇ ਸੀ ਅੰਦਰ ਪਰਮਾਤਮਾ ਤੋਂ ਵਿਛੋੜਾ ਜਿਹਨਾਂ ਪਾਇਆ ਸੀ। ਬਹੁੜ ਨਾ ਹੋਈ ਹੈ ਜੌਲਾ ਜੀਓ। ਜੌਲਾ ਦਾ ਦੋ ਅਰਥ ਨੇ, ਇੱਕ ਤਾਂ ਬੰਧਨ ਤੇ ਦੂਸਰਾ ਅਰਥ ਹੈ ਅਲੱਗ ਹੋਣਾ। ਬਹੁੜ ਨਾ ਹੋਈ ਹੈ ਜੌਲਾ ਜੀ। ਹੁਣ ਪਰਮਾਤਮਾ ਤੋਂ ਅਸੀਂ ਜੌਲਾ ਅਲੱਗ ਵੱਖ ਨਹੀਂ ਹੋ ਸਕਦੇ, ਹੁਣ ਨਹੀਂ ਹੋਵਾਂਗੇ। ਜਦੋਂ ਭਰਮ ਦੇ ਛੌੜ ਕੱਟੇ ਗਏ, ਕਿਵਾੜ ਕੱਟੇ ਗਏ ਤੇ ਵਾਹਿਗੁਰੂ ਦੀ ਜੋਤ ਵਿੱਚ ਆਪਣੀ ਜੋਤ ਮਿਲ ਗਈ, ਜੋਤੀ ਸਰੂਪ ਵਿੱਚ ਭੇਦ ਹੋ ਗਏ ਤੇ ਹੁਣ ਵੱਖਰੇ ਅਲੱਗ ਨਹੀਂ ਹੋਵਾਂਗੇ। ਮਾਝ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ ਹਨ, ਤਿਸ ਕੁਰਬਾਨੀ ਜਿਨ ਤੂੰ ਸੁਣਿਆ। ਜਿਨ੍ਹਾਂ ਨੇ ਤੇਰਾ ਜਸ ਸੁਣਿਆ ਵਾਹਿਗੁਰੂ ਜੀ, ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਤਿਸ ਬਲਿਹਾਰੀ ਜਿਨ ਰਸਨਾ ਪਣਿਆ। ਜਿਨ੍ਹਾਂ ਨੇ ਆਪਣੀ ਰਸਨਾ ਜੀਭ ਦੇ ਨਾਲ ਬਾਰ-ਬਾਰ ਪੁਨ੍ਹਾ ਲਗਾਤਾਰ ਤੇਰਾ ਨਾਮ ਪਣਿਆ ਉਚਾਰਿਆ ਹੈ, ਉਹਨਾਂ ਤੋਂ ਵੀ ਬਲਿਹਾਰ, ਆਪਣਾ ਬਲ ਹਾਰਦੇ ਹਾਂ। ਤਿਸ ਵਿਅਕਤੀ ਤੋਂ ਆਪਣਾ ਬਲ ਹਾਰਦੇ ਹਾਂ। ਵਾਰ-ਵਾਰ ਜਾਈ ਤਿਸ ਵਿਟੋਂ। ਤਿਸ ਸੰਤ ਗੁਰਮੁਖ ਪਿਆਰੇ ਤੇਰੇ ਪ੍ਰੇਮੀ ਦੇ ਉੱਪਰੋਂ ਵਾਰ-ਵਾਰ ਜਾਈਏ, ਵਾਰਨੇ ਫੇਰਨੇ ਜਾਈਏ। ਜੋ ਮਨ ਤਨ ਤੁਧ ਅਰਾਧੇ ਜੀਓ। ਜੋ ਮਨ ਕਰਕੇ ਵੀ ਤੇ ਤਨ ਰਸਨਾ ਕਰਕੇ ਵੀ ਤੁਹਾਡਾ ਆਰਾਧਨ ਕਰਦਾ ਹੈ ਜੀ। ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚੱਲ ਹੈ। ਜਿਹੜਾ ਤੇਰੀ ਪ੍ਰਾਪਤੀ ਵਾਲੇ ਮਾਰਗ ਰਸਤੇ ਤੇ ਚੱਲ ਪੈਂਦਾ ਹੈ, ਮੇਰਾ ਚਿੱਤ ਕਰਦਾ, ਮੇਰੀ ਸ਼ਰਧਾ ਕਿ ਮੈਂ ਉਹਦੇ ਚਰਨ ਧੋਵਾਂ, ਜਲ ਦੇ ਨਾਲ ਮਲ ਕੇ ਉਹਦੇ ਚਰਨ ਧੋਵਾਂ। ਨੈਣ ਨਿਹਾਲੀ ਤਿਸ ਪੁਰਖ ਦਇਆਲਾ। ਤਿਸ ਦਇਆਲੂ ਪੁਰਖ ਦੇ ਮੈਂ ਨੇਤਰਾਂ ਨਾਲ ਦਰਸ਼ਨ ਕਰਾਂ, ਨੇਤਰਾਂ ਨਾਲ ਨਿਹਾਲੀ ਵੇਖਾਂ ਤਿਸ ਦਇਆਲੂ ਪੁਰਖ ਨੂੰ। ਮਨ ਦੇਵਾ ਤਿਸ ਆਪਣੇ ਸਾਜਨ। ਉਹਨੂੰ ਆਪਣਾ ਸੱਜਣ ਬਣਾ ਕੇ ਆਪਣਾ ਮਨ ਤਿਸ ਦੇ ਤਾਈਂ ਭੇਟਾ ਕਰਦੇ ਹਾਂ। ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ। ਜਿਹਨੇ ਪੂਰੇ ਸਤਿਗੁਰੂ ਨੂੰ ਮਿਲ ਕੇ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਲੱਭ ਲਿਆ ਹੈ, ਪ੍ਰਾਪਤ ਕਰ ਲਿਆ ਹੈ। ਸੇ ਵੱਡ ਭਾਗੀ ਜਿਨ ਤੁਮ ਜਾਣੇ। ਸੇ ਬਹੁ ਵਚਨ, ਉਹ ਵੱਡਿਆਂ ਭਾਗਾਂ ਵਾਲੇ ਜੀਉੜੇ ਹਨ ਜੀ, ਜਿਨ੍ਹਾਂ ਨੇ ਤੁਹਾਨੂੰ ਜਾਣ ਲਿਆ ਹੈ। ਜਾਣ ਪਛਾਣ ਭਾਵ ਤੁਹਾਡਾ ਗਿਆਨ ਪ੍ਰਾਪਤ ਕਰ ਲਿਆ, ਜਿਨ੍ਹਾਂ ਨੂੰ ਤੁਸੀਂ ਸੁੱਝ ਪਏ, ਜਿਨ੍ਹਾਂ ਨੇ ਤੁਹਾਡੀ ਸੋਝੀ ਪ੍ਰਾਪਤ ਕਰ ਲਈ। ਸਭ ਕੈ ਮੱਧੇ ਅਲਿਪਤ ਨਿਰਬਾਣੇ। ਸਾਰਿਆਂ ਦੇ ਵਿੱਚ ਵਸਦੇ ਹੋਏ ਉਹ ਅਲਿਪਤ ਨਿਰਬਾਣ ਹੋਏ ਹਨ। ਅਲਿਪਤ ਮਤਲਬ ਲਿਬੜਦੇ ਨਹੀਂ, ਨਿਰਲੇਪ, ਤੇ ਨਿਰਬਾਣੇ ਵਾਸ਼ਨਾ ਰਹਿਤ ਹੋ ਗਏ। ਸਾਧ ਕਾ ਸੰਗ ਉਹਨ ਭੌਜਲ ਤਰਿਆ। ਸਾਧੂ ਸਤਿਗੁਰੂ ਦੀ ਸੰਗਤ ਵਿੱਚ, ਸਾਧ ਸੁਧਰੇ ਹੋਏ ਮਨ ਵਾਲੇ ਗੁਰਮੁਖਾਂ ਦੀ ਸੰਗਤ 'ਚ ਵਸ ਕੇ ਉਹਨਾਂ ਭੌਜਲ ਸੰਸਾਰ ਨੂੰ ਤਰ ਲਿਆ ਹੈ। ਸਗਲ ਦੂਤ ਉਹਨ ਸਾਧੇ ਜੀਓ। ਸਾਰੇ ਜਿਹੜੇ ਦੂਤ ਹਨ, ਕਾਮ ਕ੍ਰੋਧ ਮੋਹ ਲੋਭ ਹੰਕਾਰ ਆਦਿਕ, ਉਹਨਾਂ ਨੇ ਸਾਧ ਲਏ, ਭਾਵ ਅਧੀਨ ਕਰ ਲਏ ਹਨ। ਤਿਨ ਕੀ ਸ਼ਰਨ ਪਰਿਆ ਮਨ ਮੇਰਾ। ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਪਿਆ ਹੋਇਆ ਹੈ ਮੇਰਾ ਮਨ। ਮਾਣ ਤਾਣ ਤਜ ਮੋਹ ਅੰਧੇਰਾ। ਮਾਣ ਵੀ ਤੇ ਤਾਣ ਵੀ, ਅੰਧੇਰਾ ਅਗਿਆਨ ਵੀ ਤੇ ਮੋਹ ਵੀ ਛੱਡ ਦਿੱਤਾ ਹੈ ਮੇਰੇ ਮਨ ਨੇ। ਨਾਮ ਦਾਨ ਦੀਜੈ ਨਾਨਕ ਕਹੋ। ਮੇਰੇ ਤਾਈਂ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਆਪਣੇ ਨਾਮ ਦਾ ਦਾਨ ਬਖਸ਼ ਦਿਓ। ਤਿਸ ਪ੍ਰਭ ਅਗਮ ਅਗਾਧੇ ਜੀਓ। ਮੈਂ ਉਹਨਾਂ ਦੇ ਤਾਈਂ ਬੇਨਤੀ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦੇ ਨਾਮ ਦਾ ਦਾਨ ਦਿਓ। ਕਿਸ ਪਰਮਾਤਮਾ ਦਾ? ਜਿਹੜਾ ਪ੍ਰਭੂ ਅਗਮ ਅਪਹੁੰਚ ਹੈ, ਅਗਾਧ ਡੂੰਘਾ ਹੈ, ਹੋਸ਼ੇ ਪੁਣੇ ਤੋਂ ਰਹਿਤ ਹੈ, ਜਿਸ ਦਾ ਗਿਆਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਮੁਕੰਮਲ ਤੌਰ 'ਤੇ ਅੰਤ ਨਹੀਂ ਪਾਇਆ ਜਾਂਦਾ।
ਉਸ ਅਗਮ ਆਗਾਧ ਪ੍ਰਮਾਤਮਾ ਦਾ ਨਾਮ ਦਾ ਦਾਨ ਮੈਨੂੰ ਬਖਸ਼ੋ, ਮੈਂ ਉਹਨਾਂ ਦੇ ਤਾਈਂ ਬੇਨਤੀ ਕਰਦਾ ਹਾਂ। ਮਾਝ ਮਹੱਲਾ ਪੰਜਵਾ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਤੂੰ ਪੇੜ ਸਾਖ ਤੇਰੀ ਫੁੱਲੀ। ਹੇ ਵਾਹਿਗੁਰੂ ਜੀ, ਤੁਸੀਂ ਪੇੜ ਇੱਕ ਦਰਖਤ ਹੋ, ਬਹੁਤ ਵੱਡਾ ਦਰਖਤ, ਤੇ ਜਿਹੜਾ ਸੰਸਾਰ ਤੁਸੀਂ ਰਚਿਆ ਇਹ ਤੁਹਾਡੀਆਂ ਸ਼ਾਖਾ ਫੁੱਲੀਆਂ ਹੋਈਆਂ, ਟਾਹਣੀਆਂ ਫੁੱਲੀਆਂ ਹੋਈਆਂ ਨੇ ਮਹਾਰਾਜ, ਕਿਉਂਕਿ ਤੁਹਾਡੇ ਤੋਂ ਹੀ ਸਾਰਾ ਸੰਸਾਰ ਬਣਿਆ। ਤੂੰ ਸੂਖਮ ਹੋਵਾ ਅਸਥੂਲੀ, ਤੂੰ ਸੀ ਅਦ੍ਰਿਸ਼ਟ, ਬਹੁਤ ਸੂਖਮ, ਜਿਹਨੂੰ ਵੇਖਿਆ ਨਹੀਂ ਜਾ ਸਕਦਾ, ਤੇ ਤੂੰ ਆਪਣੇ ਸੂਖਮ ਸਰੂਪ ਤੋਂ ਅਸਥੂਲ ਬਣਿਆ ਹੈ ਜਿਹੜਾ ਸੰਸਾਰ ਰਚਿਆ ਹੈ। ਤੂੰ ਜਲ ਨਿਧ ਤੂੰ ਫਿਨ ਬੁਦਬੁਦਾ, ਤੂੰ ਜਲ ਦਾ ਸਮੁੰਦਰ ਹੈ ਸੱਚੇ ਪਾਤਸ਼ਾਹ, ਤੇ ਫਿਰ ਤੂੰ ਹੀ ਉਸ ਸਮੁੰਦਰ ਵਿੱਚ ਫੇਨ ਝੱਗ ਰੂਪ ਤੇ ਬੁਦਬੁਦਾ ਬੁਲਬੁਲਾ ਰੂਪ ਹੈ। ਕੁਝ ਜੀਵ ਜਿਹੜੇ ਦੇਵਤੇ ਆਦਿਕ ਵੱਡੇ ਮੰਨੇ ਗਏ ਉਹ ਫੇਨ ਝੱਗ ਦੀ ਨਿਆਈ, ਤੇ ਜਿਹੜੇ ਹੋਰ ਜੀਵ ਉਹ ਬੁਲਬੁਲਿਆਂ ਦੀ ਨਿਆਈ ਹਨ। ਹੈ ਤਾਂ ਤੇਰਾ ਰੂਪ ਹੈ ਨਾ ਸਾਰੇ। ਤੁਧ ਬਿਨ ਅਵਰਨਾ ਭਾਲੀ ਹੈ ਜੀਓ, ਸੱਚੇ ਪਾਤਸ਼ਾਹ ਆਪ ਜੀ ਤੋਂ ਬਗੈਰ ਹੋਰ ਅਸੀਂ ਕਿਸੇ ਨੂੰ ਨਹੀਂ ਲੱਭਦੇ ਫਿਰਦੇ, ਹੋਰ ਨਹੀਂ ਭਾਲਿਆ ਜਾਂਦਾ ਸਾਥੋਂ ਵੀ ਹੋਰ ਵੀ ਕੋਈ ਹੋਵੇ, ਭਾਲਿਆ ਹੋਰ ਕੋਈ ਨਜ਼ਰੀ ਨਹੀਂ ਆਉਂਦਾ। ਤੂੰ ਸੂਤ ਮਣੀਏ ਵੀ ਤੂੰ ਹੈ, ਸੱਚੇ ਪਾਤਸ਼ਾਹ ਜਿਵੇਂ ਇੱਕ ਸੂਤ ਹੁੰਦਾ ਉਹਦੇ 'ਚ ਮਣਕੇ ਹੁੰਦੇ ਨੇ, ਜਿਵੇਂ ਮਾਲਾ ਹੀ ਹੁੰਦੀ ਹੈ ਸੂਤ ਦੇ ਵਿੱਚ ਮਣਕੇ ਪਰੋਏ ਹੁੰਦੇ ਨੇ, ਤੂੰ ਹੀ ਸੂਤਰ ਧਾਰ ਹੈ ਸੱਚੇ ਪਾਤਸ਼ਾਹ, ਭਾਵ ਚੇਤਨ ਸੱਤਾ ਹੈ ਸਾਰਿਆਂ ਦੇ ਅੰਦਰ, ਸੂਤਰ ਰੂਪ, ਤੇ ਮਣੀਏ ਜੀਵਾਂ ਰੂਪੀ ਮਣਕੇ ਵੀ ਤੂੰ ਹੀ ਹੈ। ਤੂੰ ਗੰਠੀ ਮੇਰ ਸਿਰ ਤੂੰ ਹੈ, ਤੂੰ ਹੀ ਉਸ ਧਾਗੇ ਦੇ ਵਿੱਚ ਗੰਢਾ ਰੂਪ ਹੈ ਸੱਚੇ ਪਾਤਸ਼ਾਹ, ਗੰਢ ਜਿਹੜੀ ਹੁੰਦੀ ਗੰਠੀ, ਮੇਰ ਸਿਰ ਤੂੰ ਹੈ, ਤੇ ਸਾਰਿਆਂ ਮਣਕਿਆਂ ਵਿੱਚੋਂ ਸਿਰ ਸ਼੍ਰੋਮਣੀ ਮੇਰੂ ਮਣਕਾ ਵੀ ਤੂੰ ਆਪ ਹੈ, ਭਾਵ ਵਿੱਚ ਰਹਿੰਦਾ ਹੋਇਆ ਨਿਰਲੇਪ ਸਾਰਿਆਂ ਦਾ ਖਸਮ ਵੀ ਉੱਪਰ ਤੂੰ ਹੈ। ਆਦ ਮੱਧ ਅੰਤ ਪ੍ਰਭ ਸੋਈ, ਆਦ ਸ੍ਰਿਸ਼ਟੀ ਦੇ ਪੈਦਾ ਕਰਨ ਤੋਂ ਪਹਿਲਾਂ, ਤੇ ਮੱਧ ਹੁਣ ਵਿਚਲਾ ਸਮਾਂ ਜਦੋਂ ਸੰਸਾਰ ਚੱਲ ਰਿਹਾ, ਤੇ ਜਦੋਂ ਸੰਸਾਰ ਦਾ ਅੰਤ ਹੋਵੇਗਾ ਉਹੀ ਪ੍ਰਮਾਤਮਾ ਹੈ, ਉਦੋਂ ਵੀ ਹੁਣ ਵੀ ਤੇ ਅੱਗੇ ਨੂੰ ਵੀ ਸਦਾ ਸਦਾ ਦੇ। ਅਵਰਨਾ ਕੋਈ ਦਿਖਾਲੀ ਹੈ ਜੀਓ, ਹੋਰ ਨਹੀਂ ਕੋਈ ਨਜ਼ਰੀ ਆਉਂਦਾ ਉਸ ਪ੍ਰਮਾਤਮਾ ਤੋਂ ਬਗੈਰ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਇਹਦਾ ਅਰਥ ਇਹ ਵੀ ਆ ਅਵਰਨਾ ਕੋਈ ਦਿਖਾਲੀ, ਹੈ ਮਹਾਰਾਜ ਸੱਚੇ ਪਾਤਸ਼ਾਹ ਹੈ ਤਾਂ ਸਭ ਕੁਝ ਤੁਸੀਂ ਤੇ ਸਾਡੀ ਨਜ਼ਰ ਵਿੱਚ ਹੋਰ ਨਾ ਕਿਸੇ ਨੂੰ ਵਿਖਾ ਲਿਓ ਆਪ ਜੀ ਤੋਂ ਬਗੈਰ, ਸਾਡੀ ਦ੍ਰਿਸ਼ਟੀ ਤੁਸੀਂ ਸਾਨੂੰ ਦਿਸੋ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੁਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੋ, ਤੇ ਸੰਸਾਰ ਤਿੰਨਾਂ ਗੁਣਾਂ ਵਾਲੀ ਮਾਇਆ ਦੁਆਰਾ ਰਚਿਆ, ਇਹ ਵੀ ਤੁਹਾਡਾ ਸਰੂਪ ਹੈ। ਸਰਗੁਣ ਵੀ ਤੁਸੀਂ ਹੋ, ਸੁਖਾਂ ਦੇ ਦਾਤੇ ਤੁਸੀਂ ਹੋ। ਤੂੰ ਨਿਰਵਾਣ ਰਸੀਆ ਰੰਗ ਰਾਤਾ, ਤੁਸੀਂ ਨਿਰਵਾਣ ਨਿਰਵਾਸ਼ਨਾ, ਬੰਧਨਾਂ ਤੋਂ ਰਹਿਤ, ਵਾਸ਼ਨਾ ਤੋਂ ਰਹਿਤ, ਰਸ ਦੇ ਨਾਲ ਭਰੇ ਹੋਏ ਰਸੀਆ ਰੂਪ ਹੋ। ਰੰਗ ਰਾਤਾ, ਪ੍ਰੇਮ ਰੰਗ ਵਿੱਚ ਰੱਤੇ ਹੋਏ ਵੀ ਤੁਸੀਂ ਹੋ। ਆਪਣੇ ਕਰਤੱਵ ਆਪੇ ਜਾਣ, ਆਪਣੇ ਕਰਤੱਵ ਭਾਵ ਆਪਣੇ ਕਰਤੱਵਾਂ ਨੂੰ, ਆਪਣੇ ਕਰਨਿਆਂ ਨੂੰ, ਆਪਣੇ ਕੰਮਾਂ ਨੂੰ ਤੁਸੀਂ ਪੂਰਨ ਤੌਰ 'ਤੇ ਜਾਣਦੇ ਹੋ ਵੀ ਕਦੋਂ ਕੀ ਕਰਨਾ। ਆਪੇ ਤੁਧ ਸੰਭਾਲੀਆ ਜੀਓ, ਤੇ ਤੁਹਾਨੂੰ ਜਿਹੜਾ ਯਾਦ ਕਰਨਾ ਹੈ ਵੀ ਤੁਸੀਂ ਆਪ ਖੁਦ ਹੀ ਆਪਣੇ ਆਪ ਨੂੰ ਯਾਦ ਕਰ ਰਹੇ ਹੋ। ਭਗਤ ਰੂਪ ਵਿੱਚ ਵੀ ਤੁਸੀਂ ਆਪ ਹੋ, ਜਾਂ ਸਾਰੇ ਸੰਸਾਰ ਨੂੰ ਤੁਸੀਂ ਤੁਧ ਆਪ ਹੀ ਸੰਭਾਲਦੇ ਹੋ। ਤੂੰ ਠਾਕੁਰ ਸੇਵਕ ਫੁਨ ਆਪੇ, ਤੁਸੀਂ ਠਾਕੁਰ ਮਾਲਕ ਹੋ, ਦਾਤਾ ਹੋ, ਖਸਮ ਹੋ, ਸੇਵਕ ਫੁਨ ਆਪ, ਫੁਨ ਬੋੜੋ ਫਿਰ ਤੁਸੀਂ ਸੇਵਕ ਵੀ ਆਪ ਹੀ ਹੋ। ਜਿਵੇਂ ਬਚਨ ਹਨ ਕਿ ਆਪ ਹੀ ਵਾਹਿਗੁਰੂ ਪਰਮਾਤਮਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਇਹ ਜੰਤ ਵਿਚਾਰਾ ਤਾਂ ਕੁਛ ਵੀ ਨਹੀਂ ਹੈ। ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਤੁਸੀਂ ਗੁਪਤ ਹੋ ਰਹੇ ਹੋ, ਤੇ ਪ੍ਰਗਟ ਰੂਪ ਵਿੱਚ ਸੰਸਾਰ ਦੇ ਰੂਪ ਵਿੱਚ ਵੀ ਤੁਸੀਂ ਹੋ ਸੱਚੇ ਪਾਤਸ਼ਾਹ। ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੂਰੀ ਨਦਰ ਨਿਹਾਲੀਆ ਜੀਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮੈਂ ਤੁਹਾਡਾ ਦਾਸ ਸਦਾ ਸਦਾ ਵਾਸਤੇ ਤੁਹਾਡੇ ਗੁਣ ਗਾਉਂਦਾ ਹਾਂ, ਤੇ ਬੇਨਤੀ ਕਰਦਾ ਕਿ ਇੱਕ ਭੋਰਾ ਕੁ ਮਾਤਰ ਆਪਣੀ ਮਿਹਰ ਦੀ ਨਜ਼ਰ ਪਾ ਕੇ ਮੈਨੂੰ ਨਿਹਾਲੀਆ ਵੇਖੋ ਸੱਚੇ ਪਾਤਸ਼ਾਹ, ਮੇਰੇ ਵੱਲ ਕਿਰਪਾ ਦ੍ਰਿਸ਼ਟੀ ਪਾ ਕੇ ਮੈਨੂੰ ਤੱਕੋ ਤਾਂ ਸਹੀ, ਭਾਵ ਆਪਣੀ ਮਿਹਰ ਦੀ ਨਜ਼ਰ ਮੇਰੇ 'ਤੇ ਪਾਓ। ਮੈਂ ਤੁਹਾਡਾ ਦਾਸ ਸਦਾ ਤੁਹਾਡੇ ਹੀ ਗੁਣ ਗਾਉਂਦਾ ਹਾਂ, ਤੁਹਾਡੇ ਗੁਣ ਗਾਉਂਦਾ ਰਹਾਂ, ਇਹ ਵੀ ਅਰਥ ਹੈ। ਇੱਕ ਭੋਰਾ ਮਾਤਰ, ਥੋੜ੍ਹੇ ਮਾਤਰ ਹੀ ਆਪਣੀ ਕਿਰਪਾ ਦ੍ਰਿਸ਼ਟੀ ਪਾ ਕੇ ਮੇਰੇ ਵੱਲ ਤੱਕੋ। ਇੱਥੋਂ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੂੰ ਆਪਾਂ ਅੱਜ ਵਿਚਾਰਿਆ ਹੈ।
ਸੋ ਇੱਥੋਂ ਤੱਕ ਇਹ ਮਾਝ ਰਾਗ ਦੇ 28 ਸ਼ਬਦ ਸੰਪੂਰਨ ਹੋਏ ਹਨ। ਇਸ ਤੋਂ ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਗੁਰੂ ਕਿਰਪਾ ਸਦਕਾ ਹਜੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।